ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਪੰਜਾਬ ਫੋਕਸ ਦੇ ਵਿੱਚ ਸਵਾਗਤ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ। ਪੰਜਾਬ ਮੇਲ USA TV ਚੈਨਲ ਦੇ ਪਿਆਰੇ ਦਰਸ਼ਕੋ, ਨਿੱਘੀ ਜੀ ਆਇਆਂ ਨੂੰ। ਮੈਂ ਹਾਂ ਬਲਕਾਰ ਸਿੰਘ, ਸੀਨੀਅਰ ਜਰਨਲਿਸਟ। ਅਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਅਸੀਂ ਇਸ ਪ੍ਰੋਗਰਾਮ ਵਿੱਚ ਉਹਨਾਂ ਵਿਸ਼ਿਆਂ ਨੂੰ, ਉਹਨਾਂ ਇਸ਼ੂ ਨੂੰ ਲੈਂਦੇ ਹਾਂ ਜਿਹੜੇ ਲਗਾਤਾਰ ਵਾਪਰਦੇ ਨੇ ਦੇਸਾਂ ਪ੍ਰਦੇਸਾਂ ਅਤੇ ਸਾਡੇ ਗੁਆਂਢੀ ਨਾਲ, ਸੂਬਿਆਂ ਨਾਲ। ਔਰ ਅਸੀਂ ਚਾਹੁੰਦੇ ਹਾਂ ਕਿ ਅੱਜ ਉਹ ਤੁਹਾਡੀ ਨਜ਼ਰ ਕਰੀਏ। ਅਤੇ ਮੇਰੇ ਨਾਲ ਤਸ਼ਰੀਫ ਫਰਮਾਨ ਨੇ ਸੰਜੀਵ ਖੰਨਾ ਜੀ। ਅਤੇ ਖੰਨਾ ਜੀ, ਉਹ ਵਿਸ਼ਾ ਲਿਆ ਜਾਵੇ ਜਿਹੜਾ ਬਿਲਕੁਲ ਭਖਦਾ ਵੀ ਹੈ ਔਰ ਲੋਕਾਂ ਦੀ ਨਜ਼ਰ ਵਿੱਚ ਵੀ ਹੈ, ਔਰ ਉਹਨੂੰ ਵਿਰੋਧੀ ਪਾਰਟੀਆਂ ਵੀ ਆਪਣੇ ਗੱਲ ਲਾ ਕੇ ਬੈਠੀਆਂ ਨੇ। ਮੈਂ ਪੰਜਾਬ ਦੀ ਗੱਲ ਤੋਂ ਸ਼ੁਰੂ ਕਰਾਂਗਾ ਜੀ। ਦੇਖੋ, ਪੰਜਾਬ ਦਾ ਇਤਿਹਾਸ ਅਸੀਂ ਮੁੱਢ ਕਦੀਮ ਤੋਂ ਲਈਏ ਤਾਂ ਅਫਗਾਨਿਸਤਾਨ ਤੋਂ ਲੈ ਕੇ ਕਿੱਥੇ ਤੱਕ ਪੰਜਾਬ ਕਹਿੰਦੇ ਨੇ ਯਮੁਨਾ ਨਦੀ ਤੱਕ ਪੰਜਾਬ ਹੀ ਪੰਜਾਬ ਹੈ। ਔਰ ਪੰਜਾਬ ਦੀ ਧਰਤੀ ਤੇ ਹੀ ਇਹ ਪਵਿੱਤਰ ਗ੍ਰੰਥਾਂ ਦੀ ਰਚਨਾ ਹੁੰਦੀ ਹੈ। ਪਰ ਆਪਾਂ ਮਾਡਰਨ ਟਾਈਮ ਦੇ ਵਿੱਚ ਆ ਜਾਈਏ, ਪੰਜਾਬ ਦੇ ਵਿੱਚ ਹੀ ਜ਼ਿਲ੍ਹਿਆਂਵਾਲੇ ਬਾਗ ਦਾ ਸਾਕਾ ਜੀ, ਪੰਜਾਬ ਦੇ ਵਿੱਚ ਹੀ ਗੁਰਦੁਆਰਾ ਸੁਧਾਰ ਲਹਿਰ, ਵੰਡ ਹੋਈ ਹਿੰਦੁਸਤਾਨ ਦੀ ਤੇ ਪੰਜਾਬ ਹੀ ਵੰਡਿਆ ਗਿਆ। ਉਸ ਤੋਂ ਬਾਅਦ 1980 ਦਾ ਜਿਹੜਾ ਸਮਾਂ ਦੇਖਿਆ, 1984 ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਦੇ ਉੱਤੇ ਜੋ ਕਾਰਵਾਈ ਕੀਤੀ ਗਈ। ਉਸ ਤੋਂ ਬਾਅਦ 1984 ਤੋਂ ਬਾਅਦ ਜਦੋਂ ਸ਼੍ਰੀਮਤੀ ਇੰਦਰਾ ਗਾਂਧੀ ਦਾ ਘਟਨਾਕ੍ਰਮ ਹੁੰਦਾ ਹੈ, ਉਸ ਤੋਂ ਬਾਅਦ ਕਾਨਪੁਰ ਐਂਡ ਦਿੱਲੀ ਦੇ ਵਿੱਚ ਜੋ ਘਟਨਾਵਾਂ ਵਾਪਰਦੀਆਂ ਨੇ, ਜੋ ਦੰਗੇ ਹੁੰਦੇ ਨੇ, ਸਿੱਖ ਵਿਰੋਧੀ ਜੈਨੋਸਾਈਡ ਕਿਹਾ ਜਾਂਦਾ ਹੈ ਉਹਨੂੰ। ਔਰ ਉਸ ਤੋਂ ਬਾਅਦ ਅੱਜ ਤੱਕ ਦੇਖੀਏ 7-8 ਸਾਲ ਤੋਂ ਫਿਰ ਉਹੀ ਚੀਜ਼ਾਂ ਸ਼ੁਰੂ ਹੋਣ ਲੱਗ ਪਈਆਂ ਨੇ ਪੰਜਾਬ ਦੀ ਧਰਤੀ ਦੇ ਉੱਤੇ। ਗੈਂਗਸਟਰਸ, ਨਸ਼ਾ, ਠੀਕ ਹੈ। ਔਰ ਉਸ ਤੋਂ ਇਲਾਵਾ ਕਹਿੰਦੇ ਨੇ 6ਵਾਂ ਦਰਿਆ ਨਸ਼ੇ ਦਾ, ਮੈਂ ਕਹਿੰਦਾ 7ਵਾਂ ਦਰਿਆ ਗੈਂਗਸਟਰਸ ਦਾ, ਉਹ ਵੀ ਦਰਿਆ ਤੁਰ ਪਿਆ। ਬੇਰੁਜ਼ਗਾਰੀ, ਇੰਡਸਟਰੀ ਇੱਥੇ ਨਹੀਂ, ਖੇਤੀਬਾੜੀ ਦਾ ਬੁਰਾ ਹਾਲ, ਔਰ ਪ੍ਰਵਾਸ ਵੱਧ ਗਿਆ। ਔਰ ਇਹ ਸਾਰਾ ਮਾਹੌਲ, ਅਸੀਂ ਕਹਿੰਦੇ ਹਾਂ ਪੰਜਾਬ ਦੇ ਵਿੱਚ ਇਨਵੈਸਟਮੈਂਟ ਆਵੇ। ਕੌਣ ਇਨਵੈਸਟਮੈਂਟ ਕਰਨਾ ਹੋਊਗਾ ਇਸ ਹਾਲਾਤ ਦੇ ਵਿੱਚ ਜਿਹੜੇ ਘਟਨਾਕ੍ਰਮ ਇਸ ਵਕਤ ਪੰਜਾਬ ਦੇ ਵਿੱਚ ਚੱਲਦੇ ਪਏ ਨੇ, ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਦੇਖ ਕੇ। ਸੋ ਇਹ ਸਭ ਤਮਾਮ ਗੱਲਾਂ ਚੱਲਦੀਆਂ ਪਈਆਂ ਨੇ। ਹੁਣ ਨਵੇਂ ਤਾਜ਼ਾ ਘਟਨਾਕ੍ਰਮ ਹੋਏ ਨੇ ਤਾਂ ਕੈਪਟਨ ਅਮਰਿੰਦਰ ਸਿੰਘ, ਜੋ ਅੱਜ ਕੱਲ੍ਹ BJP ਦੀ ਸ਼ਾਨ ਬਣੇ ਹੋਏ ਨੇ, ਕਿਸੇ ਵਕਤ ਪੰਜਾਬ ਦੇ ਵਿੱਚ ਕਾਂਗਰਸ ਦੀ ਸ਼ਾਨ ਸੀਗੇ, CM ਸੀਗੇ, ਉਹ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਕੋਲੋਂ ਪੰਜਾਬ ਨਹੀਂ ਸੰਭਲਦਾ ਅਤੇ ਹੁਣ ਕੇਂਦਰ ਨੂੰ ਉਹਦੇ ਵਿੱਚ ਦਖਲ ਅੰਦਾਜ਼ੀ ਕਰਨੀ ਚਾਹੀਦੀ ਹੈ। ਵਾਹ, ਇਹ ਤੁਸੀਂ ਗੱਲ ਪਹਿਲਾਂ ਤਾਂ ਪੰਜਾਬ ਦੀ ਤਵਾਰੀਖ ਦੀ ਕੀਤੀ ਹੈ, ਪੰਜਾਬ ਦੇ ਇਤਿਹਾਸ ਦੀ ਕੀਤੀ ਹੈ, ਪੰਜਾਬ ਦੇ ਲਗਾਤਾਰ ਜਿਹੜੇ ਇੱਥੇ ਜੰਮ ਕਟੇ ਹੋਏ ਆ ਉਹਨਾਂ ਦੀ ਗੱਲ ਤੇ ਚਾਨਣਾ ਪਾਇਆ। ਸ਼ਹੀਦੀਆਂ ਦਾ ਇਤਿਹਾਸ। ਔਰ ਪੰਜਾਬ ਜਿਹੜਾ ਹੈਗਾ ਇਹ ਸਰਹੱਦੀ ਸੂਬਾ ਵੀ ਹੈ। ਔਰ ਇਹਦੇ ਵਿੱਚ ਜਦੋਂ ਇੱਕ ਜ਼ਮਾਨਾ ਸੀਗਾ, ਲੋਕ ਇੱਥੋਂ ਦੇ ਨੀਆਂ ਡੂੰਘੀਆਂ ਨਹੀਂ ਸੀ ਰੱਖਦੇ। ਉਹਨਾਂ ਨੂੰ ਪਤਾ ਸੀ ਕਿ ਹਮਲਾਵਰ ਆ ਜਾਣੇ ਆ, ਘੋੜੇ ਅੰਦਰ ਆ ਜਾਣੇ ਆ ਸਰਹੰਦ ਵਾਲੇ ਪਾਸੇ ਨੂੰ। ਔਰ ਅਬਦਾਲੀ, ਚੰਗੇਜ਼ ਔਰ ਗਜ਼ਮਲੀ, ਕਿੰਨੇ ਹਮਲਾਵਰ ਇਹਨਾਂ ਨੇ ਇੱਥੇ ਆ ਕੇ ਇਹਦੀ ਲੁੱਟਪਾਟ ਵੀ ਕੀਤੀ ਹੈ, ਮਾਰੇ ਹੋਏ ਵੀ ਆ, ਵੱਢ-ਫੱਟ ਵੀ ਕੀਤੀ ਆ, ਔਰ ਧਰਤੀ ਨੂੰ ਲਹੂ ਲੁਹਾਨ ਕੀਤਾ। ਔਰ ਇਸੇ ਧਰਤੀ ਦੇ ਵਿੱਚੋਂ ਬਹੁਤ ਵੱਡੇ ਜਰਨੈਲ ਵੀ ਉੱਠੇ ਨੇ ਜਿਨ੍ਹਾਂ ਦਾ ਨਾਂ ਲੈ ਕੇ ਪਠਾਨ ਕੰਬਦੇ ਸੀ, ਬੱਚੇ ਡਰਦੇ ਸੀ। ਹਰੀ ਸਿੰਘ ਨਲੂਆ ਵਰਗੇ ਜਰਨੈਲ ਵੀ ਇੱਥੇ ਪੈਦਾ ਹੋਏ। ਔਰ ਇਹਦੀ ਧਰਤੀ 'ਤੇ ਇਸ ਤਰ੍ਹਾਂ ਦੀਆਂ ਹਸਤੀਆਂ ਹੋਈਆਂ ਜਿਨ੍ਹਾਂ ਨੂੰ ਭੁੱਲ ਜਾਣਾ ਬਹੁਤ ਵੱਡੀ ਖੁਨਾਮੀ ਵੀ ਹੈ, ਬਹੁਤ ਵੱਡੀ ਗਲਤੀ ਵੀ ਹੈ। ਔਰ ਇਹ ਇਤਿਹਾਸ ਇਸੇ ਤਰ੍ਹਾਂ ਰਿਪੀਟ ਕਰਦਾ ਰਹਿੰਦਾ, ਹਿਸਟਰੀ ਰਿਪੀਟ ਇਟਸੈਲਫ ਇਸ ਤਰ੍ਹਾਂ ਚੱਲਦੀ ਰਹਿੰਦੀ ਹੈ। ਜਿਹੜੀ ਤੁਹਾਡੀ ਗੱਲ ਹੈ ਉਹ ਨੁਕਤੇਦਾਰ ਗੱਲ ਸੀ ਕਿ ਤੁਸੀਂ ਦੱਸਿਆ ਕਿ ਪੰਜਾਬ ਹੁਣ ਤੋਂ ਲੈ ਕੇ, ਸਦੀਆਂ ਤੋਂ ਲੈ ਕੇ ਇੱਥੋਂ ਤੱਕ ਪਹੁੰਚਣ ਦਾ ਸਮਾਂ ਜਿਹੜਾ ਹੈਗਾ, ਇਹ ਜਿਹੜਾ ਇਹਦਾ ਸਫ਼ਰਨਾਮਾ, ਜਿਹੜਾ ਇਹਦਾ ਇਤਿਹਾਸਨਾਮਾ ਹੈ, ਬੜਾ ਡੂੰਘਾ ਔਰ ਬੜਾ ਜਿਹੜੀਆਂ ਕੁਰਬਾਨੀਆਂ ਨਾਲ ਭਰਿਆ ਪਿਆ। ਔਰ ਇਹਦੇ ਵਿੱਚ 1857 ਤੋਂ ਲੈ ਕੇ ਹੁਣ ਤੱਕ 47 ਤੱਕ ਦੇ ਜਿਹੜੇ ਗਦਰ, ਜੋ ਲੜਾਈ, ਜੋ ਬਲੱਡ ਸ਼ੈਡ, ਜੋ ਤਸ਼ੱਦਦ ਹੋਇਆ, ਉਹਦਾ ਵੀ ਕੋਈ ਅਸੀਂ ਸ਼ਾਨ ਹੀ ਨਹੀਂ ਸਮਝਦੇ, ਕਿਉਂਕਿ ਇਹ ਲੋਕ ਸ਼ਹੀਦੀ ਦੇਣ ਲੱਗਣ ਨਹੀਂ ਡਰਦੇ। ਇਹ ਕਹਿੰਦੇ ਅਸੀਂ ਅੱਜ ਜਾਂ ਕੱਲ੍ਹ ਮਰਨਾ ਤਾਂ ਹੈ ਹੀ ਆ, ਭੇਡ ਵਾਂਗ 100 ਸਾਲ ਜੀਣ ਦਾ ਮਤਲਬ ਕੋਈ ਨਹੀਂ, ਜੀਣਾ ਤਾਂ ਸ਼ੇਰਾਂ ਵਾਂਗ ਜੀਓ, ਭਾਵੇਂ ਇੱਕ ਦਿਨ ਜੀਓ, ਇੱਕ ਦਿਨ ਜੀਓ। ਇਹਨਾਂ ਦੇ ਅੰਦਰ ਇਹ ਹਸਤੀ ਆ, ਇਹ ਸੋਚ ਆ। ਬਿਲਕੁਲ। ਔਰ ਸਾਡਾ ਸੱਭਿਆਚਾਰ, ਸਿੰਧੂ ਘਾਟੀ ਦੀ ਸੱਭਿਅਤਾ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਪੰਜਾਬ ਦੀ ਧਰਤੀ 'ਚ ਮਹੰਜੋਦੜਾ, ਹੜੱਪਾ ਜਿਹੜਾ ਇਹਦੇ ਵਿੱਚ ਹੀ ਰਿਹਾ। ਔਰ ਉਹਦੇ ਵਿੱਚ ਜੋ ਕੁਛ ਜੋ ਬਣਤਰ ਨਿਕਲ ਰਹੀ ਹੈ, ਸਾਰਾ ਕੁਛ ਪੰਜਾਬ ਦੇ ਲੋਕਾਂ ਦੀ ਸਬੂਤ ਹੈ, ਉਹਨਾਂ ਦਾ ਰਹਿਣ ਸਹਿਣ, ਖਾਣ ਪੀਣ ਦਾ। ਔਰ ਇਹ ਸ਼ਾਨ ਨਾਲ, ਠਾਠ ਬਾਠ ਨਾਲ ਜੀਂਦੇ ਆ, ਇਹ ਟੌਰ ਨਾਲ ਜੀਂਦੇ ਆ ਜਿਹਨੂੰ ਅਸੀਂ ਕਹਿੰਦੇ ਹਾਂ। ਔਰ ਇਹਨਾਂ ਦਾ ਚੱਲਣਾ ਜਿਹੜਾ ਹੈਗਾ ਸ਼ੇਰਾਂ ਵਾਂਗੂ ਚੱਲਣਾ ਹੁੰਦਾ। ਇਹਨਾਂ ਦੀ ਰਫਤਾਰ ਗੁਫਤਾਰ ਨੂੰ ਸਮਝਣਾ ਔਖਾ ਵੀ ਹੈ। ਔਰ ਇਹ ਸੱਚੇ ਨੇ ਮਨੋਂ। ਜਿਹੜਾ ਬੰਦਾ ਲੜਦਾ ਉਹਦੇ ਢੋਲ ਅੰਦਰੋਂ ਪੋਲ ਹੁੰਦਾ, ਜਿਹੜਾ ਲੜਦਾ ਬੰਦਾ ਉਹਦੇ ਅੰਦਰ ਨਹੀਂ ਕੁਛ ਵੀ ਹੁੰਦਾ। ਜਿਹੜਾ ਮੀਣਾ ਚੁੱਪ ਕੀਤਾ ਰਹਿੰਦਾ ਉਹਦੇ ਅੰਦਰ ਬੜਾ ਕੁਛ ਵਸਿਆ ਪਿਆ ਹੁੰਦਾ। ਤੁਸੀਂ ਇੱਕ ਵਾਰੀ ਬੁਛਾਰ ਕਰ ਦਿੱਤੀ, ਗਾਲਾਂ ਦੀ, ਲੜਾਈ ਦੀ, ਸਾਰਾ ਕੁਝ ਕਰਤਾ,
ਫਿਰ ਤੁਸੀਂ ਬਿਲਕੁਲ ਖਾਲੀਪਨ ਜੇ ਤੁਹਾਡੇ ਅੰਦਰ ਕੋਈ ਕਿਸ ਤਰ੍ਹਾਂ ਦੀ ਗਲਤ ਬਿਆਨਬਾਜ਼ੀ ਨਹੀਂ। ਔਰ ਤੁਸੀਂ ਹੁਣ ਆਹ ਜਿਹੜੀ ਗੱਲ ਕੀਤੀ ਆ, ਇਹ ਵੇਖੋ, ਇਹ ਜਿਹੜੀ ਹੁਣੇ ਮੁੱਦਾ ਉੱਠਿਆ ਵਿਰੋਧੀ ਜਿਹੜੀ ਪਾਰਟੀਆਂ ਉਹਨਾਂ ਵੱਲੋਂ ਕਿ ਪੰਜਾਬ ਵਿੱਚ ਹਫੜਾ ਦਫੜੀ ਪੈ ਗਈ ਹੈ, ਪੰਜਾਬ ਵਿੱਚ ਅਸ਼ਾਂਤੀ ਫੈਲ ਗਈ ਹੈ, ਬੜਾ ਕੁਛ ਹੈਗਾ। ਸਿਰਫ ਇਹ ਆਪਣੇ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਨਹੀਂ ਕਿਹਾ, ਜਿਹੜੇ ਸਾਬਕਾ ਮੁੱਖ ਮੰਤਰੀ ਰਹੇ ਨੇ, ਵਿਰੋਧੀ ਪਾਰਟੀਆਂ ਬਾਕੀ ਵੀ, ਸੁਖਬੀਰ ਬਾਦਲ ਵੀ ਕਹਿ ਰਹੇ ਨੇ, ਆਪਣਾ ਪ੍ਰਤਾਪ ਸਿੰਘ ਬਾਜਵਾ ਵੀ ਕਹਿ ਰਹੇ ਆ, ਔਰ ਰਾਜਾ ਵੜਿੰਗ ਵੀ ਕਹਿ ਰਹੇ ਆ। 5-7 ਬੰਦਿਆਂ ਦਾ ਇੱਕ ਹਜੂਮ ਹੈ ਨਾ, ਹੈਂਡਫੁਲ ਪੀਪਲ ਨੇ ਲੋਕ ਜਿਹੜੇ ਕਹਿੰਦੇ ਨੇ ਪੰਜਾਬ 'ਚ ਆਹ ਹੋ ਗਿਆ, ਉਹ ਹੋ ਗਿਆ। ਇਹ ਜੇ ਆਪਣੇ ਤੇ ਝਾਤੀ ਮਾਰ, ਜਦੋਂ ਇਹਨਾਂ ਦਾ ਰਾਜ ਸੀ ਉਦੋਂ ਵੀ ਇਹੀ ਕੁਛ ਹੁੰਦਾ ਰਿਹਾ। ਪੰਜਾਬ ਕਦੀ ਚੈਨ ਨਾਲ, ਸੁਖ ਚੈਨ ਨਾਲ ਨਹੀਂ ਬੈਠਾ। ਇੱਥੇ ਲੜਾਈਆਂ ਝਗੜੇ ਹੁੰਦੇ ਆ, ਔਰ ਕਈ ਕੁਛ ਅਕਸਾਉਂਦੇ ਲੋਕ, ਇਹਨਾਂ ਦੇ ਆਪਣੇ ਲੋਕ ਆ ਜਿਹੜੇ ਅਕਸਾਉਂਦੇ, ਮਰਵਾਉਂਦੇ, ਲੜਾਉਂਦੇ, ਸਾਰਿਆਂ ਨੂੰ ਉਹ ਗੱਲਾਂ ਹੈਗੀਆਂ। ਕਤਲ ਜਿਹੜਾ ਹੈਗਾ ਜ਼ਮੀਨਾਂ ਤੋਂ ਤਾਂ ਹੁੰਦੇ ਹੀ ਆ, ਲੜਾਈਆਂ ਹੁੰਦੀਆਂ ਹੋਈਆਂ। ਕੁਝ ਸਿਆਸੀ ਮੁੱਦੇ ਹੁੰਦੇ ਆ, ਸਿਆਸੀ ਮੁੱਦਿਆਂ ਤੋਂ ਵੀ ਲੜਾਈ ਹੁੰਦੀ ਆ, ਔਰ ਇਹਦੇ ਵਿੱਚ ਕੋਈ ਨਿੱਜੀ ਲੜਾਈ ਨਹੀਂ ਹੁੰਦੀ। ਜੇ ਹੁੰਦੀ ਲੜਾਈ ਤਾਂ ਲੋਕਾਂ ਦੀ, ਸਾਰਿਆਂ ਦੀ ਸਾਂਝ ਪਿਆਰੀ ਦੀ ਲੜਾਈ ਹੁੰਦੀ ਹੈ। ਔਰ ਇਹਨੂੰ ਜੇ ਅਸੀਂ ਵਿਅਕਤੀਗਤ ਤੌਰ 'ਤੇ ਵੇਖ ਲਈਏ ਤਾਂ ਗੱਲ ਸੋਚ ਤੋਂ ਬਾਹਰ ਦੀ ਗੱਲ ਹੈ। ਜੋ ਵੀ ਗੱਲ ਅਸੀਂ ਸੁਣਦੇ ਹਾਂ, ਜੋ ਗਿਣਦੇ ਹਾਂ, ਜੋ ਕਰਦੇ ਹੈਗੇ ਹਾਂ। ਹੁਣ ਜੇ ਲੜਾਈ ਹੋ ਰਹੀ ਹੈ ਤਾਂ ਭਗਵੰਤ ਮਾਨ ਤਾਂ ਡਾਂਗ ਲੈ ਕੇ ਨਹੀਂ ਉੱਥੇ ਜਾਂਦਾ, ਜਾਂ ਇਹ ਤਾਂ ਨਹੀਂ ਬੱਸ ਲੈ ਕੇ ਲੋਕਾਂ ਨੂੰ ਮਰਵਾਉਂਦਾ। ਉਹ ਤਾਂ ਚਾਹੁੰਦਾ ਸ਼ਾਂਤੀ, ਉਹਨੂੰ ਪਤਾ ਹੈ ਕਿ ਸ਼ਾਂਤੀ ਹੋ ਜੇ, ਮੇਰਾ ਰਾਜ ਹੈ। ਪਰ ਇਹ ਚਾਹੁੰਦੇ ਆ ਰਾਸ਼ਟਰਪਤੀ ਰਾਜ, ਪ੍ਰੈਜ਼ੀਡੈਂਟ ਰੂਲ। ਇਹ ਆਂਦੇ ਵੀ ਸ਼ੁੱਡ ਬੀ ਇੰਪੋਜ਼ਡ ਇਨ ਪੰਜਾਬ। ਇਹ ਇਹਨਾਂ ਦਾ ਇੱਕ ਥੋੜ੍ਹਾ ਜਿਹਾ ਹੈਗਾ ਵਾ। ਪਰ ਜਦੋਂ ਦੇਖੋ ਜਿਹਦੇ ਹੱਥ ਵਿੱਚ ਵਾਗਡੋਰ ਆਈ, ਉਹਨੇ ਟਾਈਮ ਪੂਰਾ ਕਰਨਾ। ਹੀ ਇਜ਼ ਸਿਲੈਕਟਡ ਫਰੋਮ ਪੀਪਲ। ਇਹ ਲੋਕਾਂ ਦਾ ਸਿਲੈਕਟਡ ਔਰ ਗਿਣਿਆ ਮਿਥਿਆ ਨੇਤਾ ਹੈਗਾ, ਔਰ ਇਹ 5 ਸਾਲ ਤਾਂ ਜਾਊਗਾ ਨਹੀਂ ਕਿਤੇ ਵੀ, ਸਾਰਾ ਕੁਛ ਹੈਗਾ। ਪਰ ਜੋ ਚਿੱਕੜ ਸੁੱਟਣਾ, ਸਾਰਾ ਕੁਛ ਕਰਨਾ ਇਹ ਹੈ ਹੀ ਆ। ਜੇ ਕੈਪਟਨ ਸਾਹਿਬ ਨੂੰ ਪੁੱਛਿਆ ਜਾਵੇ ਤਾਂ ਕਿੰਨੀ ਵਾਰੀ ਪਾਰਟੀਆਂ ਬਦਲ ਕੇ ਫਿਰ ਆਪਣੀ ਬਣਾ ਲਈ, ਉਦੋਂ ਉਹਨਾਂ ਨੂੰ ਨਹੀਂ ਸਮਝ ਆਉਂਦੀ। ਉਹ ਜਦੋਂ ਹਾਰ ਗਈ ਬੀਜੇਪੀ ਜਾ ਵੜੇ। ਇਹ ਆਪਣਾ ਵੀ ਤਾਂ ਥੋੜ੍ਹਾ ਜਿਹਾ ਵੇਖਣਾ ਚਾਹੀਦਾ। ਉਸ ਤੋਂ ਪਹਿਲਾਂ ਅਕਾਲੀ ਵੀ ਰਹੇ ਨੇ, ਅਕਾਲੀ ਰਹੇ, ਯੈਸ, ਔਰ ਕਾਂਗਰਸ ਵੀ ਰਹੇ ਨੇ। ਤੁਸੀਂ ਗੱਲ ਸਹੀ ਕੀਤੀ ਆ, ਕਿਉਂਕਿ ਇਹਨਾਂ ਦੀ ਜੜ ਤਾਂ ਅਕਾਲੀਆਂ ਨਾਲ, ਫਿਰ ਉਹਨਾਂ ਦੇ ਅਗੇਂਸਟ ਬੋਲਦੇ ਆ। ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਰਹੇ ਆ, ਉਦੋਂ ਬਾਅਦ ਇਹ ਨੁਕਤਾਚੀਨੀ ਕਰਦੇ ਰਹੇ, ਹੈ ਨਾ। ਫਿਰ ਇਹ ਸੁਖਬੀਰ ਬਾਦਲ ਨਾਲ ਅੱਡੇ ਫਾਇਲ ਲੈਂਦੇ ਰਹੇ। ਇਹਨਾਂ ਦੀ ਕਈ ਵਾਰੀ ਇੰਟਰਵਿਊ ਹੋਈ ਆ, ਸੁਖਬੀਰ ਬਾਦਲ ਜੀ ਵੀ ਬੜੀ ਅੱਛੀ ਇੰਗਲਿਸ਼ ਬੋਲ ਲੈਂਦੇ ਵੀ ਆ। ਇੱਕ ਇੰਟਰਵਿਊ ਚੱਲੀ ਸੀ ਇਹਨਾਂ ਦੇ ਕਿਸੇ ਚੈਨਲ 'ਤੇ, ਔਰ ਸੁਖਬੀਰ ਬਾਦਲ ਨੇ ਇਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਭੰਡਿਆ, ਬਹੁਤ ਕੁਛ ਕੀਤਾ। ਉਹਨਾਂ ਨੇ ਕਿਹਾ ਹੁਣ ਵੀ ਜਿਹੜੇ ਐਮਐਲਏ ਫੜੇ ਆ ਉਹ ਵੀ ਅਕਾਲੀ ਦਲ 'ਚੋਂ ਨਿਕਲ ਕੇ ਆਏ ਆ। ਅਮਿਤ ਜਿਹੜੇ ਹੈ ਨੇ ਫੜੇ ਹੋਣੇ, ਜਿਨ੍ਹਾਂ ਨੂੰ ਹੁਣ ਕੈਪਚਰ ਕਰਕੇ ਇਹਨਾਂ ਨੇ ਅੰਦਰ ਰੱਖਿਆ, ਉਹ ਵੀ ਅਕਾਲੀ ਦਲ ਦੇ ਹੈਗੇ। ਅਕਾਲੀ ਦਲ ਬਹੁਤ ਪੁਰਾਣੀ ਪਾਰਟੀ ਆ, ਉਹਦੇ ਵਿੱਚ ਬੜੇ ਪੁਰਾਣੇ ਨੇਤਾ ਵਾ। ਔਰ ਜਦੋਂ ਉਹਨਾਂ ਨੂੰ ਉੱਥੇ ਕੁਰਸੀ ਨਹੀਂ ਲੱਭਦੀ, ਕੋਈ ਪਦਵੀ ਨਹੀਂ ਮਿਲਦੀ, ਛੜਾਪਾ ਮਾਰ ਕੇ ਦੂਜੀ ਪਾਰਟੀ 'ਚ। ਐਕਚੁਅਲੀ ਖੰਨਾ ਜੀ, ਸਾਡੇ ਦਰਸ਼ਕ ਜਾਣਦੇ ਆ, ਜਿਹੜਾ ਇੰਡੀਆ ਵਾ ਇਹ ਮਲਟੀ ਪਾਰਟੀ ਸਿਸਟਮ ਆ। ਬਹੁਤ ਜਿਹੜਾ ਪਾਰਟੀ ਜਿਹੜਾ ਹੈ ਰਾਜ ਹੈਗਾ। ਅਤੇ ਜਿਹੜੇ ਬਾਹਰਲੇ ਕੰਟਰੀ ਹੈਗੇ ਆ, ਇੰਗਲੈਂਡ 2 ਪਾਰਟੀਆਂ, ਅਮਰੀਕਾ 2 ਪਾਰਟੀਆਂ, ਜੇ ਫਰਾਂਸ 2 ਪਾਰਟੀਆਂ। ਇੱਕ ਪਾਰਟੀ ਰਾਜ ਕਰਦੀ ਹੈ, ਦੂਜੀ ਨੁਕਤਾਚੀਨੀ ਕਰਦੀ ਜਾਂ ਉਹਨੂੰ ਰੋਕਦੀ ਹੈ। ਸਾਡੇ ਤਾਂ ਪੂਰੀ ਜੰਜ ਪਾਰਟੀਆਂ ਦੀ। ਅਸੰਤੁਸ਼ਟ ਕੋਈ ਹੋਵੇ ਤਾਂ ਸ਼ਾਮ ਨੂੰ ਆਪਣੀ ਪਾਰਟੀ ਬਣਾ ਕੇ ਬਹਿ ਜਾਂਦਾ ਹੈ, 10 ਬੰਦਿਆਂ ਨੂੰ ਨਾਲ ਲੈ ਕੇ। ਔਰ ਤੁਸੀਂ ਦੇਖੋ, ਮਤਲਬ ਓਪਰਚੁਨਿਸਟ ਲੋਕ ਆ ਅਸੀਂ, ਜਿੱਥੇ ਮੌਕਾ ਪ੍ਰਸਤ ਹੈਗੇ, ਜਿੱਥੇ ਮੌਕਾ ਮਿਲਦਾ ਤੁਰ ਪੈਂਦੇ ਆ। ਫਸਲੀ ਬਟੇਰੇ, ਜਿਹਨੂੰ ਫਸਲੀ ਬਟੇਰੇ ਕਹਿ ਸਕਦੇ ਹੋ। ਆ ਗਈਆਂ ਉਦੋਂ ਗੁੱਟ ਕਰਦੇ ਆ, ਬਟੇਰੇ ਬਣ ਕੇ ਆ ਜਾਣਾ ਚੁਗਣ ਲਈ। ਬਿਲਕੁਲ। ਪਰ ਇਹਦੇ 'ਚ ਇੱਕ ਵਰਡ ਆਉਂਦਾ ਹੈ, ਦਖਲ ਦੇਣਾ ਲਾਜ਼ਮੀ ਹੈ। ਹਾਂ, ਉਹਨੇ ਦਖਲ ਤੋਂ ਕੀ ਭਾਵ ਹੈ? ਇੱਕ ਤਾਂ ਹੁੰਦਾ ਨਾ ਕਿ ਸਹਾਇਤਾ ਕਰਨੀ ਲਾਜ਼ਮੀ ਹੈ, ਸਹਾਇਕ ਹੋਣਾ ਲਾਜ਼ਮੀ ਹੈ, ਕਿ ਕੇਂਦਰ ਸਪੋਰਟ ਕਰੇ। ਹੁਣ ਪੋਲਿਟਿਕਸ ਖੇਡਣਾ ਬੰਦ ਕਰੋ, ਕਿਉਂਕਿ ਪੰਜਾਬ ਸਟੇਟ ਦਾ ਜੋ ਮਾਹੌਲ ਹੈ ਉਹਦੇ ਵਾਸਤੇ ਸਪੋਰਟ ਜ਼ਰੂਰੀ ਹੈ ਕੇਂਦਰ ਦੀ। ਔਰ ਸਾਰੀ ਗੱਲਬਾਤ ਹੋਣੀ ਚਾਹੀਦੀ ਹੈ, ਡਾਇਲੋਗ ਨਾਲ ਹਰ ਗੱਲ ਕਲੀਅਰ ਹੋਣੀ ਚਾਹੀਦੀ ਹੈ। ਹਾਲਾਂਕਿ ਪਬਲਿਕ ਜਿਹੜੀ ਹੈ ਸਿਆਣੀ ਹੈ, ਪਬਲਿਕ ਨੇ ਬੜਾ ਸੰਤਾਪ ਹੰਡਾਇਆ ਹੈ। ਮੁੜ ਤੋਂ ਉਹ ਮਾਹੌਲ ਨਹੀਂ ਪੈਦਾ ਹੋਏਗਾ ਜੋ 1980 ਦਾ ਮਾਹੌਲ ਰਿਹਾ ਹੈ। ਇਸ ਤਰ੍ਹਾਂ ਹੀ ਸਾਰੇ ਮਾਹਿਰ ਮੰਨਦੇ ਨੇ, ਕਿਉਂਕਿ ਪਬਲਿਕ ਮੈਚੁਰ ਹੋ ਗਈ ਹੈ, ਉਹਨਾਂ ਨੇ ਦੇਖਿਆ ਕਿ ਕੀ ਹਾਲਾਤ ਹੋਏ ਨੇ। ਸਹੀ ਗੱਲ। ਸੋ ਇਸ ਵਕਤ ਪਬਲਿਕ ਦੇ ਨਾਲ ਸਪੋਰਟ ਕਰੇ ਕਾਂਗਰਸ, ਉਹ ਗੱਲ ਤੇ ਸਮਝ ਆਉਂਦੀ ਹੈ। ਇਹ ਦਖਲ ਦਵੇ ਦਾ ਕੀ ਮਤਲਬ ਹੈ? ਕਿ ਕੇਂਦਰ ਨੂੰ ਨਹੀਂ ਪਤਾ ਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ? ਦਖਲ ਦਾ ਮਤਲਬ ਇਹੀ ਹੈ ਜਿਹੜਾ ਆਪਾਂ ਅੱਗੇ ਜ਼ਿਕਰ ਕਰ ਚੁੱਕੇ ਹਾਂ। ਕੈਪਟਨ ਸਾਹਿਬ ਇਹ ਕਹਿੰਦੇ ਦਖਲ ਦਾ ਮਤਲਬ ਹੈ ਕਿ ਪ੍ਰੈਜ਼ੀਡੈਂਟ ਰੂਲ ਜਿਹੜਾ ਉਹ ਲਾਗੂ ਕੀਤਾ ਜਾਵੇ, ਤਾਂ ਕਿ ਇਹਨਾਂ ਨੂੰ ਨੁਕਰੇ ਲਾ ਦਿੱਤਾ ਜਾਵੇ। ਕਿ ਸ਼ਾਂਤੀ ਦਾ ਮਤਲਬ, ਜਦੋਂ ਕਿਸੇ ਸਟੇਟ 'ਚ ਰੌਲਾ ਪੈਂਦਾ, ਕੁਛ ਹੁੰਦਾ, ਐਮਰਜੈਂਸੀ ਲਾਗੂ ਹੋ ਜਾਂਦੀ ਹੈ, ਕੌਣ ਕਰਦਾ? ਪ੍ਰਧਾਨ ਮੰਤਰੀ। ਕੌਣ ਕਰਦਾ ਹੈਗਾ? ਹੋਮ ਮਿਨਿਸਟਰ। ਔਰ ਉਹਨਾਂ ਦੇ ਵਿੱਚ ਹੀ ਇਹ ਬੈਠੇ ਹੁੰਦੇ ਆ, ਕਿਉਂਕਿ ਇਹ ਵੀ ਸਿਆਸੀ ਮੁੱਦਿਆਂ ਨੂੰ ਜਾਣਦੇ ਆ। ਔਰ ਇਹਨਾਂ ਦੀ ਉਹਨਾਂ ਨੇ ਬੜਾ ਵੈਲਕਮ ਕੀਤਾ ਉਹਨਾਂ ਨੇ ਪਾਰਟੀ ਦੇ ਵਿੱਚ। ਔਰ ਇਹ ਅਸਲ 'ਚ ਚਾਹੁੰਦੇ ਸੀ ਗਵਰਨਰਸ਼ਿਪ ਚਾਹੁੰਦੇ ਸੀ ਕਿਸੇ ਸਟੇਟ ਦੀ। ਇਹਨਾਂ ਨੇ ਕਹਿਤਾ ਸੀਗਾ, ਇਹਨਾਂ ਦੀ ਸਟੇਟਮੈਂਟ ਆ ਕਿ ਜੇ ਸਾਨੂੰ ਜੋ ਵੀ ਮੈਨੂੰ ਸੇਵਾ ਬਖਸ਼ਣਗੇ ਪ੍ਰਧਾਨ ਮੰਤਰੀ ਸਾਹਿਬ ਮੋਦੀ ਸਾਹਿਬ, ਤਾਂ ਮੈਂ ਐਕਸੈਪਟ ਕਰੂੰਗਾ, ਮੈਂ ਸਵੀਕਾਰ ਕਰਕੇ ਉਸ ਕੁਰਸੀ 'ਤੇ ਬਿਰਾਜਮਾਨ ਹੋ ਜਾਊਗਾ। ਉਹ ਇਹਨਾਂ ਨੂੰ ਮਿਲਿਆ ਨੀਗਾ, ਉਹ ਤੀਰ ਇਹਨਾਂ ਦੇ ਹੱਥੋਂ ਨਿਕਲ ਗਿਆ। ਹੁਣ ਇਹਨਾਂ ਨੇ ਕਿਹਾ ਕਿ ਜੇ ਪੰਜਾਬ 'ਚ ਫਿਰ ਸਾਰਾ ਕੁਛ ਇਹ ਹੁੰਦਾ, ਐਮਰਜੈਂਸੀ ਲਾਗੂ ਹੋ ਜਾਏ, ਬੜਾ ਕੁਛ ਹੋ ਜਾਏ, ਤਾਂ ਉਦੋਂ ਬਾਅਦ ਫਿਰ ਪਾਰਟੀ ਜਿਹੜੀ ਉਹ ਭੰਗ ਹੋ ਜੂਗੀ। ਵਿਧਾਨ ਸਭਾ ਭੰਗ ਹੋਣ ਤੋਂ ਫਿਰ ਦੁਬਾਰਾ ਇਲੈਕਸ਼ਨ ਹੋਊਗੀ,
ਪੈਸਾ ਬਰਬਾਦ ਹੋਊਗਾ, ਫਿਰ ਲੋਕ ਵੋਟਾਂ ਪਾਉਣਗੇ, ਹੋ ਸਕਦਾ ਕਹਿੰਦਾ ਉਹਦੇ ਵਿੱਚ ਸਾਡੀ ਕਿਸਮਤ ਪੂਰੀ ਖੁੱਲ੍ਹ ਜੇ। ਇਹ ਸਾਰੀਆਂ ਪਾਰਟੀਆਂ ਦੇ ਜਿੰਨੇ ਨੇਤਾ ਨੇ ਬੈਠੇ ਨੁਕਰੋ ਨੁਕਰੀ ਇਹੀ ਚਾਹ ਰਹੇ ਆ। ਔਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ, ਬੜੀ ਪਾਏਦਾਰ ਗੱਲ ਸੀ ਕਿ ਪਬਲਿਕ ਨਹੀਂ ਇਹ ਗੱਲ ਚਾਹੁੰਦੀ ਕਿ ਲੋਕਾਂ 'ਚ ਰੋਸ ਜ਼ਾਹਰ ਕੀਤਾ ਜਾਵੇ, ਲੋਕ ਗੁੱਸੇ 'ਚ ਆ ਜਾਣ ਜਾਂ ਲੋਕ ਇਸ ਪਾਰਟੀ ਨੂੰ ਤਲਾਂਜਲੀ ਦੇ ਦੇਣ। ਉਹ ਨਹੀਂ ਹੈਗੀ। ਲੋਕਾਂ ਨੂੰ ਪਤਾ ਕਿ ਜਿੰਨੀ ਜੋਗੇ ਹੈਗੇ ਉਹ ਕਰੀ ਜਾਂਦੇ ਆ। ਹੁਣ ਜਿੰਨੇ ਗਰੀਬ ਸੀਗੇ, ਇੱਕ ਰੌਲਾ ਸੀਗਾ ਲੋਕਾਂ ਦਾ ਜਨਰਲ ਕੈਟਾਗਰੀ ਦਾ ਕਿ ਸਾਨੂੰ ਬਿਜਲੀ ਕਿਉਂ ਨਹੀਂ ਦਿੱਤੀ ਜਾਂਦੀ ਮੁਫਤ, ਔਰ ਦੂਜੇ ਗਰੀਬ ਲਈ ਜਾਂਦੇ ਆ। ਗਰੀਬਾਂ ਨੂੰ ਦੇ ਦਿੱਤੀ ਉਹਨਾਂ ਨੇ, ਇਹਨਾਂ ਨੇ ਬੜੀ ਵਧੀਆ ਤਕਸੀਮ ਕੀਤੀ ਹੈ ਰਿਜ਼ਰਵ ਘਟਾਓ ਦੇ ਨਾਲ। ਹੁਣ ਜੇ 600 ਯੂਨਿਟ ਤੁਸੀਂ ਵਰਤ ਸਕਦੇ ਜੇ ਜਨਰਲ ਕੈਟਾਗਰੀ ਵਾਲੇ, ਤੇ ਬੜੀ ਸ਼ਾਨੋ ਸ਼ੌਕਤ ਨਾਲ ਵਰਤੋ। ਜੇ ਤੁਸੀਂ 600 ਦੇ ਉੱਪਰ ਚੱਲ ਜਾਓਗੇ ਤੇ ਫਿਰ ਤੁਹਾਡੇ ਤੇ ਉਹ ਸਾਰੀ ਪਾਬੰਦੀ ਲਾ ਕੇ ਸਾਰਿਆਂ ਦਾ ਬਿੱਲ ਦੇਣਾ ਪਊ। ਇਹ ਅੱਛੀ ਗੱਲ ਆ। ਹਰ ਬੰਦਾ ਮੀਟਰ ਵੱਲ ਵੇਖਦਾ ਰਹਿੰਦਾ ਵੀ ਯਾਰ ਕਿੰਨੇ ਯੂਨਿਟ ਮੇਰੇ ਬਲ ਚੁੱਕੇ ਆ, ਕਿੰਨਾ ਕੁ ਹੋ ਗਿਆ। ਔਰ ਉਹਨਾਂ ਲੋਕਾਂ ਨੂੰ ਇਹਨਾਂ ਨੇ ਕੀਤਾ ਕਿ ਜਿਹੜੇ 600 ਮਾਫ ਆ ਤੁਹਾਡਾ, 600 ਤੋਂ ਉੱਪਰਲੇ ਜਿਹੜੇ ਉਹਦਾ ਤੁਸੀਂ ਸਾਨੂੰ ਬਿੱਲ ਦਿਓਗੇ। ਕਿੰਨੀ ਅੱਛੀ ਗੱਲ ਆ। ਔਰ ਇਹ 'ਤੇ ਕਿੰਨੀ ਨੁਕਤਾਚੀਨੀ ਹੋਈ। ਕਿਹੜਾ ਲੀਡਰ ਨਹੀਂ ਸੀ ਬੋਲਿਆ। ਹੁਣ ਸਾਰੇ ਚੁੱਪ ਹੈਗੇ ਆ, ਲੋਕ ਖੁਸ਼ ਹੈਗੇ ਆ। ਔਰ ਰਹੀ ਗੱਲ ਪੈਸੇ ਦੀ, ਇਹਨਾਂ ਨੂੰ ਜਿਹੜਾ ਪੈਸਾ ਬੀਬੀਆਂ ਨੂੰ ਦੇਣਾ ਕਰਨਾ ਉਹ ਇਹਨਾਂ ਨੇ ਮੰਨ ਲਿਆ। ਉਹ ਕਹਿੰਦੇ ਅਸੀਂ ਥੋੜ੍ਹਾ ਬਹੁਤਾ ਨਿਵੇਸ਼ ਕਰਵਾ ਰਹੇ ਹਾਂ ਪਾਰਟੀਆਂ 'ਚ, ਅਸੀਂ ਮੰਨ ਰਹੇ ਹਾਂ ਸਾਡੀ ਇਹ ਗੱਲ ਹਾਰ ਹੈਗੀ, ਅਸੀਂ ਦੇਵਾਂਗੇ ਜ਼ਰੂਰ। ਔਰ ਇਹਨਾਂ ਨੇ ਐਕਸੈਪਟ ਕਰ ਲਿਆ। ਔਰ ਦੇਖੋ ਜਿਹੜੀ ਵੱਡੀ ਚੀਜ਼ ਸੀ ਕਿ ਬਿਜਲੀ ਹੁਣ ਗਰਮੀ ਆ ਗਈ ਹੈ, ਬਿਜਲੀ ਤੋਂ ਬਗੈਰ ਇਹ ਲਾਈਫ ਹੈ ਬਿਜਲੀ ਤੁਹਾਡੀ, ਜਿਹਦੇ ਵਿੱਚ ਫਰਿੱਜ ਸਮਾਨ ਠੰਡਾ ਹੋਣਾ, AC ਚੱਲਣੇ ਹੈਗੇ, ਪੱਖੇ ਚੱਲਣੇ ਆ, ਹੈ ਨਾ। ਹੁਣ ਤੁਹਾਡੇ ਪਿੱਪਲ ਬੋਰਡ ਤਾਂ ਨਹੀਂ, ਲਾਈਫ ਚੇਂਜ ਹੋ ਚੁੱਕੀ ਹੈ, ਬਦਲ ਚੁੱਕੀ ਹੈ। ਨਾ ਪਿੱਪਲ, ਨਾ ਬੋਰਡ, ਨਾ ਟਾਹਲੀਆਂ, ਨਾ ਨਿੰਮਾਂ, ਨਾ ਤੂਤ, ਕੋਈ ਵੀ ਨਹੀਂ ਰਹਿ ਗਏ। ਤੂਤਾਂ ਵਾਲਾ ਖੂਹ ਜਦੋਂ ਹੁੰਦਾ ਸੀ ਆਪਾਂ ਉੱਥੇ ਜਾ ਕੇ ਸਾਡਾ ਖੂਹ ਚੱਲਦਾ ਹੁੰਦਾ ਸੀ, ਕਿਆਰੇ ਭਰਦੇ ਸੀ ਪਾਣੀ ਨਾਲ, ਨੱਕੇ ਮੋੜਦੇ ਸੀ, ਹੈ ਨਾ। ਡੰਗਰ ਵੱਛਾ ਉੱਥੇ ਹੁੰਦਾ ਹੈਗਾ, ਉੱਥੇ ਚਾਵਾਂ ਪੀਂਦੇ ਸੀ। ਉਹ ਲਾਈਫ ਗਈ। ਹੁਣ ਲਾਈਫ ਹੈਗੀ ਹੈ ਘਰ ਦੀ, ਡਰਾਇੰਗ ਰੂਮ 'ਚ ਬਹਿ ਕੇ ਗੱਲਾਂ ਕਰਨ ਦੀ, ਪੜ੍ਹਨ ਦੀ, ਕੰਪਿਊਟਰ ਚਲਾਉਣ ਦੀ। ਔਰ ਇਹਨੂੰ ਕੀ ਕੌਣ ਕਰ ਰਿਹਾ? ਬਿਜਲੀ ਪੂਰੀ ਕਰੂਗੀ। ਅੱਜ ਤੁਹਾਨੂੰ ਇਹ ਵੀ ਗੱਲ ਤਾਂ ਪਤਾ ਹੋਣਾ ਕਿ ਜਦੋਂ ਭਗਵੰਤ ਮਾਨ ਜੀ ਨੇ RK ਸਿੰਘ ਜਿਹੜੇ ਉੱਥੇ ਮੰਤਰੀ ਨੇ, ਬਿਜਲੀ ਮੰਤਰੀ, ਉਹਨਾਂ ਨਾਲ ਗੱਲਬਾਤ ਕਰ ਰਹੇ ਆ, ਕਿਉਂਕਿ ਇਹਦੇ ਵਿੱਚ ਥੋੜ੍ਹਾ ਬਹੁਤ ਪੈਸਾ ਸੈਂਟਰ ਵੀ ਦਿੰਦੀ ਆ। ਔਰ ਉਹਨਾਂ ਨੇ ਹੁਣ ਉਹਦੇ ਨਾਲ ਗੱਲਬਾਤ ਕਰਕੇ ਮੁੱਦਾ ਨੂੰ ਉਹਨਾਂ ਨੇ ਕਹਿਣਾ ਕਿ ਅਸੀਂ ਅੱਗੇ ਤਾਂ ਕੁਝ ਦੇ ਨਹੀਂ ਸਕੇ, ਆਹ ਜੋ ਦਿੱਤਾ ਇਹਨੂੰ ਤਾਂ ਪੂਰਾ ਰਹਿਣ ਦਿਓ। ਜੇ ਸਾਡੇ ਹੱਥੋਂ ਖੁੱਸ ਗਿਆ ਤਾਂ ਲੋਕਾਂ ਨੇ ਸਾਡੇ ਮਗਰ ਡਾਂਗਾਂ ਫੇਰਨੀ। ਐਗਜ਼ੈਕਟਲੀ। ਇਸ ਕਰਕੇ ਹੁਣ ਜੇ ਸਿਰਫ ਇਸ ਵਾਸਤੇ ਕਿ ਦੁਬਾਰਾ ਸਾਨੂੰ ਚਾਂਸ ਮਿਲ ਜਾਵੇ ਬਣਨ ਦਾ, ਰੀ-ਇਲੈਕਸ਼ਨਸ ਹੋਣ, ਗਵਰਨਮੈਂਟ ਭੰਗ ਹੋ ਜਾਵੇ। ਹੁਣ ਦੱਸੋ, ਹੁਣ ਜੇ ਆਪਾਂ ਸਿੱਧੀ ਬਾਟਮ ਲਾਈਨ ਤੇ ਆਈਏ, ਪੰਜਾਬ ਦਾ ਸਗਾ ਕੌਣ, ਪੰਜਾਬ ਦੇ ਲੋਕਾਂ ਦਾ ਸਗਾ ਕੌਣ, ਇਹਦਾ ਕੀ ਜਵਾਬ ਹੈ? ਹਾਂ, ਸਹੀ ਗੱਲ ਹੈ। ਆਹ ਤੁਸੀਂ ਗੱਲ ਕੀਤੀ ਜਿਹੜੀ ਆ, ਇਹ ਗੱਲ ਬੜੀ ਸਿੱਟੇ 'ਤੇ ਪਹੁੰਚਣ ਵਾਲੀ ਗੱਲ ਹੈ ਕਿ ਸਕਾ ਜਿਹੜਾ ਹੁੰਦਾ ਨਾ, ਸਕੇ ਹੁੰਦੇ ਭਾਈਚਾਰਾ ਜਿਸ ਵਿੱਚ ਸ਼ਰੀਕ ਭਾਈਵਾਲ, ਜਿਨ੍ਹਾਂ ਨੂੰ ਅਸੀਂ ਸਕੇ ਕਹਿੰਦੇ ਹਾਂ। ਉਹ ਕਹਿੰਦੇ ਤੇਰਾ ਸਕਾ ਭਰਾ ਵਾ, ਦੈਟ ਕਿ ਹੀ ਯੂ ਆਰ ਰੀਅਲ ਬ੍ਰਦਰ। ਸਕੇ ਤੋਂ ਮਤਲਬ ਇਹ ਹੈ। ਅਤੇ ਅੰਗਰੇਜ਼ਾਂ ਨੂੰ ਸਕੇ ਦਾ ਤਾਂ ਨਹੀਂ ਪਤਾ, ਜੇ ਰੀਅਲ ਕਹਾਂਗੇ ਕਿ ਇਜ਼ ਮਾਈ ਇਲਡਰ ਰੀਅਲ ਬ੍ਰਦਰ ਤਾਂ ਫਿਰ ਪਤਾ ਲੱਗ ਜੂਗਾ। ਸਕੇ ਦਾ ਮਤਲਬ ਹੈ ਲੋਕਾਂ ਦੀ ਭਲਾਈ, ਲੋਕਾਂ ਦਾ ਪਿਆਰ, ਖੂਨ ਦਾ ਰਿਸ਼ਤਾ। ਉਹ ਕਿਤੇ ਨਹੀਂ ਹੈਗਾ ਪੰਜਾਬ 'ਚ। ਸਾਂਝੀਵਾਲਤਾ, ਭਾਈਚਾਰਕ ਸਾਂਝ। ਪਰ ਇਹ ਪੰਜਾਬ 'ਚ ਨਹੀਂ ਕਿਸੇ ਨਾਲ ਵੀ ਹੈਗਾ। ਪੰਜਾਬ ਦੇ ਸ਼ੁਰੂ ਤੋਂ ਲੋਕ ਮੋਢੀ ਦੁਸ਼ਮਣ ਰਹੇ ਆ। ਨਾਲ ਦੇ ਪ੍ਰਦੇਸ਼, ਦੇਸ਼, ਪਠਾਨ, ਅੰਗਰੇਜ਼, ਸਾਰੇ ਲੋਕ ਇਹਨਾਂ ਨੂੰ ਖਾਣ 'ਤੇ ਰਹੇ ਆ। ਜਦ ਅਸੀਂ ਵੇਖੀਏ ਤਾਂ ਸਾਡਾ ਜਿੰਨਾ ਕੁਛ ਹੈਗਾ ਲੰਡਨ ਦੀਆਂ ਮਿਊਜ਼ੀਅਮ 'ਚ ਪਿਆ ਹੈਗਾ। ਕੋਹੀਨੂਰ ਹੀਰਾ ਉੱਥੇ ਪਿਆ, ਮਹਾਰਾਜਾ ਰਣਜੀਤ ਸਿੰਘ ਦੀ ਤਖਤ ਉੱਥੇ ਪਿਆ। ਔਰ ਸੋਨਾ ਜਿੰਨਾ ਇੱਥੋਂ ਅਸੀਂ ਲੈ ਕੇ ਉਹ ਗਏ, ਕੋਈ ਅਬਦਾਲੀ ਲੈ ਗਿਆ, ਕੋਈ ਨਾਦਰ ਦੀ ਆਪਾਂ ਜ਼ਿਕਰ ਕੀਤਾ, ਕੋਈ ਗਜ਼ਨਵੀ ਲੈ ਗਿਆ। 17 ਦਾ ਹਮਲੇ ਕੀਤੇ ਉਹਨਾਂ ਨੇ, ਤਾਂ ਰਹਿਣਾ ਇੱਥੇ ਕੀ ਸੀਗਾ। ਫਿਰ ਵੀ ਪੰਜਾਬੀ ਜਿਉਣਾ ਜਾਣਦੇ ਆ, ਪੰਜਾਬੀ ਟੌਰ ਨਾਲ ਰਹਿਣਾ ਜਾਣਦੇ ਆ, ਲੜਨਾ ਵੀ ਜਾਣਦੇ ਆ, ਖਾਂਦੇ ਵੀ ਚੰਗਾ, ਪੀਂਦੇ ਵੀ ਚੰਗਾ, ਔਰ ਪਗੜੀਆਂ ਸੋਹਣੀਆਂ ਬੰਨ੍ਹਦੇ ਆ, ਪੁਸ਼ਾਕਾਂ ਸੋਹਣੀਆਂ ਪਾਉਂਦੇ ਆ, ਔਰ ਖੁੱਸੇਦਾਰ ਜੁੱਤੀ ਪਾ ਕੇ ਚੱਲਦੇ ਵੀ ਟੌਰ ਨਾਲ ਹੈਗੇ ਆ। ਇਹ ਕਹਿੰਦੇ ਵੀ ਜੇ ਕਮਾਉਣਾ ਤਾਂ ਕਮਾਓ, ਜੇ ਖਾਣਾ ਤਾਂ ਖਾਓ, 5 ਦਿਨ ਕਮਾਓ ਤਾਂ 4 ਦਿਨ ਖਾਓ। ਹੁਣ ਜੇ ਤੁਸੀਂ ਕਿਹਾ ਸਕੇ ਭਾਈਚਾਰੇ ਦੀ ਗੱਲ, ਮੈਂ ਇੱਕ ਗੱਲ 'ਚ ਨਿਬੇੜ ਦਿੱਤੀ ਆ। ਇੱਥੇ ਤਾਂ ਇਹ ਆਪੋ ਆਪਣੇ ਇੱਕ ਦੂਜੇ ਦੀਆਂ ਪਿੜੀਆਂ ਵੱਢੀ ਜਾਂਦੇ ਤੇ ਥੱਲਿਓ। ਤਦੇ ਕਰਕੇ ਪੰਜਾਬ ਨੂੰ ਥੋੜ੍ਹਾ ਜਿਹਾ ਖੁਸ਼ਹਾਲ ਹੋਣਾ ਔਖਾ ਰਿਹਾ। ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਪੰਜਾਬ ਦੀ ਖੁਸ਼ਹਾਲੀ ਦੇ ਖੰਭ ਖੋਹ ਦਿੱਤੇ ਆ ਸਿਰਫ ਆਪਣੇ ਬੰਦਿਆਂ ਨੇ। ਜਦੋਂ ਤੁਹਾਨੂੰ ਪਤਾ ਹੋਣਾ ਹੈਗਾ, ਹਿਸਟਰੀ ਪੜ੍ਹੀ, ਜਦੋਂ ਮਹਾਰਾਜਾ ਰਣਜੀਤ ਸਿੰਘ ਇੱਥੇ ਸੀਗੇ, ਜਦੋਂ ਤੁਸੀਂ ਗੱਲ ਕੀਤੀ ਕਾਬਲ ਕੰਧਾਰ ਦੇ ਪੂਰੇ ਇੰਡੀਆ ਦਾ ਜਿਹੜਾ ਨਕਸ਼ਾ ਦਿੱਤਾ ਪੰਜਾਬ ਦਾ, ਔਰ ਮਹਾਰਾਜਾ ਰਣਜੀਤ ਸਿੰਘ ਨੇ ਪੂਰੀ ਦੁਨੀਆ ਜਿੱਤ ਲਈ ਸੀ, ਸਾਰਾ ਪਾਸੇ ਇੱਦਾਂ ਸੀ। ਸਿਕੰਦਰ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਹੀ ਸਾਰਾ ਰੋਬ ਸੀਗਾ। ਪਰ ਉਦੋਂ ਬਾਅਦ ਉਹਨਾਂ ਨੂੰ ਕਿਹਨੇ ਠਿੱਬੀ ਲਾਈ, ਕਿਹਨੇ ਮਰਵਾਇਆ? ਜਿੰਨੇ ਵੀ ਡੋਗਰੇ ਸੀਗੇ, ਧਿਆਨ ਸਿੰਘ ਡੋਗਰਾ, ਗੁਲਾਬ ਸਿੰਘ ਡੋਗਰਾ, ਜਿਹੜਾ ਤੁਸੀਂ ਕਿਹਾ ਵੀ ਭਾਈਚਾਰਕ ਸਾਂਝ, ਉਹ ਉਹਨਾਂ ਦੇ ਪ੍ਰਧਾਨ ਮੰਤਰੀ, ਉਹਨਾਂ ਦੇ ਮੁੱਖ ਮੰਤਰੀ, ਉਹਨਾਂ ਨੇ ਢਾਹ ਲਾ ਕੇ ਅੰਗਰੇਜ਼ਾਂ ਨਾਲ ਮਿਲ ਗਏ। ਅੰਗਰੇਜ਼ਾਂ ਨਾਲ ਜੋ ਭੇਦ ਦੇ ਦਿੱਤਾ ਸਾਰਾ ਕੁਛ, ਉਹ ਘਰ ਦਾ ਭੇਤੀ ਲੰਕਾ ਢਾਏ। ਮਹਾਰਾਜਾ ਰਣਜੀਤ ਸਿੰਘ ਦਾ ਨਾਸ਼ ਕਰ ਦਿੱਤਾ ਉਹਨਾਂ ਨੇ, ਖੜਕ ਸਿੰਘ ਨੂੰ ਮਰਵਾ ਦਿੱਤਾ, ਹੈ ਨਾ। ਮਹਾਰਾਜਾ ਦਲੀਪ ਸਿੰਘ ਨੂੰ ਉਹਨਾਂ ਦੇ ਕੈਪਚਰ ਕਰਵਾ ਕੇ ਇੰਗਲੈਂਡ ਭਜਵਾ ਦਿੱਤਾ। ਮਹਾਰਾਣੀ ਜਿੰਦਾ ਵਿਚਾਰੀ ਰੋਂਦੀ ਰੋਂਦੀ ਮਰ ਗਈ। ਔਰ ਇਹ ਗੱਲ ਹੋਈ ਹੈ ਪੰਜਾਬ ਦੀ।
ਨਹੀਂ ਤੇ ਪੰਜਾਬ ਦਾ ਅੱਜ ਦਾ ਸਟੇਟਸ ਜੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਬਣਾਇਆ ਸੀ, ਕਦੀ ਥੱਲੇ ਨਹੀਂ ਸੀ ਹੋਣਾ। ਔਰ ਇਹਨੂੰ ਕੌਣ ਕਰਨ ਵਾਲੇ? ਸਾਡੇ ਲੋਕ, ਭੇਤੀ ਲੋਕ, ਸਾਡੇ ਸਾਰੇ। ਕੋਈ ਚੇਅਰਮੈਨ ਬਣਨਾ ਚਾਹੁੰਦਾ ਸੀ, ਕੋਈ ਜ਼ਮੀਨਾਂ ਖਾਣਾ ਚਾਹੁੰਦਾ ਸੀ, ਕੁਝ ਕਰਨਾ ਚਾਹੁੰਦਾ ਸੀ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ, ਅਰਦਾਸ ਕਰਕੇ ਫਿਰ ਅੱਗੇ ਯੋਧਿਆਂ ਨੂੰ ਭੇਜਦੇ ਸੀਗੇ। ਉਹ ਉਹਨਾਂ ਦੀ ਓਟ ਨਾਲ ਤੁਰਦੇ ਸੀਗੇ। ਔਰ ਕਿੱਥੇ ਕਿੱਥੇ ਕੀ ਨਹੀਂ ਬਣਾਇਆ। ਮੰਦਰਾਂ 'ਚ ਵੀ ਉਹਨਾਂ ਨੇ ਇੰਨਾ ਸੋਨਾ ਚੜਾਇਆ। ਜਵਾਲਾ ਜੀ, ਚਿੰਤਪੁਰਨੀ, ਔਰ ਸਾਰੇ ਮੰਦਰਾਂ ਵਿੱਚ ਹੀ ਉਹਨਾਂ ਨੇ। ਔਰ ਜਿੰਨੇ ਕ੍ਰਿਸਚਨ ਸੀ ਉਹਨਾਂ ਨੂੰ ਵੀ ਵੰਡਿਆ ਉਹਨਾਂ ਨੇ। ਔਰ ਹਰ ਧਰਮ ਦੇ ਵਿੱਚ ਉਹਨਾਂ ਨੇ ਵਿਆਹ ਕਰਾਇਆ। ਕਿੰਨੇ ਸੈਕੂਲਰ, ਕਿੰਨੇ ਸਰਵਪੱਖੀ ਨੇਤਾ ਸੀਗੇ। ਔਰ ਉਹਨਾਂ ਦੀ ਰੀਸ ਕਰਨੀ ਸ਼ਾਇਦ ਹੀ ਕੋਈ ਕਰੇ। ਮਤਲਬ ਇਹ ਹੈ ਕਿ ਕੁਦਰਤ ਆਪਣਾ ਆਹ ਰੋਲ ਹਮੇਸ਼ਾ ਨਿਭਾਉਂਦੀ ਹੈ ਜੀ। ਤੁਸੀਂ ਜਿੰਨਾ ਮਰਜ਼ੀ ਰੋਕਣ ਦੀ ਕੋਸ਼ਿਸ਼ ਕਰੋ, ਜੀਵਨ ਆਪਣਾ ਰਾਹ ਲੱਭ ਲੈਂਦਾ ਹੈ। ਬਿਲਕੁਲ, ਜੀਵਨ ਚੱਲਦਾ ਰਹਿੰਦਾ ਹੈ। ਸੋ ਇਹ ਜੀਵਨ ਨੂੰ ਸਪੋਰਟ ਕਰੋ। ਇਹ ਸਭ ਜਿਹੜੀ ਆਪਸ ਦੀ ਖਿੱਚਾਤਾਨੀ ਹੈ ਨਾ, ਖਤਮ ਕਰਕੇ ਪੰਜਾਬ ਸਟੇਟ ਨੂੰ ਸੰਭਾਲ ਲਵੋ। ਇਹ ਹਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਸੰਭਾਲ ਲਵੋ ਪੰਜਾਬ ਸਟੇਟ ਨੂੰ। ਅੱਗੇ ਸਾਡੇ ਨੇਤਾ ਹੀ ਕਰ ਰਹੇ ਆ, ਕੋਈ ਆਮ ਬੰਦਾ ਤਾਂ ਨਹੀਂ ਕਰ ਰਿਹਾ। ਨੇਤਾ ਹੀ ਕਰਦੇ ਆ ਜਿਹੜੇ ਹੁਣ ਤੁਸੀਂ ਪੜ੍ਹ ਰਹੇ ਜੇ ਨੇਤਾ ਦੇ ਬਾਰੇ ਕਿਹਨੇ ਕੀ ਕੀਤਾ, ਇਹ ਲੱਭਦੇ ਰਹਿੰਦੇ ਆ ਵੀ ਇਹਦੇ ਵਿੱਚ ਇਹਨਾਂ ਦੀ ਕੀ ਕਮੀ ਆ। ਕਮੀ ਤਾਂ ਹਰ ਬੰਦੇ 'ਚ ਹੈਗੀ ਆ, ਹੈ ਨਾ। ਡੀਮੈਰਿਟਸ ਹੁੰਦੇ ਹੀ ਆ, ਮੈਰਿਟਸ ਬਹੁਤ ਘੱਟ ਹੁੰਦੇ ਆ। ਪਰ ਇਹ ਆਪਣੇ ਪੀੜ੍ਹੀ ਥੱਲੇ ਨੇ ਸੋਟਾ ਮਾਰਦੇ ਹੋਏ ਅਸੀਂ ਵੀ ਰਾਜ ਕੀਤਾ। ਜੇ ਲੋਕਾਂ ਨੂੰ ਇਕੱਠਾ ਕਰ ਲਿਆ ਜਾਵੇ ਤੇ ਸਾਰੇ ਮੰਤਰੀ, ਮੁੱਖ ਮੰਤਰੀ ਰਹੇ ਆ। ਪ੍ਰਤਾਪ ਸਿੰਘ ਕਹਿਰੋਂ ਤੇ ਜ਼ਿੰਦਾ ਨਹੀਂ ਗਏ। ਇਹਨਾਂ ਨੂੰ ਇਕੱਠਾ ਕਰ ਲਿਆ ਜੇ ਲੋਕ ਕਹਿਣਗੇ ਕਿ ਆਹ ਬੰਦੇ ਦੀਆਂ ਊਣਤਾਈਆਂ ਰਹੀਆਂ, ਮੂੰਹ 'ਤੇ ਕਹਿਣਗੇ ਲੋਕ। ਔਰ ਇਹਨਾਂ ਨੂੰ ਉਦੋਂ ਪਤਾ ਲੱਗੂਗਾ। ਬਿਆਨ ਛੱਡਣੇ, ਪ੍ਰਚਾਰ ਕਰਨਾ, ਹੈ ਨਾ, ਬਿਆਨਬਾਜ਼ੀ ਕਰਨੀ, ਔਰ ਸਾਰੀਆਂ ਗੱਲਾਂ ਤੇ ਸ਼ਹੀਦਾਂ ਨਾਲ ਜੋੜਨੀਆਂ, ਗੁਰੂਆਂ ਨਾਲ ਜੋੜਨੀਆਂ, ਉਹ ਗੱਲਾਂ ਤਾਂ ਇਹਨਾਂ ਕੋਲ ਹੁੰਦੀਆਂ ਹੀ ਪੂਰੀਆਂ। ਅਸੀਂ ਗੁਰੂ ਮਹਾਰਾਜ ਦੀ ਓਟ ਲੈਂਦੇ ਹਾਂ, ਅਸੀਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਅਸੀਂ ਕਹਿੰਦੇ ਹਾਂ ਕਿ ਇੱਥੋਂ ਨਸ਼ਾ ਬੰਦ ਕਰ ਦਾਂਗੇ। ਫਿਰ ਹੀ ਤਸਕਰੀ ਆਪਣੀ, ਫਿਰ ਹੀ ਇਹਨਾਂ ਦੇ ਨੇਤਾ, ਇਹਨਾਂ ਦੇ MLA ਸਾਰਾ ਕੁਝ ਫੜੇ ਵੀ ਗਏ, ਬੜਾ ਕੁਝ ਹੋਇਆ। ਇਹ ਗੱਲਾਂ ਪੂਰੀਆਂ ਕਰਨੀਆਂ ਜ਼ੁਬਾਨ ਦਾ ਨਹੀਂ ਹੱਕ, ਇਹ ਸਿਰਫ ਤੇ ਸਿਰਫ ਸੱਚ ਦਾ ਹੱਕ। ਬਿਲਕੁਲ ਜੀ। ਹੁਣ ਕੰਮ ਕਰਨ ਵਾਲੇ ਲੋਕ ਚਾਹੀਦੇ ਨੇ, ਬਿਆਨ ਬਹਾਦਰ ਨਹੀਂ ਚਾਹੀਦੇ। ਕੰਮ ਕਰਕੇ ਬਹਾਦਰੀ ਖੱਟ ਕੇ ਦਿਖਾਓ ਤਾਂ ਮਜ਼ਾ ਆਉਂਦਾ ਹੈ ਸਹੀ ਗੱਲ ਜੀਵਨ ਨੂੰ ਜਿਉਣ ਦਾ। ਅੱਗੇ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਕਿ ਪੰਜਾਬ ਪੁਲਿਸ ਖਾਲਿਸਤਾਨੀ ਅਨਸਰਾਂ ਨਾਲ ਨਜਿੱਠਣ ਲਈ ਤਿਆਰ ਹੈ। ਇਹਨਾਂ ਨੇ ਵੈਸੇ ਮੀਟਿੰਗ ਲਈ ਹੁਣੇ ਡਾਇਰੈਕਟਰ ਜਨਰਲ ਜਿਹੜੇ DGP ਪੰਜਾਬ ਦੇ ਗੌਰਵ ਯਾਦਵ, ਉਹਨਾਂ ਨਾਲ ਗੱਲਬਾਤ ਕੀਤੀ। IG DIG ਸਾਰੇ ਇਕੱਠੇ ਕਰਕੇ ਉਹਨਾਂ ਨੇ ਚੰਡੀਗੜ੍ਹ ਮੀਟਿੰਗ ਕੀਤੀ ਸੀ। ਇਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਕੰਧਾਂ 'ਤੇ ਲਿਖਿਆ ਜਾ ਰਿਹਾ ਜਾਂ ਜਿਹੜਾ ਬਾਹਰੋਂ ਆ ਰਹੇ ਨੇ ਫੰਡਿੰਗ, ਪੈਸਾ ਆ ਰਿਹਾ, ਔਰ ਉਹਦੇ ਵਿੱਚ ਫਿਰ ਨਾ ਇਸ ਤਰ੍ਹਾਂ ਦਾ ਤਸ਼ੱਦਦ ਹੋ ਜਾਏ ਜਿਹੜਾ ਉਹ 80-84 ਦੇ ਵਿੱਚ ਹੋਇਆ ਸਾਰਾ ਕੁਝ, ਉਹ ਫਿਰ ਇਸ ਤਰ੍ਹਾਂ ਦਾ ਨਾ ਹੋਵੇ। ਤੁਸੀਂ ਥੋੜ੍ਹਾ ਜਿਹਾ ਇਹਨੂੰ ਬਹਾਲ ਕਰੋ ਔਰ ਪਤਾ ਕਰੋ ਕਿ ਕੌਣ ਕਰਦੇ ਆ। ਉਹਨਾਂ ਕੁਝ ਮੁੰਡੇ ਫੜੇ ਵੀ ਆ, ਔਰ ਕੁਝ ਮੁੰਡਿਆਂ ਦੇ ਉੱਤੇ ਉਹਨਾਂ ਨੇ ਇਸ ਵੇਲੇ ਪਾਬੰਦੀ ਵੀ ਲਾਈ ਆ। ਔਰ ਕੁਝ ਉਹਨਾਂ ਮੁੰਡਿਆਂ ਨੇ ਮੰਨਿਆ ਕਿ ਸਾਨੂੰ ਗੁਰਪਤਵੰਤ ਜਾਂ ਜਿਹੜੇ ਉਹ ਇੱਕ ਏਜੰਸੀ ਬਣੀ ਆ, ਫੰਡਿੰਗ ਆਉਂਦੀ ਹੈ, ਪੈਸਾ ਆਉਂਦਾ, ਔਰ ਉਹ ਪੈਸਾ ਅਸੀਂ ਲੈ ਕੇ ਉਹ ਕਹਿੰਦੇ ਇੱਥੇ ਲਿਖ ਦਿਓ, ਇਸ ਕੰਧ 'ਤੇ ਲਿਖੋ। ਉਹ ਟਾਰਗੇਟ ਦਿੰਦੇ, ਉਹ ਲਿਖਣ ਚਲ ਜਾਂਦੇ ਵਿਚਾਰੇ। ਮੁੰਡੇ ਵੀ ਬੇਰੁਜ਼ਗਾਰ ਹੈਗੇ। ਪਰ ਭਗਵੰਤ ਮਾਨ ਨੇ ਕਿਹਾ ਕਿ ਜਿਹੜੇ ਨੌਜਵਾਨ ਹੈਗੇ ਇਹਨਾਂ ਨੂੰ, ਉਹਨਾਂ ਮੁੰਡਿਆਂ ਨੂੰ ਲਿਆ ਕੇ ਜਿਹੜੇ ਸਰੈਂਡਰ ਕਰ ਗਏ ਆ, ਉਹਨਾਂ ਨੂੰ ਨੌਕਰੀਆਂ ਦਿਓ, ਉਹਨਾਂ ਨੂੰ ਕਿਸੇ ਚੰਗੇ ਰਾਹ ਪਾ ਦਿਓ। ਹੁਣ ਦੇਖੋ, ਜੇ ਇਹੀ ਨਾਅਰਾ ਜਾਂ ਖਾਲਿਸਤਾਨ ਦੀ ਗੱਲ ਆ, ਅੱਗੇ ਪੰਜਾਬ ਨੂੰ ਬੜਾ ਕੁਝ ਜਿਹੜੀ ਦੁਰਘਟਨਾਵਾਂ ਆਈਆਂ, ਬੜੀ ਜਿਹੜੀ ਨੁਕਸਾਨ ਪੂਰਨਾ ਪਿਆ। ਔਰ ਜੇ ਫਿਰ ਦੁਬਾਰਾ ਹੋਇਆ ਤਾਂ ਪੰਜਾਬ ਜਿੰਨਾ ਕੁ ਬਚਿਆ, ਜਿੰਨਾ ਔਖੇ ਸੌਖੇ ਸਾਹ ਲੈਂਦਾ, ਉਹ ਵੀ ਖਤਮ ਹੋ ਜਾਣਗੇ। ਇਸੇ ਕਰਕੇ ਪੰਜਾਬ ਪੁਲਿਸ ਵੀ ਥੋੜ੍ਹਾ ਜਿਹਾ ਇਸ ਵੇਲੇ ਪੂਰੀ ਤਿੱਖੀ ਹੋਈ ਪਈ ਹੈ। ਔਰ ਉਹਦੇ ਨਾਲ ਏਜੰਸੀਆਂ ਵੀ ਨਾਲ ਲੱਗਦੀਆਂ, ਜਿਹੜੀਆਂ ਹੋਰ ਵੀ ਏਜੰਸੀਆਂ ਜਿਹੜੀਆਂ ਸਪੈਸ਼ਲ ਹੈਗੀਆਂ ਉਹਨਾਂ ਨੂੰ। ਔਰ ਮੁੱਖ ਮੰਤਰੀ ਤਾਂ ਪੰਜਾਬ ਦੇ ਰਹਿਣ ਵਾਲੇ, ਉਹਨਾਂ ਨੂੰ ਪਤਾ ਹੀ ਹੈ ਕਿ ਪਿੰਡ 'ਚੋਂ ਜੰਮ ਕੇ ਬਾਹਰ ਆਏ, ਉਹਨਾਂ ਨੂੰ ਪਤਾ ਹੀ ਹੈ ਕਿ ਮੇਰੇ ਪਿੰਡ ਦੇ ਵਿੱਚੋਂ ਤਾਂ ਜਾਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਕੀ ਕੁਝ ਹੋਇਆ ਸੀ ਉਦੋਂ, ਅਤੇ ਉਦੋਂ ਦਰਬਾਰ ਸਾਹਿਬ ਦੇ ਇਰਦ ਗਿਰਦ ਕੀ ਕੁਝ ਹੋਇਆ ਸੀ, ਅੰਮ੍ਰਿਤਸਰ ਦੀ ਧਰਤੀ 'ਤੇ ਕੀ ਕੁਝ ਵਾਪਰਿਆ ਸੀਗਾ। ਇਸੇ ਕਰਕੇ ਉਹ ਦਿਲੋਂ, ਸੱਚੇ ਦਿਲੋਂ ਆਪਣਾ ਇਸ ਤਰ੍ਹਾਂ ਦਾ ਨਾਅਰਾ ਦਿੱਤਾ ਔਰ ਚਾਹੁੰਦੇ ਨੇ ਕਿ ਖਾਲਿਸਤਾਨ ਦਾ ਦੁਬਾਰਾ ਇੱਥੇ ਪੂਰੀ ਹਵਾ ਉਹ ਨਾ ਵਗੇ, ਅਤੇ ਨਾ ਹੀ ਪੰਜਾਬ ਦੇ ਲੋਕ ਇਸ ਪਾਸੇ ਨੂੰ ਇਸ ਵਹਿਣ 'ਚ ਡੁੱਬਣ। ਔਰ ਉਹਨਾਂ ਨੇ ਕਹਿਤਾ ਕਿ ਅਸੀਂ ਸਮਰੱਥ ਹਾਂ ਔਰ ਅਸੀਂ ਚਾਹੁੰਦੇ ਹਾਂ ਕਿ ਇਹ ਦੁਬਾਰਾ, ਇਹ ਮੂਵਮੈਂਟ, ਇਹ ਲਹਿਰ ਦੁਬਾਰਾ, ਇਹ ਅੰਦੋਲਨ ਨਾ ਆਵੇ, ਤਾਂ ਕਿ ਪੰਜਾਬ ਦੇ ਵਿੱਚ ਉਹ ਗੱਲ, ਉਹ ਦੁਰਦਸ਼ਾ ਨਾ ਹੋ ਜੇ ਜਿਹੜੀ ਪਹਿਲਾਂ ਹੋਈ ਸੀ। ਪਹਿਲਾਂ ਮਾਵਾਂ ਰੋਂਦੀਆਂ ਸੀਗੀਆਂ ਅਤੇ ਗਲਾਂ 'ਚ ਸਾਫ਼ ਪਾ ਕੇ ਅਰਦਾਸਾਂ ਕਰਦੀਆਂ ਕਿ ਹੁਣ ਕਿਸੇ ਵੀ ਪਿੰਡ ਤੋਂ ਜੰਝ ਨਹੀਂ ਚੜੂਗੀ। ਮਤਲਬ ਜਵਾਨ ਉਦੋਂ ਮਾਰੇ ਗਏ ਸੀ। ਜਦੋਂ ਇਨਕਾਊਂਟਰ ਹੁੰਦੇ ਸੀ ਰਾਤ ਨੂੰ, ਪੁਲਿਸ ਆ ਕੇ ਮਾਰ ਜਾਂਦੇ ਸੀ। ਉਦੋਂ ਦੇ DGP ਜਿਹੜੇ ਸੀ ਉਹ ਆਪ ਖੁਦ ਬੜੇ ਸਖਤ ਸੀਗੇ। ਸਰਦਾਰ ਬੇਅੰਤ ਸਿੰਘ ਜੀ ਦਾ ਉਦੋਂ ਦਾ ਰਾਜ ਸੀਗਾ। ਉਹ ਹੁਣ ਜ਼ਿੰਮੇਵਾਰੀ ਉਹਨਾਂ ਕੋਲ ਸੀ, ਉਹਨਾਂ ਨੇ ਵੀ ਸ਼ਾਂਤੀ ਬਹਾਲ ਕਰਨੀ ਸੀ ਕਿਸੇ ਤਰੀਕੇ ਦੀ। ਪਰ ਜੋ ਸ਼ਾਂਤੀ ਬਹਾਲ ਕਰਦਿਆਂ ਜੋ ਬਲੱਡ ਸ਼ੈਡ ਹੋਇਆ, ਜੋ ਖੂਨ ਖਰਾਬਾ ਹੋਇਆ, ਕਦੀ ਵੀ ਪੰਜਾਬ 'ਚ ਇੱਦਾਂ ਦਾ ਨਹੀਂ ਹੋਇਆ। ਜੇ ਹੋਇਆ ਤਾਂ 47 'ਚ ਹੋਇਆ ਸੀ, ਉਦੋਂ ਪਹਿਲਾਂ ਤਾਂ ਨਹੀਂ ਸੀ ਇਸ ਤਰ੍ਹਾਂ ਦੀ ਹੋਇਆ। ਵੱਡ ਫੱਟ ਜ਼ਿਆਦਾ ਹੋ ਗਈ ਔਰ ਬਹੁਤ ਲੋਕ ਮਾਰੇ ਗਏ। ਬਿਲਕੁਲ ਸਹੀ ਗੱਲ ਹੈ। ਪਰ ਹੁਣ ਗੱਲ ਇਹ ਹੋਣੀ ਚਾਹੀਦੀ ਹੈ ਕਿ ਜਿਉਣਾ ਕਿਵੇਂ ਹੈ। ਜੀ ਹਾਂ, ਕਿਉਂਕਿ ਅਗਲੀ ਪੀੜ੍ਹੀ ਤਿਆਰ ਖੜੀ ਹੈ। ਅਗਲੀ ਪੀੜ੍ਹੀ ਨੂੰ ਦੇਣਾ ਕੀ ਹੈ।
ਹੁਣ ਕਦੋਂ ਤੱਕ ਆਪਾਂ ਇਦਾਂ ਹੀ ਆਪਸ ਦੇ ਵਿੱਚ ਲੜੀ ਜਾਵਾਂਗੇ ਔਰ ਨਤੀਜਾ ਕੀ ਨਿਕਲਣਾ? ਕੁਝ ਵੀ ਨਹੀਂ, ਉਹੀ ਬਰਬਾਦੀ। ਆਮ ਲੋਕਾਂ ਦੀਆਂ ਜਾਨਾਂ ਜਾਣਗੀਆਂ, ਹੋਰ ਤਾਂ ਕੁਝ ਨਹੀਂ ਹੋਣਾ। ਔਰ ਸ਼ੁਰੂ ਤੋਂ ਅਸੀਂ ਦੇਖ ਰਹੇ ਹਾਂ ਕਿਤੇ ਕੁਰਬਾਨੀਆਂ ਤੇ ਕਿਤੇ ਇਦਾਂ ਜਾਨਾਂ ਜਾਣੀਆਂ, ਮਤਲਬ ਅਸੀਂ ਖੂਨ ਦੀ ਹੋਲੀ ਖੇਡੀ ਜਾਣੀ ਹੈ। ਮਤਲਬ ਕੋਈ ਤਾਂ ਹੁਣ ਗੱਲ ਕਰੀਏ ਨਾ, ਰੰਗਲਾ ਪੰਜਾਬ ਖੂਨ ਨਾਲ ਤਾਂ ਨਹੀਂ ਰੰਗੀਨ ਬਣਾਉਣਾ, ਰੰਗਲਾ ਬਣਾਉਣਾ। ਅਸੀਂ ਰੰਗਾਂ ਨਾਲ, ਕੁਦਰਤ ਦੇ ਰੰਗਾਂ ਨਾਲ ਰੰਗਲਾ ਬਣਾਉਣਾ। ਸੋ ਇਹ ਸਭ ਗੱਲਾਂ ਸਾਡੇ ਕੋਲ ਗੁਰੂ ਸਾਹਿਬ ਦੀ ਸਿੱਖਿਆ ਹੈ, ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ। ਬਿਲਕੁਲ। ਤੇ ਹੋਰ ਕਿੱਥੋਂ ਪੁੱਛਣ ਜਾਣਾ? ਵੱਡੀ ਸਿੱਖਿਆ ਹੈ, ਬਹੁਤ। ਹੁਕਮਨਾਮਾ ਸੁਣੋ ਤਾਂ ਰੋਜ਼ ਸਾਰੀ ਸ੍ਰਿਸ਼ਟੀ ਦਾ ਗਿਆਨ ਨਿਚੋੜ ਸ੍ਰੀ ਗੁਰੂ ਗ੍ਰੰਥ ਸਾਹਿਬ। ਬਿਲਕੁਲ। ਤੇ ਉਹ ਸਾਨੂੰ ਸਭ ਕੁਝ ਸਮਝਾਉਂਦੇ ਨੇ ਕਰਨਾ ਕੀ ਹੈ, ਤੇ ਚੱਲੀਏ ਉਹਨਾਂ ਦੇ ਮੁਤਾਬਿਕ, ਕੋਈ ਰੌਲਾ ਨਹੀਂ। ਮਤਲਬ ਇਹ ਹੈ ਕਿ ਹੁਣ ਸੁੱਖ ਸ਼ਾਂਤੀ ਨਾਲ ਹਰ ਮਸਲਾ ਹੱਲ ਹੋਣਾ ਚਾਹੀਦਾ। ਇਦਾਂ ਤੇ ਆਪਸ ਦੇ ਵਿੱਚ ਝੜਪਾਂ ਤੇ ਆਪਸ ਦੇ ਵਿੱਚ ਲੜਾਈ, ਨਤੀਜਾ ਤਾਂ ਕੁਝ ਵੀ ਨਹੀਂ ਨਿਕਲਣਾ, ਉਹੀ ਜਾਨਾਂ ਜਾਣਗੀਆਂ ਤੇ ਮਾਹੌਲ ਖਰਾਬ ਹੋ ਸਕਦਾ ਹੈ। ਔਰ ਅਸੀਂ ਕਹਿੰਦੇ ਹਾਂ ਪੰਜਾਬ ਦੇ ਵਿੱਚ ਇਨਵੈਸਟਮੈਂਟ ਹੋਵੇ, ਪੰਜਾਬ ਦੇ ਵਿੱਚ ਲੋਕ ਆ ਕੇ ਪੈਸਾ ਲਾਉਣ। ਕੀ ਦੇਖ ਕੇ ਪੈਸਾ ਲਗਾਉਣਗੇ? ਸਹੀ ਗੱਲ। ਪੈਸਾ ਲਾਉਣ ਵਾਲਾ ਇਹ ਦੇਖੇਗਾ ਕਿ ਮੇਰਾ ਪੈਸਾ ਡੁੱਬ ਨਾ ਜਾਏ, ਮੈਨੂੰ ਉਹਦਾ ਫਾਇਦਾ ਚਾਹੀਦਾ। ਹੁਣ ਇਦਾਂ ਦੇ ਮਾਹੌਲ ਦੇ ਵਿੱਚ ਤੇ ਕੋਈ ਵੀ ਇਨਵੈਸਟਰ ਨਹੀਂ ਆਉਣ ਲੱਗਾ। ਕਦੀ ਤੁਸੀਂ ਜਰਮਨੀ ਜਾਂਦੇ ਹੋ, ਕਦੀ ਤੁਸੀਂ ਮੁੰਬਈ ਜਾਂਦੇ ਹੋ, ਕਦੀ ਪੰਜਾਬ ਦੇ ਸਨਅਤਕਾਰਾਂ ਨੂੰ ਕਹਿੰਦੇ ਹੋ ਜਿੱਥੇ ਜਿਸ ਲੈਵਲ ਤੇ ਬੈਠੇ ਹੋਏ ਨੇ, ਜਿੱਥੇ ਵੀ ਬੈਠੇ ਨੇ, ਕਿ ਤੁਸੀਂ ਪੈਸਾ ਲਗਾਓ, ਕੌਣ ਆਊਗਾ? ਸੋ ਇਹ ਸਾਰਾ ਦੇਖਣਾ ਚਾਹੀਦਾ ਕਿ ਇਸ ਸਟੇਟ ਨੂੰ ਸੰਭਾਲਣਾ ਕਿਵੇਂ, ਵੈਲਬੀਂਗ ਕਿੱਦਾਂ ਕਰਨੀ ਹੈ, ਸੰਭਾਲ ਕੇ ਇਹਦਾ ਅੱਗੇ ਕਰਨਾ ਕੀ ਹੈ, ਇਹਦਾ ਇਹ ਪਤਾ ਹੋਣਾ ਚਾਹੀਦਾ। ਸਾਡੀ ਸਟ੍ਰੈਟਜੀ ਕੀ ਹੈ, ਪਲੈਨਿੰਗ ਕੀ ਹੈ। ਸੋ ਆਪਾਂ ਅੱਗੇ ਚੱਲੀਏ ਜੀ। ਅੱਗੇ ਇੱਕ ਹੋਰ ਕੰਮ, ਹੁਣ ਬਜਟ ਸੈਸ਼ਨ ਦੀ ਨਾਮਨਜ਼ੂਰੀ ਤੇ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ। ਇਹਨਾਂ ਨੇ ਭੇਜੀ ਸੀ ਮਨਜ਼ੂਰ ਹੋਣ ਵਾਸਤੇ, ਤਾਂ ਸਾਡੇ ਗਵਰਨਰ ਸਾਹਿਬ ਨੇ ਨਾਮਨਜ਼ੂਰ ਕਰ ਦਿੱਤਾ। ਹੁਣ ਇਹ ਮਤਲਬ ਚਲੇ ਗਏ ਨੇ ਸੁਪਰੀਮ ਕੋਰਟ। ਹੁਣ ਇੱਕ ਸਿੱਧੀ ਸਾਦੀ ਭਾਸ਼ਾ, ਆਮ ਬੰਦੇ ਦੀ ਭਾਸ਼ਾ 'ਚ ਕਿਹਾ ਜਾਵੇ, ਇਹ ਕੀ ਹੋ ਰਿਹਾ ਹੈ? ਮਤਲਬ ਇਹ ਕੀ ਹੋ ਰਿਹਾ ਹੈ? ਉੱਥੋਂ ਨਾਮਨਜ਼ੂਰੀ, ਹੁਣ ਉੱਥੇ ਕਿੰਨਾ ਟਾਈਮ ਵੇਸਟ ਹੋ ਰਿਹਾ। ਪਬਲਿਕ ਬਸ ਇਹੀ ਦੇਖੀ ਜਾਵੇ ਵੀ ਹੁਣ ਤੁਸੀਂ ਕੀ ਕਰੋਗੇ, ਹੁਣ ਤੁਸੀਂ ਕੀ ਕਰੋਗੇ। ਇਹ ਤਮਾਸ਼ੇ ਕਦੋਂ ਖਤਮ ਹੋਣੇ ਨੇ? ਕਦੋਂ ਸਟੇਟ ਵਾਸਤੇ ਕੰਮ ਕਰਨਾ ਹੈ ਸਰਕਾਰ ਨੇ? ਅਸਲ 'ਚ ਇਹ ਜਿਹੜੀ ਹੈਗੀ ਹੈ ਨਾ, ਇਹ ਜਿਹੜੀ ਮੁਖਾਲਫਤ ਹੋ ਰਹੀ ਹੈ ਇਹਦੇ ਵਿੱਚ, ਇਹਨਾਂ ਦੇ ਬਜਟ ਦੀ, ਜਾਂ ਇਹਦੇ ਵਿੱਚ ਜੋ ਇਹਨਾਂ ਨੇ ਅੱਗੇ ਕਾਰਵਾਈ ਪਾਉਣੀ ਆ, ਇਹਨਾਂ ਨੇ ਪਹਿਲਾਂ ਤਾਂ ਆਪਣੇ ਵਿਧਾਨ ਸਭਾ ਦੇ ਵਿੱਚ ਇੱਕ ਡੇਟ ਮਿਥਲੀ ਸੀ, ਪਾਸ ਕਰ ਲਿਆ ਸੀਗਾ। ਉਹੀ ਇਹਨਾਂ ਨੇ ਮਿੰਟਸ ਲਿਖ ਕੇ ਤੇ ਗਵਰਨਰ ਸਾਹਿਬ ਨੂੰ ਭੇਜ ਦਿੱਤੇ। ਗਵਰਨਰ ਫਿਰੋਜ਼ ਸਾਹਿਬ ਕੋਲ ਜਦੋਂ ਪਹੁੰਚ ਗਏ ਉੱਥੇ ਟੇਬਲ 'ਤੇ, ਉਹਨਾਂ ਨੇ ਉੱਤੇ ਕਾਂਟਾ ਮਾਰ ਦਿੱਤਾ। ਉਹਨਾਂ ਨੇ ਮੈਂਸ਼ਨ ਕਰਤਾ ਥੱਲੇ ਕਿ ਜਿਹੜੇ ਮੈਂ ਸਵਾਲ ਪੁੱਛੇ ਸੀਗੇ ਮੁੱਖ ਮੰਤਰੀ ਨੂੰ, ਉਹ ਕਿੱਥੇ, ਉਹ ਵੀ ਮੈਨੂੰ ਦਿਓ। ਮੈਂ ਲੈਟਰ ਲਿਖਿਆ ਸੀ ਇਹਨਾਂ ਨੂੰ, ਉਹਦੇ ਵਿੱਚ ਨਹੀਂ ਕੁਝ ਆਇਆ। ਪਰ ਇਹਨਾਂ ਨੂੰ ਇਸ ਅੜਿੱਕੇ ਦੇ ਵਿੱਚ ਨਹੀਂ ਸੀ ਫਸਣਾ ਚਾਹੀਦਾ, ਕਿਉਂਕਿ ਇਹ ਬਜਟ ਦਾ ਮਾਮਲਾ ਸੀਗਾ, ਕੋਈ ਆਮ ਬਜਟ ਨਹੀਂ ਸੀਗਾ, ਵਿਸ਼ੇਸ਼ ਸੀਗਾ। ਸਪੈਸ਼ਲ ਬਜਟ ਕਾਲ ਕੀਤਾ ਸੀ ਉਹਨਾਂ ਨੇ, ਵਿਧਾਨ ਸਭਾ ਨੇ। ਔਰ ਉਹਦੇ ਤੋਂ ਬਾਅਦ ਇਹ ਜਿਹੜਾ ਇਹਨਾਂ ਨੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਆ। ਇਹ ਦਿੱਲੀ ਚਲੇ ਗਏ ਫਿਰੋਜ਼ ਸਾਹਿਬ, ਗਵਰਨਰ ਜੀ। ਦਿੱਲੀ ਆਉਣ ਤੋਂ ਬਾਅਦ ਇਹ ਹੋਰ ਇਹਨਾਂ ਦਾ ਰੁਖ ਪੱਕ ਗਿਆ। ਇਹਨਾਂ ਨੇ ਇੱਕ ਵੀ ਨਹੀਂ ਮੰਨੀ, ਉਹਨਾਂ ਨੇ ਬਹੁਤ ਇਹਨਾਂ ਨੂੰ ਅਰਜ਼ੋਈ ਕੀਤੀ। ਫਿਰ ਇਹਨਾਂ ਨੇ ਆਪ ਜਾ ਕੇ ਕਿ ਇਹਨਾਂ ਨੇ ਕਹਿਤਾ ਭਗਵੰਤ ਮਾਨ ਜੀ, ਆਈ ਵਿਲ ਸੀਕ ਦਾ ਹੈਲਪ ਆਫ ਸੁਪਰੀਮ ਕੋਰਟ। ਉਹਨਾਂ ਨੇ ਮੈਂਸ਼ਨ ਕਰਤਾ। ਹੁਣ ਉਹਨਾਂ ਨੇ ਦਰਵਾਜ਼ਾ ਖੜਕਾਤਾ ਸੁਪਰੀਮ ਕੋਰਟ ਦਾ, ਉਹਦੇ ਵਿੱਚ ਉਹਨਾਂ ਨੇ ਪਾਤਾ ਮਸਲਾ। ਹੁਣ ਸੁਪਰੀਮ ਕੋਰਟ ਤਾਂ ਨਹੀਂ ਰੋਕੂਗੀ ਮੇਰੇ ਖਿਆਲ ਨਾਲ, ਕਿਉਂਕਿ ਬਜਟ ਦਾ ਮਾਮਲਾ ਹੈਗਾ। ਉਹਨਾਂ ਨੇ ਤਾਂ ਉੱਥੋਂ ਆਰਡਰ ਕਰਕੇ ਤੇ ਭੇਜ ਦੇਣਗੇ, ਨਹੀਂ ਭੇਜਦੇ ਤੇ ਇਹਨਾਂ ਨੂੰ ਇੰਸਟਰਕਸ਼ਨਾਂ ਦੇਣਗੇ ਐਜ਼ ਇੰਸਟਰਕਸ਼ਨ ਦੇ ਤੌਰ 'ਤੇ ਗਵਰਨਰ ਸਾਹਿਬ ਨੂੰ। ਦੂਜੇ ਪਾਸੇ ਇਹਨਾਂ ਨੇ ਕਿਹਾ, ਭਗਵੰਤ ਮਾਨ ਨੇ, ਕਿ ਇਹ ਜਿਹੜੇ ਹੈਗੇ ਆ ਸਿਲੈਕਟਡ ਹੋਏ ਆ, ਨਿਯੁਕਤ ਕੀਤੇ ਗਏ ਆ। ਮੈਂ ਜਿਹੜਾ ਹੈਗਾ ਵਾ, ਮੈਂ ਅਪੁਆਇੰਟ ਇੱਥੋਂ ਹੋਇਆ ਵਾਂ ਲੋਕਾਂ ਵੱਲੋਂ, ਲੋਕਾਂ ਨੇ ਮੈਨੂੰ ਭੇਜਿਆ ਇੱਥੇ, ਅਤੇ ਮੈਂ ਲੋਕਾਂ ਨੂੰ ਕੀ ਜਵਾਬ ਦਊਂਗਾ ਕੱਲ੍ਹ ਨੂੰ? ਜੇ ਬਜਟ ਦੇ ਵਿੱਚ ਮੈਂ ਜੋ ਬਣਾ ਲਿਆ ਤੇ ਖਾਕਾ, ਉਹਨੂੰ ਤਾਂ ਮੈਂ ਪੂਰਾ ਕਰਨਾ, ਤਾਂ ਮੈਂ ਕਿੱਥੇ ਭੇਜ ਦੇਵਾਂ? ਹੁਣ ਇਹ ਆਪਸੀ ਇਹਨਾਂ ਦੋਵਾਂ ਦੀ ਟੱਕਰ ਨੇ ਲੋਕਾਂ ਦਾ ਜਿਹੜਾ ਬਹੁਤ ਨੁਕਸਾਨ ਕਰ ਦੇਣਾ, ਕਿਉਂਕਿ 3 ਤਰੀਕ ਤਾਂ ਆ ਗਈ। ਹੁਣ ਜੇ ਅਸੀਂ ਸੋਚੀਏ ਤਾਂ 27, 28 ਆਪ ਤਾਂ ਫਰਵਰੀ ਤੇ ਖਤਮ। ਔਰ ਉਹਦੇ ਵਿੱਚ ਜਿਹੜੇ ਫਾਈਨਾਂਸ ਮਿਨਿਸਟਰ ਨੇ ਚੀਮਾ ਸਾਹਿਬ, ਉਹਨਾਂ ਨੇ ਬਣਾ ਲਿਆ, ਹਰਪਾਲ ਚੀਮਾ ਜੀ, ਉਹਨਾਂ ਨੇ ਆਪਣਾ ਖਾਕਾ ਬਣਾ ਕੇ ਤਿਆਰ ਬੈਠੇ ਨੇ। ਔਰ ਉਹ 'ਚ ਅਟੈਚੀ ਕੇਸ ਬੰਦ ਪਿਆ, ਉਹਦੇ ਵਿੱਚ ਜੋ ਕੁਝ ਟੈਕਸ ਨੇ, ਜੋ ਉਹਦੇ 'ਚ ਪੰਜਾਬ ਦੀ ਸਹੂਲਤਾਂ ਨੇ, ਜੋ ਪੰਜਾਬ ਵਿੱਚ ਖੁਸ਼ਹਾਲੀ ਨੂੰ ਦਰਸਾਉਣ ਲਈ ਉਹਨਾਂ ਨੇ ਵਿਉਂਤਾਂ ਬਣਾਈਆਂ ਨੇ, ਉਹ ਸਾਰਾ ਕੁਝ ਉਹਦੇ ਵਿੱਚ ਪਿਆ, ਬਸਤੇ 'ਚ ਬੰਦ ਪਿਆ। ਔਰ ਲੋਕ ਉਡੀਕ ਰਹੇ ਆ। ਔਰ ਇਹ ਗਵਰਨਰ ਸਾਹਿਬ ਨੂੰ ਮੇਰੇ ਖਿਆਲ ਨਾਲ, ਜਾਂ ਸਾਡੇ ਸਾਰੇ ਲੋਕਾਂ ਦੇ ਖਿਆਲ ਨਾਲ, ਜੇ ਬਹੁਮਤ ਕਵਿਤਾ, ਇਹ ਗੱਲ ਬਹੁਤੀ ਇਹ ਚੰਗੀ ਨਹੀਂ ਹੈਗੀ। ਚੰਗੀ ਇਸ ਕਰਕੇ ਨਹੀਂ ਕਿ ਭਗਵੰਤ ਮਾਨ ਨਾਲ ਜੇ ਤੁਸੀਂ ਟੱਕਰ ਲੈਣੀ, ਸਿੱਧੀ ਲਓ, ਉਹਨਾਂ ਨਾਲ ਬਹਿ ਕੇ ਗੱਲਬਾਤ ਕਰੋ। ਇਹ ਮਾਮਲਾ, ਇਹ ਜਿਹੜਾ ਬਜਟ ਹੈ ਲੋਕਾਂ ਦਾ ਹੈਗਾ, ਭਗਵੰਤ ਮਾਨ ਇਕੱਲੇ ਦਾ ਨਹੀਂ ਹੈਗਾ, ਤੇ ਨਾ ਮੰਤਰੀ ਮੰਡਲ ਦਾ ਹੈਗਾ। ਔਰ ਇਹ ਪੰਜਾਬ ਦੇ ਪੂਰੇ ਪੰਜਾਬੀਆਂ ਦਾ ਹੈਗਾ। ਔਰ ਜੇ ਇਹਨਾਂ ਨੂੰ ਇਹ ਚਾਹੀਦਾ ਸੀ ਵੀ ਇਹ ਨਹੀਂ ਰੋਕਣਾ ਚਾਹੀਦਾ, ਕਈ ਗੱਲਾਂ ਆਉਂਦੀਆਂ। ਇਹਨਾਂ ਨੇ ਪੈਨਸ਼ਨ ਵਾਲਾ ਵੀ ਰੋਕਿਆ ਸੀਗਾ, ਜਦੋਂ ਇਹਨਾਂ ਨੇ ਬਹੁਤ ਜਿੰਨੇ ਵੀ ਜਾਂਦੇ ਰਹੇ ਨਾ ਪ੍ਰਪੋਜ਼ਲ, ਸਬਮਿਟ ਉੱਤੇ ਲਿਖਿਆ ਇਹਨਾਂ ਨੇ ਵੀ ਸਬਮਿਟ ਟੂ ਗਵਰਨਰ ਸਾਹਿਬ,
ਔਰ ਉਹਨਾਂ ਨੇ ਉੱਤੇ ਲਿਖਤਾ ਵੀ ਨਾਟ ਐਕਸੈਪਟੇਬਲ ਹੈ ਨਾ, ਉਹਨਾਂ ਨੇ ਵਾਪਸ ਭੇਜਤਾ। ਇਹਦੇ ਵਿੱਚ ਵਨ ਪੈਨਸ਼ਨ ਜਿਹੜਾ ਸੀ ਉਹ ਵੀ ਮੁੱਦਾ ਰੁਕਿਆ ਸੀਗਾ, ਔਰ ਬਿਜਲੀ ਵਾਲਾ ਵੀ ਰੁਕਿਆ ਸੀ। ਸਾਰੇ ਜਿਹੜੇ ਇਹਨਾਂ ਕੋਲ ਪਹਿਲੋਂ ਗਏ ਆ, ਔਰ ਖੱਖੜ ਖਈਏ ਤੋਂ ਬਾਅਦ ਹੀ ਜਿਹੜੇ ਆ ਪਾਸ ਹੁੰਦੇ ਰਹੇ ਆ। ਔਰ ਆਹ ਜਿਹੜਾ ਸੀਗਾ ਵਿਧਾਨ ਸਭਾ ਦਾ, ਹੁਣ ਉਹ ਤਾਂ ਸਿਰ 'ਤੇ ਆ ਗਿਆ। ਉਹ ਕਹਿੰਦੇ ਬੂਹੇ ਬੈਠੀ ਜੰਝ ਅਤੇ ਵਿੰਨੋ ਕੁੜੀ ਦੇ ਕੰਨ, ਵੀ ਕੁੜੀ ਨੂੰ ਵਿੰਨ ਕੇ ਕੰਨ 'ਤੇ ਉਹਨੂੰ ਗਹਿਣੇ ਪਾਓ, ਜੰਝ ਉਧਰੋਂ ਆ ਗਈ। ਔਰ ਇਹ ਜਿਹੜਾ ਲਾ ਐਂਡ ਆਰਡਰ ਹੈਗਾ, ਇਹ ਸਿਰਫ ਸੰਵਿਧਾਨ ਦਾ ਹੈਗਾ। ਵਾਰ-ਵਾਰ ਇਹਨੂੰ ਰੋਕਣਾ ਜਾਂ ਨਾ ਰੋਕਣਾ ਜਾਂ ਇਹ ਕਰਨਾ ਗਵਰਨਰ ਸਾਹਿਬ ਦੇ ਵੱਸ ਤੋਂ ਜਿਹੜੀ ਗੱਲ ਨਹੀਂ ਹੈਗੀ। ਉਹਨਾਂ ਨੂੰ ਰੋਕਣਾ ਨਹੀਂ ਚਾਹੀਦਾ, ਕਿਉਂਕਿ ਇਹ ਮੁੱਦਾ ਹੀ ਲੋਕਾਂ ਦਾ ਹੈਗਾ। ਜਦੋਂ ਡੈਮੋਕ੍ਰੇਸੀ ਆ, ਇਹ ਡਿਕਟੇਟਰਸ਼ਿਪ ਤਾਂ ਹੈ ਨਹੀਂ ਕਿ ਜੋ ਪ੍ਰਧਾਨ ਮੰਤਰੀ ਕਹੂ ਜਾਂ ਰਾਸ਼ਟਰਪਤੀ ਕਹੂਗਾ ਜਾਂ ਉਹ ਕਹਿਤਾ ਤਾਂ ਉਹੀ ਓਕੇ ਹੋ ਜਾਊਗਾ। ਨਾ ਗਵਰਨਰ ਦੇ ਕਿਹਾ ਹੁੰਦੀ ਹੈ ਅਤੇ ਨਾ ਮੁੱਖ ਮੰਤਰੀ ਦੇ ਕਿਹਾ ਹੁੰਦੀ ਹੈ। ਗੱਲ ਇਹ ਹੈ ਬਲਕਾਰ ਜੀ, ਤੁਹਾਨੂੰ ਇਹ ਗੱਲ ਸਮਝ ਆ ਰਹੀ ਹੈ, ਮੈਨੂੰ ਇਹ ਗੱਲ ਸਮਝ ਆ ਰਹੀ ਹੈ, ਲੋਕਾਂ ਨੂੰ ਇਹ ਗੱਲ ਸਮਝ ਆ ਰਹੀ ਹੈ, ਤੇ ਜਿਹੜੇ ਉੱਪਰ ਇਹ ਅਹੁਦਿਆਂ ਤੇ ਬੈਠੇ ਨੇ ਇਹਨਾਂ ਨੂੰ ਇਹ ਗੱਲ ਨਹੀਂ ਸਮਝ ਆ ਰਹੀ। ਕੁਰਸੀ ਜਿਹੜੀ ਹੈ ਬਿਲਕੁਲ ਬਹੁਤ ਬੰਦੇ ਦਾ ਈਗੋ ਹੈ ਨਾ, ਬੇਬਸ ਕਰ ਦਿੰਦੀ। ਈਗੋ ਹੈ ਉਹੀ ਹੈ ਕੁਰਸੀ ਜਿਹੜੀ ਹੈ ਨਾ, ਬੰਦੇ ਨੂੰ ਬੇਬਸ ਕਰ ਦਿੰਦੀ ਹੈ। ਉਹਨੂੰ ਅਗਲਾ ਪਾਸਾ ਜਿਹੜਾ ਧੁੰਦਲਾ ਨਜ਼ਰ ਆਉਂਦਾ, ਉਹਨੂੰ ਕੋਈ ਨਹੀਂ ਹੁੰਦੀ। ਉਹ ਕਹਿੰਦੇ ਵੀ ਜਿਹੜੀ ਪਾਵਰ ਹੈ ਨਾ, ਪਾਵਰ ਕਰਪਟ ਦਾ ਮੈਨ, ਬਟ ਐਬਸੋਲੂਟ ਪਾਵਰ ਕਰਪਟ ਹਿਮ ਐਬਸੋਲੂਟਲੀ। ਉਹ ਐਬਸੋਲੂਟਲੀ ਹੋ ਗਏ ਪੂਰੇ ਅੰਤਾਂ ਤੱਕ ਗੱਲ ਪਹੁੰਚੀ ਹੈ। ਦਿਸ ਇਜ਼ ਈਗੋ ਕਲੈਸ਼। ਈਗੋ, ਇਹ ਈਗੋ ਹੈ, ਈਗੋ ਕਲੈਸ਼ ਹੋ ਰਹੀ ਹੈ, ਹੋਰ ਕੁਝ ਨਹੀਂ। ਔਰ ਸਾਨੂੰ ਇਹ ਸਮਝਣਾ ਚਾਹੀਦਾ, ਇਹ ਜਾਣਨਾ ਚਾਹੀਦਾ ਵੱਡੇ ਵੱਡੇ ਅਹੁਦਿਆਂ ਤੇ ਬੈਠਿਆਂ ਨੂੰ ਕਿ ਮੇਰੀ ਈਗੋ ਇੰਪੋਰਟੈਂਟ ਨਹੀਂ ਹੈ, ਮੈਂ ਇੰਪੋਰਟੈਂਟ ਨਹੀਂ ਹਾਂ, ਮੇਰਾ ਕੰਮ ਇੰਪੋਰਟੈਂਟ ਹੈ, ਮੇਰਾ ਦੇਸ਼ ਇੰਪੋਰਟੈਂਟ ਹੈ, ਮੇਰਾ ਸੂਬਾ ਇੰਪੋਰਟੈਂਟ ਹੈ, ਮੇਰੇ ਸੂਬੇ ਦੇ ਲੋਕ ਇੰਪੋਰਟੈਂਟ ਨੇ, ਔਰ ਉਹਨਾਂ ਲੋਕਾਂ ਦਾ ਜੀਵਨ ਇੰਪੋਰਟੈਂਟ ਹੈ। ਆਉਣ ਵਾਲੀਆਂ ਪੀੜ੍ਹੀਆਂ, ਬੱਚਿਆਂ ਦਾ ਜੀਵਨ, ਉਹਨਾਂ ਦਾ ਭਵਿੱਖ ਇੰਪੋਰਟੈਂਟ ਹੈ। ਔਰ ਮੈਂ ਇਹ ਰੇੜਕਾ ਪਾ ਕੇ ਬੈਠਾ ਰਵਾਂ, ਇਹ 'ਚੋਂ ਨਿਕਲਣਾ ਕੀ ਹੈ? ਇਹ ਤਾਂ ਹਿਟਲਰ ਦੇ ਟਾਈਮ 'ਤੇ ਵੀ ਇੱਦਾਂ ਦੀ ਨਹੀਂ ਗੱਲ ਹੋਈ ਹੋਣੀ ਜਿਹੜੀ ਹੁਣ ਸਾਡੇ ਪੰਜਾਬ 'ਚ ਹੋ ਰਹੀ ਹੈ। ਤੁਸੀਂ ਲੜਨਾ ਬੇਸ਼ੱਕ ਲੜੋ, ਜੋ ਲੜਨਾ ਵਿਚਾਰਾਂ ਨਾਲ ਲੜੋ, ਜੋ ਲੜਨਾ ਹੈਗਾ ਕਾਨੂੰਨ ਦੇ ਤਹਿਤ ਆ ਕੇ ਲੜੋ, ਪਰ ਇਹ ਨਹੀਂ ਹੁੰਦਾ ਕਿ ਤੁਸੀਂ ਜੋ ਲੋਕਾਂ ਦੇ ਲਈ ਸਹੂਲਤਾਂ ਨੇ, ਲੋਕਾਂ ਦੇ ਲਈ ਜੋ ਤੁਸੀਂ ਪ੍ਰਦਾਨ ਕਰਨਾ, ਜਿਨ੍ਹਾਂ ਨੂੰ ਤੁਸੀਂ ਜਵਾਬ ਦੇ ਜੇ, ਉਹ ਨੂੰ ਰੋਕਣਾ ਬਹੁਤ ਮਾੜੀ ਗੱਲ ਹੈ। ਔਰ ਗਵਰਨਰ ਸਾਹਿਬ ਤਾਂ ਲੋਕਾਂ 'ਚ ਬਹੁਤ ਘੱਟ ਜਾਂਦੇ, ਸਟੇਜ 'ਤੇ ਬੋਲਦੇ ਆ। ਜੇ ਫੇਸ ਕਰਨਾ ਲੋਕਾਂ ਨੂੰ ਤੇ ਮੰਤਰੀ ਮੰਡਲ ਨੇ ਕਰਨਾ, ਜੇ ਫੇਸ ਕਰਨਾ MLA ਨੇ ਕਰਨਾ, ਜੇ ਫੇਸ ਕਰਨਾ ਤਾਂ ਮੁੱਖ ਮੰਤਰੀ ਮੌਜੂਦਾ ਨੇ ਕਰਨਾ। ਵਿਰੋਧੀ ਪਾਰਟੀਆਂ ਨੇ ਤਾਂ ਗੱਲਾਂ ਸੁਣਨੀਆਂ, ਉਹ ਤਾਂ ਆਂਦੇ ਬੋਲੋ, ਗਾਲਾਂ ਕੱਢੋ ਅਤੇ ਬੁਰਾ ਭਲਾ ਬੋਲੋ, ਤਾਂ ਅਸੀਂ ਉਹਦੇ ਨਾਲ ਤੁਹਾਡੀ ਪ੍ਰੋੜਤਾ ਕਰਾਂਗੇ। ਇਹ ਵਿਰੋਧੀ ਪਾਰਟੀਆਂ ਦਾ ਤਾਂ ਹੁੰਦਾ ਹੀ ਆ, ਉਹਨਾਂ ਨੇ ਤਾਂ ਥੋੜ੍ਹਾ ਬਹੁਤ ਕਰਨਾ। ਮਤਲਬ ਇਹ ਹੈ ਬਲਕਾਰ ਜੀ ਕਿ ਪਬਲਿਕ ਦਾ ਨੁਕਸਾਨ ਕਿਉਂ ਕਰਦੇ ਹੋ? ਸਿੰਪਲ ਇਹ ਗੱਲ ਹੈ, ਬਾਟਮ ਲਾਈਨ ਇਹ ਹੈ, ਪਬਲਿਕ ਦਾ ਨੁਕਸਾਨ ਕਿਉਂ ਕਰਦੇ ਹੋ? ਹੁੰਦਾ ਤਾਂ ਪਬਲਿਕ ਦਾ ਹੀ। ਅਰੇ ਮੁੱਦਾ ਅੱਜ ਦਾ ਨਹੀਂ ਗਾ, ਕਿੰਨੀ ਵਾਰੀ ਆਪਾਂ ਇਸੇ ਪ੍ਰੋਗਰਾਮ ਵਿੱਚ ਡਿਸਕਸ ਕੀਤਾ। ਹਾਂਜੀ। ਔਰ ਰੋਜ਼ ਹੀ ਨਿੱਤ ਨਵੀਂ ਦਿਹਾੜੀ 'ਤੇ ਨਵੀਂ ਜਿਹੜੀ ਅੜਿੱਕਾ, ਨਵਾਂ ਅੜਿੱਕਾ ਰੋਜ਼ ਦਿਹਾੜੀ ਇਹ ਹੁੰਦਾ। ਹੁਣ ਮੇਰਾ ਖਿਆਲ ਆ ਇਹ ਆਪਸੀ ਇਹਨਾਂ ਦੀ ਵਿਅਕਤੀਗਤ ਤੌਰ 'ਤੇ ਇਹ ਲੜਾਈ ਦਾ ਰੂਪ ਅਖਤਿਆਰ ਕਰ ਗਿਆ। ਭਗਵੰਤ ਮਾਨ ਜੀ ਵੀ ਸਿੱਧਾ ਬੋਲਦੇ ਆ, ਇਹ ਵੀ ਉਹਨਾਂ ਨੂੰ ਸਿੱਧਾ ਬੋਲਦੇ ਆ। ਇਹ ਲੜਾਈ ਇਹਨਾਂ ਦੋਨਾਂ ਦੀ ਆ ਆਪਸੀ ਹੈਗੀ, ਖਹਿਬਾਜ਼ੀ। ਇਹਦੇ ਵਿੱਚ ਕੋਈ ਮੰਤਰੀ ਨਹੀਂ, ਕੋਈ ਫਾਈਨਾਂਸ ਮਿਨਿਸਟਰ ਦਾ ਕਦੀ ਬਿਆਨ ਨਹੀਂ ਆਉਂਦਾ, ਕਦੀ ਸਪੀਕਰ ਦਾ ਨਹੀਂ ਆਉਂਦਾ। ਇਹ ਆਪੋ ਵਿੱਚ ਦੋ ਇਕੁਅਲ ਪਾਰਟੀਆਂ ਨੇ, ਇਕੁਅਲ ਸਟੇਟਸ ਹੈ ਇਹਨਾਂ ਦਾ, ਇੱਕੋ ਪਦਵੀ ਹੈਗੀ ਆ। ਗਵਰਨਰ ਸਾਹਿਬ ਵੀ ਜਿਹੜੀ ਬੜੀ ਆਨਰੇਬਲ ਪੋਸਟ ਹੁੰਦੀ ਆ, CM ਦੀ ਪੋਸਟ ਵੀ ਬਹੁਤ ਵੱਡੀ ਪੋਸਟ ਹੈਗੀ ਆ। ਜੇ ਆਪੋ 'ਚ ਗੁੱਥਮ ਗੁੱਥਾ ਆ ਗਿਆ, ਆਪੋ 'ਚ ਲੜਾਈ ਝਗੜਾ ਹੋ ਗਿਆ, ਡੰਡਾ ਸੁੱਟ ਆ ਗਿਆ, ਤਾਂ ਕਾਹਦਾ ਦੇਸ਼ ਆ, ਕਾਹਦਾ ਸੂਬਾ, ਅਤੇ ਕਾਹਦੀ ਰਾਜਨੀਤੀ ਆ, ਅਤੇ ਕਾਹਦੇ ਜਿਹੜੀ ਡੈਮੋਕ੍ਰੇਸੀ ਆ। ਬਿਲਕੁਲ, ਕਿਉਂਕਿ ਸੁਲ੍ਹਾ ਹੋਣਾ ਜ਼ਰੂਰੀ ਹੈ। ਸੁਲ੍ਹਾ ਹੋਣਾ ਜ਼ਰੂਰੀ, ਕੋਈ ਮਤਲਬ ਸਾਰੇ ਵੱਡਿਆਂ ਨੂੰ ਮਿਲ ਕੇ ਚਾਹੀਦਾ, ਇੱਕ ਪਾਰਟੀ ਦਾ ਅਰੇਂਜ ਕਰੋ, ਪਾਰਟੀ ਦੇ ਵਿੱਚ ਦੋਵਾਂ ਨੂੰ ਸੱਦੋ, ਖਵਾਓ ਪਿਲਾਓ, ਉੱਥੇ ਗੱਲਬਾਤ ਹੋਵੇ, ਈਜ਼ੀ ਮਾਹੌਲ ਬਣਾਓ, ਦੋਸਤੀ ਕਰਾਓ। ਬਈ ਆਹ ਕੀ ਹੋ ਰਿਹਾ? ਉੱਥੇ ਇਕੱਠੇ ਖਾਣ ਪੀਣ, ਇੱਕ ਦੂਜੇ ਨਾਲ ਜੱਫੀਆਂ ਪਾਉਣ, ਹੱਸਣ ਖੇਡਣ, ਤੇ ਗਾਣੇ ਲੱਗਣ ਤੇ ਨੱਚਣ। ਇਹ ਹੁੰਦਾ ਲੋਕਾਂ ਨੂੰ ਇੱਕ ਦੂਜੇ ਨੂੰ ਨੇੜੇ ਲਿਆਉਣ। ਬਿਲਕੁਲ ਸਹੀ ਗੱਲ। ਉੱਥੇ ਰਾਜਨੀਤੀ ਤੋਂ ਦੂਰ ਰਹੋ। ਕਈ ਵਾਰੀ ਇਹ ਵੀ ਗੱਲ ਕਰਦੇ ਲੋਕ, ਜਦੋਂ ਕੋਈ ਗੱਲ ਕੰਮ ਕਰਨਾ ਜਾਂ ਕੋਈ ਸਾਰਥ ਆ, ਸ਼ਗਨ ਆ, ਵਿਆਹ ਵਾ, ਕੁਛ ਵੀ ਹੈਗਾ, ਤੇ ਲੋਕ ਬਹੁਤੇ ਸਿਆਣੇ ਲੋਕਾਂ ਦੇ ਵੀ ਯਾਰ ਪੋਲੀਟੀਕਲ ਬੰਦਾ ਨਾ ਕੋ ਪਾਇਓ। ਕਹਿੰਦੇ ਕੀ ਗੱਲ ਆਂਦਾ ਨੇ, ਉਹ ਭਾਸ਼ਣਬਾਜ਼ੀ ਹੋ ਜਾਣੀ, ਨੱਚਣ ਨਹੀਂ ਦੇਣਾ, ਗਾਉਣ ਨਹੀਂ ਦੇਣਾ, ਤੇ ਉਹਨਾਂ ਨੇ ਉਹੀ ਨੀਤੀਆਂ ਗੱਲਾਂ ਕਰਨੀਆਂ। ਆਹ ਨਹੀਂ ਨੀਤੀ ਪਾਸ ਹੋਈ, ਆਹ ਕਾਨੂੰਨ ਪਿੱਛੇ ਰਹਿ ਗਿਆ, ਆਂਦਾ ਫਿਰ ਤੁਹਾਡਾ ਸਾਰਾ ਕੀਤਾ ਕਤਰਿਆ ਖੂਹ 'ਚ ਹੀ ਪੈ ਜਾਊਗਾ। ਉਹ ਤਾਂ ਇਹ ਮਸ਼ਹੂਰ ਹੈ ਕਿ ਕੋਈ ਸਿਆਸਤਦਾਨ ਸੀ ਤੇ ਕਿਸੇ ਮਾਤਾ ਜੀ ਦੇ ਭੋਗ ਤੇ ਗਿਆ, ਉੱਥੇ ਵੀ ਆਪਣੀ ਵਿਰੋਧੀ ਪਾਰਟੀ ਨੂੰ ਨਿੰਦ ਕੇ ਆ ਗਿਆ। ਜਦੋਂ ਉਹਨਾਂ ਨੇ ਕਿਹਾ ਨਾ ਮਾਤਾ ਜੀ ਨੂੰ ਸ਼ਰਧਾਂਜਲੀ ਦਿਓ, ਕਹਿੰਦੇ ਆ ਸ਼ਰਧਾਂਜਲੀ ਦਿੱਤੀ ਆ, ਤੂੰ ਤਾਂ ਵਿਰੋਧੀਆਂ ਦੀ ਭੰਡੀ ਕਰਕੇ ਆਇਆ ਉੱਥੇ। ਮੈਂ ਕਿਹਾ ਮਾਤਾ ਜੀ ਵੀ ਸਵਰਗ 'ਚ ਬੈਠੇ ਦੇਖਦੇ ਹੋਣਗੇ ਕਿੱਦਾਂ ਦੀ ਸ਼ਰਧਾਂਜਲੀ ਪੁੱਤਰ ਦਿੰਦਾ ਪਿਆ ਮੈਨੂੰ। ਸੋ ਆਪਾਂ ਅੱਗੇ ਤੁਰਦੇ ਹਾਂ। ਜੀ ਜੀ। ਅੱਗੇ ਇਹ ਜੀ ਕਿ ਹਰਿਆਣਾ ਵਿੱਚ ਗੁਰਦੁਆਰਾ ਕਮੇਟੀ ਬਾਰੇ ਸ਼੍ਰੋਮਣੀ ਕਮੇਟੀ ਨੇ 3 ਮਾਰਚ ਨੂੰ ਮੀਟਿੰਗ ਸੱਦੀ ਹੈ। ਇਹ ਮਸਲਾ ਅੱਜ ਦਾ ਨਹੀਂ, ਵਾਹਵਾ ਦੇਰ ਦਾ ਲੱਗਾ ਫਿਰਦਾ। ਫਿਰ ਜੁਡੀਸ਼ਰੀ ਨੇ ਕਹਿਤਾ ਕਿ ਇਹ ਜਿਹੜਾ ਮਸਲਾ ਇਹਨਾਂ ਦੀ ਫੇਵਰ 'ਚ ਹੈਗਾ। ਹਰਿਆਣਾ ਜਿਹੜੀ ਸ਼੍ਰੋਮਣੀ ਕਮੇਟੀ ਬਣ ਚੁੱਕੀ ਆ, ਉਹ ਸਾਰੇ ਗੁਰਦੁਆਰਿਆਂ ਦਾ ਜਿਹੜਾ ਕਬਜ਼ਾ ਉਹਨਾਂ ਦੇ ਤਹਿਤ ਚਲੇ ਗਿਆ।
ਔਰ ਹਰਜਿੰਦਰ ਧਾਮੀ ਜੀ ਨੇ ਔਰ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਹਰਪ੍ਰੀਤ ਸਿੰਘ ਜੀ, ਉਹਨਾਂ ਨੇ ਵੀ ਇਹਦੀ ਨਿਖੇਧੀ ਕੀਤੀ ਹੈ ਕਿ ਕਿਉਂ ਇਹ ਸਾਡੇ ਹੱਥੋਂ ਨਿਕਲ ਗਿਆ। ਔਰ ਜਿਹੜੀ ਸ਼੍ਰੋਮਣੀ ਕਮੇਟੀ, ਇਹ ਬੜੀ ਸੁਪਰ ਪਾਵਰ ਕਮੇਟੀ ਹੈ, ਇਹ 1925 'ਚ ਹੋਣ ਚਾਹੀ ਸੀਗੀ। ਔਰ ਉਹਦੇ ਬਾਅਦ ਇਹਨਾਂ ਨੇ ਹਿੰਦੁਸਤਾਨ ਦੇ ਸਾਰੇ ਧਰਮ ਸਥਾਨ ਨੇ ਉਹਨਾਂ ਦਾ ਦੇਖ ਰੇਖ, ਉਹਨਾਂ ਦੀ ਸੇਵਾ ਸੰਭਾਲ ਇਹਨਾਂ ਦੇ ਹੱਥ ਵਿੱਚ ਸੀਗੀ। ਔਰ ਉਦੋਂ ਬਾਅਦ ਇਹ ਸਮਾਂ ਚੱਲਦਾ ਰਿਹਾ, ਪਰ ਨਾਲ ਦੇ ਸੂਬੇ ਹਰਿਆਣੇ 'ਚ ਇਹ ਗੱਲ ਚੱਲੀ ਕਿ ਇਹ ਜਿਹੜਾ ਅਸੀਂ ਇਹਨਾਂ ਦੇ ਬਰਾਬਰ ਦੀ ਕਮੇਟੀ ਬਣਾਵਾਂਗੇ। ਔਰ ਉਹਦੇ ਵਿੱਚ ਉਹਨਾਂ ਨੇ ਕੋਰਟ 'ਚ ਜਦੋਂ ਕੇਸ ਪਾ ਦਿੱਤਾ, ਉਹਨਾਂ ਦੀ ਇਸ ਦੇ ਫੇਵਰ 'ਚ ਆ ਗਏ ਡਿਸੀਜਨ। ਔਰ ਹੁਣ ਇਹਨਾਂ ਨੇ ਉਦੋਂ ਬਾਅਦ ਕਮੇਟੀ ਭੇਜੀ ਵੀ ਉੱਥੇ, ਉਹਦੇ ਵਿੱਚ ਬਲਜੀਤ ਸਿੰਘ ਦਾਦੂਵਾਲ ਜੀ ਉਹਦੇ ਕਾਰਜਕਾਰੀ ਪ੍ਰਧਾਨ ਵੀ ਰਹੇ। ਹਾਂਜੀ ਬਿਲਕੁਲ। ਉਹਦੇ ਬਾਅਦ ਚੀਡਾ ਸਾਹਿਬ ਜੀ ਉੱਥੇ ਰਹੇ ਨੇ ਉਹਦੇ ਪ੍ਰਧਾਨ। ਫਿਰ ਉਹਨਾਂ ਦੀ ਕੋਈ ਸਿਹਤ ਜਾਬੀ ਠੀਕ ਨਹੀਂ ਸੀ, ਪਰ ਇੰਨੀ ਦੇਰ ਤੱਕ ਇਹ ਰਹੇ। ਔਰ ਹੁਣ ਉਹਨਾਂ ਨੇ ਆਪਣਾ ਕਾਰਜਭਾਰ ਸਾਰਾ ਸੰਭਾਲ ਲਿਆ। ਔਰ ਉੱਥੇ ਬੜੇ ਇਤਿਹਾਸਕ ਗੁਰਦੁਆਰੇ ਨੇ। ਕੁਰੂਕਸ਼ੇਤਰ ਦੇ ਵਿੱਚ ਇੱਕ ਗੁਰਦੁਆਰਾ ਸੀਗਾ, ਉਹਦੇ ਵਿੱਚ ਇਹਨਾਂ ਦੀ ਆਪੋ ਵਿੱਚ ਰੌਲਾ ਵੀ ਪਿਆ, ਉਹਦੇ ਵਿੱਚ ਉਹਨਾਂ ਦੇ ਕਬਜ਼ਾ ਲੈਣ ਤੋਂ। ਔਰ ਇਹਦੋਂ ਪਹਿਲਾਂ ਖੰਨਾ ਜੀ, ਜੇ ਤੁਸੀਂ ਇਤਿਹਾਸ ਪੜ੍ਹਿਆ ਵੀ ਹੋਗਾ, ਸ਼ਾਇਦ ਤੁਹਾਨੂੰ ਪਤਾ ਵੀ ਹੋਗਾ, ਤੁਸੀਂ ਮੀਡੀਆ 'ਤੇ ਬੋਲਦੇ ਵੀ ਜੇ। ਔਰ ਇਹਦੋਂ ਪਹਿਲਾਂ ਇਹ ਸਾਰੇ ਗੁਰਦੁਆਰਾ ਸਾਹਿਬਾਨ ਦਾ ਜਿਹੜਾ ਇਹਨਾਂ ਦੀ ਦੇਖ ਰੇਖ ਸੀ, ਇਹ ਮਹੰਤ ਕਰਦੇ ਸੀ। ਮਹੰਤ ਕਰਦੇ ਸੀ। ਉਹ 'ਚ ਨਨਕਾਣਾ ਸਾਹਿਬ, ਉਹ 'ਚ ਪੰਜਾ ਸਾਹਿਬ, ਪਾਕਿਸਤਾਨ ਦੇ ਗੁਰਦੁਆਰੇ ਇਤਿਹਾਸਕ ਗੁਰੂ ਨਾਨਕ ਦੇਵ ਜੀ ਦੇ ਪਹਿਲੇ ਗੁਰਦੁਆਰੇ ਜਿਹੜੇ ਸੀਗੇ, ਉਹਨਾਂ 'ਚ ਕਰਤਾਰਪੁਰ ਸਾਹਿਬ, ਇਹ ਸਾਰੇ ਗੁਰਦੁਆਰਿਆਂ 'ਤੇ ਕਾਬਜ਼ ਜਿਹੜੇ ਮਹੰਤ ਸੀਗੇ। ਪਰ ਉਦੋਂ ਬਾਅਦ ਜਿਹੜੀ ਸ਼੍ਰੋਮਣੀ ਕਮੇਟੀ ਹੈ SGPC, ਉਹਨੇ ਇਹ ਮੁੱਦਾ ਆਪਣਾ ਤੈਅ ਕੀਤਾ। ਔਰ ਉਹਨਾਂ ਨੇ ਆਪਣੀ ਜਦੋਂ ਬਣਾ ਲਈ ਕਮੇਟੀ ਬਣਾ ਲਈ, ਔਰ ਉਹਦੇ 'ਚ ਬੜਾ ਲੜਾਈ ਝਗੜਾ, ਡਾਂਗ ਸੋਟਾ ਬੜਾ ਕੁਝ ਹੋਇਆ। ਔਰ ਮਹੰਤਾਂ ਨੂੰ ਉਹਨਾਂ ਨੇ ਉੱਥੋਂ ਕੱਢਿਆ, ਉਹਨਾਂ ਧਾਰਮਿਕ ਸਥਾਨਾਂ ਤੋਂ। ਫਿਰ ਆਪ ਕਬਜ਼ਾ ਲੈ ਕੇ ਫਿਰ ਦੇਖ ਰੇਖ ਕੀਤੀ। ਔਰ ਜਿੱਥੇ ਜਿੱਥੇ ਵੈਸੇ ਸ਼੍ਰੋਮਣੀ ਕਮੇਟੀ ਦੀ ਜਿੱਥੇ ਜਿੱਥੇ ਦੇਖ ਰੇਖ ਹੈਗੀ ਆ, ਜਿੱਥੇ ਜਿੱਥੇ ਕੰਮ ਕਰ ਰਹੇ ਆ, ਔਰ ਬੜਾ ਆਲੀਸ਼ਾਨ ਕੰਮ ਹੈ, ਬਹੁਤ ਵਧੀਆ ਪਾਬੰਦ ਹੋ ਕੇ ਕੰਮ ਕਰਦੇ ਆ। ਔਰ ਕੁਛ ਨਾ ਕੁਛ ਜੇ ਕਿਤੇ ਊਣਤਾਣੀ ਰਹਿ ਜਾਂਦੀ ਹੈ ਤਾਂ ਹੋ ਜਾਂਦੀ ਹੈ। ਔਰ ਬੰਗਲਾ ਸਾਹਿਬ, ਦਿੱਲੀ ਦੇ ਬੰਗਲਾ ਸਾਹਿਬ ਦੇ ਹੈਗੀ ਆ। ਫਿਰ ਤੁਸੀਂ ਜਿਹੜੇ ਵੀ ਗੁਰਦੁਆਰੇ 'ਚ ਜਾਓਗੇ, ਉੱਥੇ ਸਾਰਿਆਂ ਦੇ ਵਿੱਚ ਇਸੇ ਤਰ੍ਹਾਂ ਦਾ ਪ੍ਰਬੰਧ ਚੱਲਦਾ ਰਿਹਾ। ਔਰ ਦਿੱਲੀ ਦੇ ਵੀ ਬੜੇ ਇਤਿਹਾਸਕ ਗੁਰਦੁਆਰੇ ਆ, ਔਰ ਉਹਨਾਂ ਗੁਰਦੁਆਰਿਆਂ ਦਾ ਵੀ ਪ੍ਰਬੰਧ ਇਹਨਾਂ ਕੋਲ ਰਿਹਾ। ਔਰ ਸਾਡੇ ਸੂਬੇ ਹਰਿਆਣਾ ਦਾ ਵੀ। ਐਕਚੁਅਲੀ ਜੇ 1925 ਤੋਂ ਇਹ ਹੋਂਦ ਵਿੱਚ ਆਈ ਐਗਜ਼ਿਸਟ ਕਰਦੀ ਕਮੇਟੀ, ਅਤੇ ਵਾਕਈ ਇਹਨਾਂ ਕੋਲ ਰਹਿਣਾ। ਅਨਡਿਵਾਈਡਡ ਪੰਜਾਬ 'ਚ ਹਰਿਆਣਾ ਬਾਹਰ ਚਲੇ ਗਿਆ, ਔਰ ਹਰਿਆਣਾ ਅਤੇ ਹਿਮਾਚਲ, ਰਾਜਸਥਾਨ ਜਿਹੜੇ ਸਟੇਟ ਇਹਦੇ ਨਾਲ ਰਹੇ ਆ, ਪੰਜਾਬ ਅਨਡਿਵਾਈਡਡ ਪੰਜਾਬ ਦੇ, ਇਹ ਸ਼੍ਰੋਮਣੀ ਕਮੇਟੀ ਕੋਲ ਰਿਹਾ ਦਾ ਪ੍ਰਬੰਧ। ਅਤੇ ਹੁਣ ਪਤਾ ਨਹੀਂ ਕੀ ਹੋ ਗਿਆ ਕਿ ਇਹਨਾਂ ਦੇ ਹੱਥੋਂ ਇਹ ਕਿਉਂ ਖੋਇਆ ਗਿਆ। ਔਰ ਇਹਨਾਂ ਨੇ ਵੈਸੇ ਇਸ ਵੇਲੇ ਪੂਰਾ ਜਿਹੜੀ ਕਾਨੂੰਨੀ ਸਲਾਹ ਕਰ ਲਈ ਇਹਨਾਂ ਨੇ। ਹਰਜਿੰਦਰ ਸਿੰਘ ਧਾਮੀ ਜੀ ਖੁਦ ਐਡਵੋਕੇਟ ਆ, ਉਹ ਵੀ ਕਿਸੇ ਦਲੀਲ ਨਾਲ ਕੰਮ ਕਰਨਗੇ। ਔਰ ਹੋ ਸਕਦਾ ਜੀ ਸੁਪਰੀਮ ਕੋਰਟ ਨੇ ਵੈਸੇ ਸੁਪਰ ਪਾਵਰ ਹੈ, ਜੇ ਦਿੱਤਾ ਡਿਸੀਜਨ ਦਿੱਤਾ ਤਾਂ ਹੋ ਸਕਦਾ ਔਖਾ ਰਵੇ ਉਹਨਾਂ ਨੂੰ ਵਾਪਸ ਲਿਆਉਣਾ। ਬਾਕੀ ਰਹੀ ਧਾਰਮਿਕ ਸਥਾਨਾਂ ਦੀ, ਲੋਕਾਂ ਨੇ ਮੱਥਾ ਟੇਕਣਾ, ਜੋ ਕੁਛ ਆਪਣੀਆਂ ਉਮੀਦਾਂ ਤੋਂ ਪੂਰੇ ਉਤਰਨਾ ਹੈਗਾ, ਉਹ ਤਾਂ ਉਹਨਾਂ ਲਈ, ਲੋਕਾਂ ਲਈ, ਸੰਗਤ ਲਈ ਤਾਂ ਗੁਰਦੁਆਰਾ ਸਾਹਿਬ ਇੱਕੋ ਜਿਹੇ ਹੈਗੇ। ਉਹਨਾਂ ਨੂੰ ਇਹ ਨਹੀਂ ਕਹਤਾ ਵੀ ਪ੍ਰਬੰਧ ਕੌਣ ਚਲਾਉਂਦਾ, ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ। ਇਹ ਨਹੀਂ ਹੈਗਾ, ਗੁਰੂ ਸਾਹਿਬਾਨ ਜਿੱਥੇ ਬਿਰਾਜਮਾਨ ਨੇ, ਉਹਨਾਂ ਕੋਲ ਜਦੋਂ ਉਹਨਾਂ ਨੇ ਅਰਦਾਸ ਕੀਤੀ ਹੈ ਨਾ, ਬਾਣੀ ਗੁਰੂ ਹੈ ਵਿੱਚ, ਬਾਣੀ ਅੰਮ੍ਰਿਤ ਸਾਰੇ ਹੈ ਨਾ, ਜਿੱਥੇ ਵੀ ਬਾਣੀ ਗੁਰੂ ਦੀ ਬਾਣੀ ਹੈ, ਲੋਕਾਂ ਨੇ ਉੱਥੇ ਨਤਮਸਤਕ ਹੋਣਾ। ਜੋ ਪਬਲਿਕ ਜਾਂਦੀ ਹੈ ਹਰਿਮੰਦਰ ਸਾਹਿਬ ਜੀ, ਜਿੱਥੇ ਵੀ ਸਾਡੇ ਪੰਜ ਤਖਤ ਸਾਹਿਬ ਨੇ, ਉੱਥੇ ਜਿੱਥੇ ਜਿੱਥੇ ਵੀ ਜਾਂਦੀ ਹੈ, ਗੁਰਦੁਆਰਾ ਸਾਹਿਬ ਜਿੱਥੇ ਵੀ ਜਾਂਦੀ ਹੈ, ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ। ਕੌਣ ਪ੍ਰਧਾਨ ਨੇ, ਕੌਣ ਖਜ਼ਾਨਚੀ ਨੇ, ਕੌਣ ਸਕੱਤਰ ਨੇ, ਇਹਨਾਂ ਦਾ ਮੀਡੀਆ ਮੈਨੇਜਮੈਂਟ ਕੀ, ਉਹਨਾਂ ਨੇ ਕੁਝ ਨਹੀਂ ਲੈਣਾ ਦੇਣਾ। ਉਹਨਾਂ ਨੇ ਜਾ ਕੇ ਗੁਰੂ ਸਾਹਿਬ ਨੂੰ ਮੱਥਾ ਟੇਕਣਾ ਹੈ, ਪ੍ਰਸ਼ਾਦ ਲੈਣਾ ਹੈ, ਆਪਣਾ ਅਰਦਾਸ ਕਰਨੀ ਹੈ, ਲੰਗਰ ਛਕਣਾ ਹੈ, ਸੇਵਾ ਕਰਨੀ ਹੈ, ਬੱਚਿਆਂ ਦੇ ਨਾਲ ਸਾਰਾ ਘੁੰਮਣਾ ਹੈ, ਤੇ ਗੁਰੂ ਸਾਹਿਬ ਨੂੰ ਪ੍ਰਣਾਮ ਕਰਕੇ ਘਰ ਆ ਜਾਣਾ। ਬਸ ਸਹੀ ਗੱਲ। ਉਹਨਾਂ ਨੇ ਕੋਈ ਲੈਣਾ ਦੇਣਾ ਨਹੀਂ। ਹਾਂ, ਇਹ ਸਿਆਸੀ ਮਸਲੇ ਆਪਸ ਦੇ ਲੱਗੇ, ਸਿਆਸੀ ਮਸਲਾ, ਸਿਆਸੀ ਹੈ ਇਹਦੇ ਵਿੱਚ। ਪਰ ਇਹਨਾਂ ਨੂੰ ਤਾਂ ਥੋੜ੍ਹਾ ਜਿਹਾ ਇਹਨਾਂ ਨੂੰ ਹਾਰਟ ਫੀਲ ਹੋਇਆ ਕਿ ਇਸ ਕਰਕੇ, ਕਿਉਂਕਿ ਪਾਰਟੀ ਬਹੁਤ ਪੁਰਾਣੀ ਹੈ। ਇਹ ਤਾਂ ਅਜੇ ਕੱਲ੍ਹ ਬਣੀ ਹੈ ਹਰਿਆਣਾ ਦੀ, ਅਤੇ ਉਹ ਤਾਂ 1925 ਤੋਂ ਬਣ ਕੇ ਚਲੀ ਆ ਰਹੀ ਹੈ। ਔਰ ਅਕਾਲੀ ਦਲ ਦੇ ਨਾਲ ਐਸੋਸੀਏਟ ਆ, ਪ੍ਰਕਾਸ਼ ਸਿੰਘ ਬਾਦਲ ਉਹਦੇ ਕਰਤਾ ਧਰਤਾ ਨੇ। ਔਰ ਉਹਦੇ ਵਿੱਚ ਨੋਮੀਨੇਸ਼ਨ ਜਿਹੜੀ ਕਰਦੇ ਆ, ਕੀ ਰੌਲਾ ਪਿਆ ਸੀ, ਬੀਬੀ ਜਗੀਰ ਕੌਰ ਨੇ ਕਹਿਤਾ ਮੈਂ ਪ੍ਰਧਾਨਗੀ ਲੈਣੀ ਆ, ਪਰ ਲਿਫਾਫੇ 'ਚੋਂ ਕੱਢ ਕੇ ਨਹੀਂ, ਜਿਹੜੀ ਲਿਫਾਫੇ 'ਚੋਂ ਆ ਜਾਂਦਾ ਨਾਂ। ਔਰ ਉਹਦੇ 'ਚ ਹਰਜਿੰਦਰ ਸਿੰਘ ਧਾਮੀ ਦੁਬਾਰਾ ਬਣ ਗਏ। ਔਰ ਉਹਦੇ ਵਿੱਚ ਉਹ ਐਡਵੋਕੇਟ ਨੇ, ਔਰ ਉਹਨਾਂ ਨੂੰ ਪਤਾ ਸੰਭਾਲ ਰਹੇ ਆ ਸਾਰਾ ਕੁਛ। ਔਰ ਜੋ ਉਹਨਾਂ ਦਾ ਇਹ ਹੈਗਾ, ਵੈਸੇ ਚੱਲ ਤਾਂ ਬੜਾ ਸਮੂਥਲੀ ਰਿਹਾ ਸੀ, ਬੜਾ ਕੁਛ ਹੋ ਰਿਹਾ। ਪਰ ਰਹੀ ਗੱਲ ਕਿੱਥੇ ਹੈਗਾ, ਕੁਰਸੀਆਂ ਦੀ ਲੜਾਈ ਆ। ਫਿਰ ਉਹਦੇ ਵਿੱਚ ਉਹੀ ਹੈ, ਪ੍ਰਧਾਨਗੀ ਲੈਣੀ ਆ, ਮੀਤ ਪ੍ਰਧਾਨ ਬਣਨਾ
ਹੈ ਨਾ, ਸ਼੍ਰੋਮਣੀ ਕਮੇਟੀ ਦਾ ਮੈਂ ਜਨਰਲ ਜਿਹੜਾ ਅਸਿਸਟੈਂਟ ਬਣਨਾ, ਉਹਦੇ 'ਚ ਮੈਂਬਰ ਸੀਨੀਅਰ ਬਣਨਾ, ਹੈ ਨਾ, ਉਹ ਚੀਜ਼ਾਂ ਜਿਹੜੀਆਂ ਆਪੋ ਇਹ 'ਚ ਗੁੱਥਮ ਗੁੱਥਾ ਕਰਵਾਉਂਦੀਆਂ। ਨੈਚੁਰਲੀ। ਔਰ ਗੁਰੂ ਸਾਹਿਬ ਨੇ ਕੀ ਫਰਮਾਇਆ? ਤਿਆਗ, ਹਾਂ ਮਨ ਨੀਵਾਂ ਮਤ ਉੱਚੀ। ਹਾਂ ਅਸੀਂ ਗੁਰੂ ਸਾਹਿਬ ਦੀ ਛਤਰ ਛਾਇਆ 'ਚ ਬਹਿ ਕੇ, ਆਹ ਬਾਣੀ ਦੀ ਛਤਰ ਛਾਇਆ 'ਚ ਬਹਿ ਕੇ ਅਸੀਂ ਆਪਸ 'ਚ ਲੜੀ ਜਾਂਦੇ ਹਾਂ। ਆਹ ਜਿੱਥੋਂ ਲੋਕਾਂ ਨੇ ਆ ਕੇ ਸਿੱਖਣਾ ਹੈ, ਆਹ ਉੱਥੇ ਜਿਹੜੇ ਅਸੀਂ ਬੈਠੇ ਆ, ਅਸੀਂ ਆਪਸ 'ਚ ਲੜੀ ਜਾਂਦੇ ਹਾਂ। ਮਤਲਬ ਅਸੀਂ ਆਪ ਕੀ ਸਿੱਖਦੇ ਪਏ ਆ ਗੁਰੂ ਸਾਹਿਬ ਕੋਲੋਂ, ਬਾਣੀ ਕੋਲੋਂ? ਅਸੀਂ ਤਾਂ ਨਾਲ ਜੁੜੇ ਹੋਏ, ਸਾਨੂੰ ਤਾਂ ਸਗੋਂ ਜ਼ਿਆਦਾ ਪਤਾ ਹੋਣਾ ਚਾਹੀਦਾ, ਸਾਨੂੰ ਤਾਂ ਸਗੋਂ ਜ਼ਿਆਦਾ ਸਿਆਣੇ ਹੋਣਾ ਚਾਹੀਦਾ। ਹੁਣ ਜੇ ਇੱਕ ਉਦਾਰ ਗੱਲ ਦੇਖੀ ਜਾਵੇ, ਇੱਕ ਵਿਰਾਗ ਦਿਲੀ, ਖੁੱਲੇ ਦਿਲ ਦੀ ਦੇਖੀ ਜਾਵੇ, ਵੀ ਗੁਰਦੁਆਰਾ ਸਾਹਿਬ ਦਾ ਔਰ ਪੰਜ ਅਕਾਲ ਤਖਤ ਸਾਹਿਬ ਹੋ ਗਏ, ਪੰਜਾਂ ਤਖਤਾਂ ਦਾ, ਸ਼੍ਰੀ ਹਰਿਮੰਦਰ ਸਾਹਿਬ ਦਾ, ਸਾਰੀ ਵਿਵਸਥਾ, ਸਾਰਾ ਪ੍ਰਬੰਧ ਤਾਂ ਠੀਕ ਚੱਲ ਰਿਹਾ ਨਾ। ਬਸ ਜੋ ਵੀ ਚਲਾ ਰਹੇ ਨੇ ਪ੍ਰਬੰਧ ਠੀਕ ਚੱਲ ਰਿਹਾ। ਜਿਹੜੀ ਉੱਥੇ ਸਾਰੀ ਪਬਲਿਕ ਆ ਰਹੀ ਹੈ, ਜਿਹੜੀ ਸਾਰੀ ਸੰਗਤ ਆ ਰਹੀ ਹੈ, ਉਹਨਾਂ ਨੂੰ ਸਾਰੀਆਂ ਸੁੱਖ ਸੁਵਿਧਾਵਾਂ ਮਿਲ ਰਹੀਆਂ ਨੇ, ਬਹੁਤ ਵਧੀਆ। ਗੁਰੂ ਸਾਹਿਬ ਦੀ ਕਿਰਪਾ ਨਾਲ ਸਭ ਵਧੀਆ ਚੱਲਦਾ ਪਿਆ, ਸਭ ਨੂੰ ਸੁੱਖ ਮਿਲਦਾ ਪਿਆ, ਬਹੁਤ ਵਧੀਆ। ਤੂੰ ਪ੍ਰਧਾਨ ਬਣ, ਉਹ ਕੋਈ ਹੋਰ ਬਣੇ, ਉਹ 'ਚ ਕੀ ਫਰਕ ਪੈਂਦਾ? ਗੱਲ ਤਾਂ ਇਹ ਹੈ ਕਿ ਅਸੀਂ ਬਾਣੀ ਨਾਲ ਜੁੜੇ, ਬਾਣੀ ਤੋਂ ਸਿੱਖਿਆ, ਅਸੀਂ ਆਪਣੇ ਜੀਵਨ ਨੂੰ ਸਫਲ ਕੀਤਾ, ਗੁਰੂ ਸਾਹਿਬ ਦੇ ਲੜ ਲੱਗੇ ਹਾਂ, ਤੇ ਅਸੀਂ ਆਪਣੇ ਜੀਵਨ ਦੇ ਵਿੱਚ ਅਸੀਂ ਆਪਣੇ ਆਪ ਨੂੰ ਇੱਕ ਮਤਲਬ ਵਧੀਆ ਇਨਸਾਨ ਬਣਾਉਣ 'ਚ ਕਾਮਯਾਬ ਹੋਏ, ਆਪਣੇ ਆਪ ਸੁਧਾਰ ਕਰਨ ਦੇ ਵਿੱਚ ਕਾਮਯਾਬ ਹੋਏ। ਗੱਲ ਤਾਂ ਆਹ ਹੈਗੀ ਆ। ਬਾਣੀ ਨਾਲ ਜੁੜਨ ਦਾ ਮਤਲਬ ਤਾਂ ਇਹ ਹੈ, ਕੋਈ ਵੀ ਐਡਮਿਨਿਸਟ੍ਰੇਸ਼ਨ ਚਲਾਵੇ, ਐਡਮਿਨਿਸਟ੍ਰੇਸ਼ਨ ਵਧੀਆ ਚੱਲਣੀ ਚਾਹੀਦੀ ਹੈ, ਸਭ ਨੂੰ ਮਿਲ ਕੇ ਚਲਾਉਣੀ ਚਾਹੀਦੀ ਹੈ। ਕੋਈ ਪ੍ਰਧਾਨ ਨਹੀਂ, ਕੋਈ ਸਕੱਤਰ ਨਹੀਂ, ਕੋਈ ਖਜ਼ਾਨਚੀ ਨਹੀਂ, ਕੁਝ ਨਹੀਂ, ਸਭ ਮਿਲ ਕੇ ਸੇਵਾ ਕਰਦੇ ਆ ਜੀ, ਗੱਲ ਖਤਮ। ਸਭ ਮਿਲ ਕੇ ਸੇਵਾ ਕਰੋ, ਮਿਲ ਜੁਲ ਕੇ ਫੈਸਲੇ ਕਰੋ, ਜਿੱਥੇ ਸਲਾਹ ਲੈਣ ਦੀ ਲੋੜ ਹੈ ਸਲਾਹ ਲਵੋ, ਸਾਰੇ ਮਿਲ ਕੇ ਕਰੋ। ਮਤਲਬ ਤਾਂ ਇਹ ਹੈ ਕਿ ਗੁਰੂ ਸਾਹਿਬ ਨੇ ਜੋ ਸਥਾਨ ਬਣਾਇਆ ਸਾਡੇ ਸਾਰਿਆਂ ਵਾਸਤੇ, ਉਸ ਸਥਾਨ ਦੀ ਪਵਿੱਤਰਤਾ ਨੂੰ ਉਵੇਂ ਹੀ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੀਏ। ਗੱਲ ਤਾਂ ਇੰਨੀ ਕਾ। ਵੈਸੇ ਇਹ ਸਿਰਫ ਹਰਿਆਣਾ ਦੇ ਜਿਹੜੇ ਲੋਕ ਨੇ ਜਾਂ ਜਥੇਦਾਰ ਨੇ, ਉਹਨਾਂ ਹੀ ਵੱਖਰੇ ਹੋਣ ਦੀ ਕਮੇਟੀ ਨਹੀਂ ਬਣਾਈ। ਪੰਜਾਬ ਵਿੱਚ ਵੀ ਇਹਨਾਂ ਦੀ ਆਪਸੀ ਵੀ ਗੜਬੜ ਰਹੀ ਹੈ। ਜਿਹੜੇ ਬੈਠਣ ਜਿੰਨੇ ਵੀ ਪੁਰਾਣੇ ਨੇਤਾ ਨੇ ਅਕਾਲੀ ਦਲ ਦੇ, ਉਹ ਵੀ ਗੁੱਸਾ ਨਾਰਾਜ਼ ਹੋ ਕੇ ਵੱਖਰੇ ਹੋ ਗਏ। ਔਰ ਉਸ ਤੋਂ ਬਾਅਦ ਬੀਬੀ ਜਗੀਰ ਕੌਰ ਜਿਹੜੀ ਇੱਦਾਂ ਦੇ ਪ੍ਰਧਾਨ ਵੀ ਰਹੇ ਆ, ਔਰ ਉਹ ਅੱਛੀਆਂ ਉਪਾਧੀਆਂ 'ਤੇ ਰਹੇ ਇਹਦੇ ਵਿੱਚ, ਔਰ ਉਹ ਵੀ ਇੱਥੋਂ ਇਹਨਾਂ ਤੋਂ ਦੂਰ ਚਲੇ ਗਏ, ਔਰ ਉਹਨਾਂ ਤੋਂ ਵੱਖਰੇ ਪਾਸੇ ਉਹਨਾਂ ਨੇ ਆਪਣਾ ਸਾਰਾ ਕੁਝ ਬਣਾ ਲਿਆ। ਔਰ ਇਸੇ ਤਰ੍ਹਾਂ ਦੀਆਂ ਜਿਹੜੀਆਂ ਵੱਖਰੀਆਂ ਪਦਵੀਆਂ ਵਾਲੇ ਜਿੰਨੇ ਵੀ ਨੇਤਾ ਨੇ, ਇਹ ਆਪਸੀ ਇਹਨਾਂ ਦੀ ਜਿਹੜੀ ਹੁੰਦੀ ਆ ਨਾ ਖਿੱਚੋਤਾਣੀ, ਉਹ ਚੱਲਦੀ ਰਹਿੰਦੀ ਹੈ। ਔਰ ਮੇਰਾ ਖਿਆਲ ਹੈ ਕਿ ਇਹਦੇ ਵਿੱਚ ਜਿਹੜਾ ਨਾ ਉਹ ਸਿਆਸੀ ਸੋਚ ਉਹ ਹੈ, ਉਹਦੇ ਵਿੱਚ ਪੱਕਾ ਹੈ, ਉਹਦੇ ਵਿੱਚ ਵਿਅਕਤੀਗਤ ਤੌਰ 'ਤੇ ਜਿਹੜਾ ਉਹ ਸਾਰਾ ਕੁਝ ਆ ਜਾਂਦਾ, ਜਿਹਨੂੰ ਅਸੀਂ ਕਹਿੰਦੇ ਹਾਂ ਜਿਸ 'ਚ ਹਿਊਮੈਨਿਟੀ ਜਿਹੜੀ ਹੈ ਨਾ, ਸਾਈਕੀ ਆਦਮੀ ਦੀ, ਉਹ ਕਰਕੇ ਉਹ ਲੜਾਈ ਕਰਦੀ ਹੈ। ਜਦੋਂ ਇਹ ਗੁਰਦੁਆਰਾ ਸਾਹਿਬ ਬਹਿੰਦੇ ਨੇ, ਬਾਣੀ ਪੜ੍ਹਦੇ, ਉਦੋਂ ਦਾ ਬਿਲਕੁਲ ਇੱਕ ਚਿੱਤ ਹੋ ਕੇ ਕਰਦੇ, ਇੱਕ ਮਨ ਹੋ ਕੇ ਕਰਦੇ ਸਾਰਾ ਕੁਝ ਹੈ। ਜਦੋਂ ਉਹੀ ਬੰਦੇ ਆ ਕੇ ਕੁਰਸੀ 'ਤੇ ਬਹਿ ਜਾਂਦੇ ਆ ਜਾਂ ਉਹਦੇ ਵਿੱਚ ਪਦਵੀ ਨੂੰ ਗ੍ਰਹਿਣ ਕਰ ਲੈਂਦੇ, ਤਾਂ ਉੱਥੇ ਆ ਕੇ ਕਈ ਕੁਝ ਬਦਲ ਜਾਂਦਾ, ਕੀ ਹੋ ਜਾਂਦਾ ਉਹਨਾਂ ਨੂੰ, ਉਹਨੂੰ ਸਾਰਾ ਕੁਝ ਬਦਲ ਜਾਂਦਾ। ਔਰ ਉਹ ਜੇ ਕੁਝ ਲੋਕ ਹੈਗੇ ਵੀ ਇਹਨਾਂ 'ਚ ਜਿਹੜੇ ਅੱਛੇ ਲੋਕ ਆ, ਜਿਨ੍ਹਾਂ ਨੇ ਬਹੁਤ ਕੁਝ ਕੀਤਾ, ਜਥੇਦਾਰ ਲੌਂਗੋਵਾਲ ਸਾਹਿਬ ਰਹੇ ਹੈਗੇ ਆ, ਬਿਲਕੁਲ ਲੌਂਗੋਵਾਲ ਸਾਹਿਬ ਕਿੰਨਾ ਕੁਝ ਕੰਮ ਕਰ ਗਏ ਆ। ਔਰ ਟੌੜਾ ਸਾਹਿਬ ਰਹੇ ਆ, ਹੈ ਨਾ, ਗੁਰਚਰਨ ਸਿੰਘ ਟੌੜਾ ਜੀ ਨੇ ਬੜਾ ਕੁਝ ਕੰਮ ਕੀਤਾ। ਔਰ ਪੁਰਾਣੀ ਜਿਹੜੇ ਨੀਤੀਵਾਨ ਰਹੇ ਨੇ, ਜੇ ਉਹ ਰਹੇ ਨੇ, ਅਤੇ ਜਥੇਦਾਰ ਰਹੇ ਵੀ 25-25 ਸਾਲ ਆ, ਉਹਨਾਂ ਨੇ ਸਮੂਥਲੀ ਕੰਮ ਕੀਤਾ, ਬੜਾ ਕੁਝ ਕੀਤਾ, ਕਦੀ ਰੋਸ ਜ਼ਾਹਰ ਨਹੀਂ ਕੀਤਾ। ਔਰ ਜਦੋਂ ਕਿ ਨਵੇਂ ਲੋਕ ਆਏ ਆ, ਉਹਨਾਂ ਵਿੱਚ ਕੁਝ ਜੰਗ ਬਲੱਡ ਦੇ ਲੋਕ ਆ ਗਏ, ਬੜਾ ਕੁਝ ਆ ਗਿਆ, ਉਹਦੇ ਵਿੱਚ ਉਦੋਂ ਹਫੜਾ ਦਫੜੀ ਪਈ ਹੈ। ਪੁਰਾਣੇ ਕਿਸੇ ਵੀ ਜਥੇਦਾਰ ਦਾ ਨਾਂ ਲਓ, ਕਿੰਨੇ ਡਿਸਿਪਲਨ, ਕਿੰਨੇ ਜਿਹੜੇ ਆ ਲੋਕਾਂ ਦੇ ਭਲੇ ਲਈ ਕੰਮ ਕਰ ਗਏ ਆ, ਔਰ ਗੁਰੂ ਮਹਾਰਾਜ ਦੇ ਉਪਦੇਸ਼ ਦੇ ਉੱਤੇ ਚੱਲ ਕੇ ਸਰਬੱਤ ਦਾ ਭਲਾ ਦਾ ਮੰਗਿਆ ਉਹਨਾਂ ਨੇ। ਔਰ ਉਹੀ ਐਸਜੀਪੀਸੀ ਦੇ ਲੋਕ ਸੀਗੇ, ਐਸਜੀਪੀਸੀ ਦੇ ਨੇਤਾ ਸੀਗੇ। ਬਿਲਕੁਲ ਬਲਕਾਰ ਜੀ, ਸਹੀ ਗੱਲ ਇਹ ਹੈ ਕਿ ਤੁਸੀਂ ਜਿੱਥੇ ਵੀ ਜਾਓਗੇ, ਤੁਹਾਨੂੰ ਇਹੀ ਪੁੱਛਿਆ ਜਾਏਗਾ ਤੁਸੀਂ ਕੀ ਸਿੱਖਦੇ ਪਏ ਹੋ, ਬਾਣੀ ਨੂੰ ਕਿੰਨਾ ਉਤਾਰਦੇ ਪਏ ਹੋ ਆਪਣੇ ਜੀਵਨ ਦੇ ਵਿੱਚ, ਬਾਣੀ ਤੋਂ ਕੀ ਸਿੱਖਦੇ ਪਏ ਹੋ। ਸਿੰਪਲ ਗੱਲ ਇਹ ਹੈ, ਠੀਕ ਹੈ ਨਾ। ਔਰ ਜੇ ਅਸੀਂ ਦੇਖੀਏ, ਕਈ ਵਾਰ ਐਸੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ, ਆਪਸ ਵਿੱਚ ਝਗੜੇ ਹੁੰਦੇ ਪਏ ਨੇ, ਹੈ ਨਾ, ਤਲਵਾਰਾਂ ਖਿੱਚ ਲਈਆਂ, ਮਤਲਬ ਇਹ ਕੀ ਹੋ ਰਿਹਾ, ਇੱਕ ਦੂਜੇ ਨੂੰ ਕੁੱਟਦੇ ਪਏ ਆ। ਹੁਣ ਇਹ ਕਿਰਦਾਰ ਅਸੀਂ ਦਿਖਾਈਏ ਤੇ ਫਿਰ ਲੋਕਾਂ ਨੂੰ ਕੀ ਸੰਦੇਸ਼ ਦੇਵਾਂਗੇ, ਲੋਕਾਂ ਨੂੰ ਕੀ ਜਾ ਕੇ ਸਮਝਾਵਾਂਗੇ ਅਸੀਂ? ਲੋਕ ਅੱਗੋਂ ਸਾਨੂੰ ਕਹਿਣਗੇ ਤੁਸੀਂ ਆਪ ਸਮਝ ਗਏ ਹੋ, ਆਪ ਤਾਂ ਤੁਸੀਂ ਲੜਦੀ ਜਾਂਦੇ ਹੋ ਆਪਸ ਦੇ ਵਿੱਚ, ਆਪ ਤਾਂ ਤੁਹਾਡੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਲੜਦੇ ਦੀਆਂ, ਗੁੱਥਮ ਗੁੱਥਾ ਹੁੰਦੇ ਦੀਆਂ, ਤੇ ਸਾਨੂੰ ਤੁਸੀਂ ਸਮਝਾਉਣ ਲੱਗੇ ਹੋਏ, ਪਹਿਲਾਂ ਆਪ ਤਾਂ ਸਮਝ ਜਾਓ। ਲੋਕੀ ਅੱਗੋਂ ਕੀ ਕਹਿਣਗੇ? ਮਤਲਬ ਸਾਡੇ ਤੋਂ ਲੋਕਾਂ ਨੂੰ ਸਿੱਖਣਾ ਚਾਹੀਦਾ ਹੈ, ਤੇ ਅਸੀਂ ਆਪ ਇਦਾਂ ਦਾ ਕਿਰਦਾਰ ਪੇਸ਼ ਕਰਾਂਗੇ ਤਾਂ ਲੋਕਾਂ ਦੇ ਵਿੱਚ ਸਾਡੀ ਕੀ ਮਤਲਬ ਹੈਸੀਅਤ ਰਹਿ ਜਾਏਗੀ, ਕੀ ਇਮੇਜ ਬਣੇਗੀ। ਸੋ ਇਹ ਸਾਨੂੰ ਸਿੱਖਣਾ ਚਾਹੀਦਾ ਕਿ ਜਦੋਂ ਅਸੀਂ ਆਪ ਜੁੜੇ ਹੋਏ ਹਾਂ ਬਾਣੀ ਦੇ ਨਾਲ, ਤੇ ਸਾਡਾ ਕਿਰਦਾਰ ਉੱਦਾਂ ਦਾ ਹੋਵੇ ਕਿ ਲੋਕ ਪਿੱਠ ਪਿੱਛੇ ਵੀ ਸਾਡੀ ਬੁਰਾਈ ਨਾ ਕਰ ਸਕਣ, ਕਹਿਣ ਯਾਰ ਜੇ ਕੋਈ ਬੁਰਾਈ ਕਰੇ ਵੀ ਨਾ ਤਾਂ ਕਹਿਣ ਨਾ ਵੇ ਨਾ, ਇੱਦਾਂ ਨਹੀਂ, ਉਹ ਬੰਦਾ ਬੜਾ ਖਰਾ ਹੈ, ਉਹ ਤਾਂ ਬਾਣੀ ਨਾਲ ਜੁੜਿਆ ਬੰਦਾ। ਮਤਲਬ ਸਾਡੀ ਪਿੱਠ ਪਿੱਛੇ ਵੀ ਸਾਡੀ ਤਾਰੀਫ ਹੋਵੇ, ਉਹ ਹੁੰਦਾ ਕਿਰਦਾਰ।
ਸੋ ਇਹ ਚੀਜ਼ਾਂ ਨਾ ਸੁਖਾਵੀਆਂ ਨਹੀਂ, ਚੰਗੀਆਂ ਨਹੀਂ ਲੱਗਦੀਆਂ ਸਾਨੂੰ। ਜੋ ਗੁਰੂ ਸਾਹਿਬ ਨੇ ਸੰਦੇਸ਼ ਦਿੱਤਾ ਉਹਦੇ ਮੁਤਾਬਿਕ ਚੱਲੀਏ। ਪੰਜਾਬ ਕੋਲ ਤੇ ਇੱਕੋ ਹੀ ਸੋਚ ਹੈ, ਗੁਰੂ ਸਾਹਿਬ ਦੀ ਸੋਚ, ਹੋਰ ਕੁਝ ਹੈ ਹੀ ਨਹੀਂ ਪੰਜਾਬ ਦੇ ਕੋਲ। ਔਰ ਇਸ ਸੋਚ ਤੇ ਚੱਲੋ ਤਾਂ ਸਭ ਕੁਝ ਫਤਿਹ ਹੀ ਫਤਿਹ ਹੈ, ਪੂਰਾ ਸੰਪੂਰਨ ਹੈ ਸਾਰਾ, ਫਤਿਹ ਹੀ ਫਤਿਹ ਹੈ ਜੀ। ਸੋ ਆਪਾਂ ਅੱਗੇ ਚੱਲਦੇ ਹਾਂ ਜੀ। ਪੰਜਾਬ ਦੇ ਪ੍ਰਵਾਸੀ ਭਾਰਤੀਆਂ ਵੱਲੋਂ ਪਿੰਡਾਂ ਦੇ ਵਿਕਾਸ ਲਈ ਵੱਡਾ ਯੋਗਦਾਨ ਪਾਇਆ ਗਿਆ। ਅੱਜ ਕੋ ਫਿਰ ਵੀ ਆ ਜਾਂਦੇ ਨੇ ਨਾ ਪ੍ਰਵਾਸੀ ਭਾਰਤੀ। ਪੰਜਾਬ ਜਿਹਨੂੰ ਕਹਿੰਦੇ ਨੇ ਕਿ ਆਪਾਂ ਮਿੱਟੀ ਦੀ ਖੁਸ਼ਬੂ ਕਹਿ ਲਓ, ਮਿੱਟੀ ਵਾਜਾ ਮਾਰਦੀ ਕਹਿ ਲਓ, ਮਤਲਬ ਪੰਜਾਬ ਨਾਲ ਪਿਆਰ ਜਾਂ ਆਪਣੇ ਉਹ ਬਚਪਨ ਦੇ ਦਿਨ ਜਿੱਥੇ ਬਿਤਾਏ ਨੇ ਉਹ ਨਾਲ ਪਿਆਰ ਹੈ। ਸੋ ਫਿਰ ਮੁੜ ਕੇ ਆਉਂਦੇ ਨੇ, ਫਿਰ ਹੈਲਪ ਕਰਨ ਵਾਸਤੇ ਆ ਜਾਂਦੇ ਨੇ। ਹਾਂ, ਇਹ ਵੈਸੇ ਇਹ ਗੱਲ ਬੜੀ ਪ੍ਰਚਲਿਤ ਰਹੀ ਹੈ। ਪਿਛਲੀ ਸਰਕਾਰਾਂ 'ਚ ਵੀ ਇਹਨਾਂ ਦਾ ਬੜਾ ਵੱਡਾ ਯੋਗਦਾਨ ਰਿਹਾ, ਤਾਂ ਆਹ ਜਿਹੜੀ ਮੌਜੂਦਾ ਸਰਕਾਰ ਹੈ ਇਹਦੇ ਵਿੱਚ ਵੀ ਇਹਨਾਂ ਨੇ ਖੁੱਲ੍ਹ ਦਿਲੀ ਨਾਲ ਪੈਸਾ ਜਿਹੜਾ ਦਿੱਤਾ, ਯੋਗਦਾਨ ਪਾਇਆ ਫਾਈਨੈਂਸ਼ੀਅਲੀ। ਔਰ ਉਹਦੇ ਵਿੱਚ ਇਹਨਾਂ ਨੇ ਕਈ ਪਿੰਡਾਂ ਦੇ ਵਿੱਚ ਤਾਂ ਸੜਕਾਂ ਵੀ ਆਪ ਬਣਵਾਤੀਆਂ। ਕਈ ਪਿੰਡਾਂ 'ਚ ਸਕੂਲ, ਨਵਾਂ ਸ਼ਹਿਰ ਦੇ ਵਿੱਚ ਕੁਝ ਸਕੂਲ ਨੇ, ਉਹਨਾਂ ਦਾ ਐਗਜ਼ਾਮਪਲ ਦਿੱਤੀ ਇਹਨਾਂ ਨੇ ਕਿ ਉਹ ਸਕੂਲ ਬਣਾ ਦਿੱਤੇ ਆ। ਤੀਜੀ ਗੱਲ ਇਹਨਾਂ ਨੇ ਮੰਡੀਆਂ ਦੇ ਵਿੱਚ ਜਿਹੜੀ ਆਵਾਜਾਈ ਲਈ ਸੜਕਾਂ ਬਣਨੀਆਂ ਸੀ, ਉੱਥੇ ਸ਼ੈੱਡ ਬਣਨੇ ਸੀ, ਉਹਦੇ ਲਈ ਸਾਰਾ ਕੁਝ ਸੀਗਾ। ਪੰਚਾਇਤਾਂ ਔਰ ਬਲਾਕ ਡਿਵੈਲਪਮੈਂਟ ਅਫਸਰ ਜਿਹੜੇ ਆ ਉਹਨਾਂ ਨੇ NRIਆਂ ਨੂੰ ਜਿਹੜੀ ਉਦੋਂ ਥੋੜ੍ਹੀ ਬਹੁਤ ਇਹ ਕਿਹਾ ਕਿ ਤੁਸੀਂ ਯੋਗਦਾਨ ਪਾਓ, ਅਤੇ ਉਹ ਪੈਸਾ ਉਹਨਾਂ ਦੇ ਫੰਡ 'ਚ ਪਾ ਦਿੱਤਾ। ਔਰ ਇਹਦੇ ਵਿੱਚ ਜਿਹੜੇ ਇਸ ਵੇਲੇ ਪੰਚਾਇਤ ਮੰਤਰੀ ਨੇ, ਇਹ ਉਹਨਾਂ ਦਾ ਬਿਆਨ ਆ, ਉਹਨਾਂ ਨੇ ਕਿਹਾ ਕਿ ਸਭ ਤੋਂ ਵੱਡੀ ਕੰਟਰੀਬਿਊਸ਼ਨ ਜਿਹੜੀ ਹੈਗੀ ਆ NRI ਵੀਰਾਂ ਦੀ ਹੈਗੀ ਆ ਪੰਜਾਬ ਦੇ ਵਿੱਚ। ਜਿੱਥੇ ਅਸੀਂ ਉਹਨਾਂ ਨੂੰ ਕਿਹਾ ਵਾ, ਮਾਝੇ 'ਚ ਵੀ ਜਿੱਥੇ NRI ਵੀਰ ਨੇ, ਉਹਨਾਂ ਨੇ ਉੱਥੇ ਆ ਕੇ ਸਾਨੂੰ ਪੈਸਾ ਦਿੱਤਾ ਵਾ ਸਕੂਲਾਂ ਲਈ ਔਰ ਧਾਰਮਿਕ ਸਥਾਨਾਂ ਲਈ ਔਰ ਸੜਕਾਂ ਲਈ, ਨਹਿਰਾਂ ਲਈ, ਪੁਲੀਆਂ ਲਈ ਔਰ ਨਾਲੀਆਂ ਪੱਕੀਆਂ ਕਰਾਉਣ ਲਈ। ਨਵਾਂ ਸ਼ਹਿਰ ਦਾ ਏਰੀਆ ਜਿਹੜਾ ਹੈਗਾ, ਉਸ ਏਰੀਏ ਦੇ ਵਿੱਚ ਵੀ ਬਹੁਤ ਲੋਕ ਨੇ ਬਾਹਰ, ਔਰ ਜਲੰਧਰ ਦਾ ਖਾਸ ਤੌਰ 'ਤੇ ਹੱਬ ਹੈ, NRI ਹੱਬ ਹੈਗੇ ਇੱਥੇ ਵੀ ਆ। ਔਰ ਇਹਨਾਂ ਦੇ ਵਿੱਚ ਇਹਨਾਂ ਦੀ ਐਸੋਸੀਏਸ਼ਨ ਵੀ ਹੈਗੀ ਆ, ਉਹਦੇ ਪ੍ਰਧਾਨ ਜਿਹੜੇ ਹੈਗੇ ਨੇ ਉਹ ਵੀ ਇੱਥੋਂ ਜਲੰਧਰ ਦੇ ਆ। ਔਰ ਉਹਨਾਂ ਦੇ ਲਈ ਇਹਨਾਂ ਨੇ ਪਹਿਲਾਂ ਸਮਾਗਮ ਬੜੇ ਕਰਵਾਏ ਸੀਗੇ। ਹੁਣੇ ਇਹਨਾਂ ਨੇ ਹਰ ਜ਼ਿਲ੍ਹੇ ਦੇ ਵਿੱਚ ਉਹਨਾਂ ਦੀ ਸਮੱਸਿਆਵਾਂ ਨੂੰ ਜਿਹੜਾ ਸੁਣਨ ਲਈ ਔਰ ਉਹਨਾਂ ਨੂੰ ਹੱਲ ਕਰਨ ਲਈ ਜਿਹੜੇ ਪੰਚਾਇਤ ਮੰਤਰੀ ਨੇ ਧਾਲੀਵਾਲ ਜੀ, ਉਹ ਇਕੱਠੇ ਆਪ ਗਏ ਸੀ, ਉਹਨਾਂ ਨਾਲ ਮਿਲ ਕੇ ਉਹਨਾਂ ਨੇ ਉਹਦੇ 'ਚ ਪ੍ਰਧਾਨਗੀ ਕੀਤੀ ਔਰ ਸਾਰੇ NRI ਵੀਰ ਇਕੱਠੇ ਹੋਏ। ਔਰ ਉਦੋਂ ਇਹਨਾਂ ਨੇ ਉਹਨਾਂ ਨੂੰ ਪ੍ਰੇਰਿਤ ਕੀਤਾ ਕਿ ਤੁਸੀਂ ਪੰਜਾਬ ਨੂੰ ਥੋੜ੍ਹਾ ਜਿਹਾ, ਅਸੀਂ ਚਾਹੁੰਦੇ ਕਿ ਥੋੜ੍ਹਾ ਹੋਰ ਪੈਸਾ ਦੇ ਕੇ ਸਾਡੇ ਕੋਲ ਪੈਸੇ ਖਜ਼ਾਨਾ ਖਾਲੀ ਹੈ, ਸਾਡੇ ਪੀਪੇ ਖੜਕ ਰਹੇ ਪੈਸੇ ਵੱਲੋਂ, ਕੋਈ ਸਿੱਕਾ ਨਹੀਂ ਸਾਡੇ ਕੋਲ। ਫਿਰ NRI ਵੀਰ ਸਾਰੇ ਮੰਨੇ, ਜਿਹੜੇ ਪ੍ਰੈਜ਼ੀਡੈਂਟ ਸਾਹਿਬ ਨੇ ਇਹਨਾਂ ਦੇ ਉਹ ਵੀ ਮੰਨੇ। ਔਰ ਅਮਰੀਕਾ ਤੋਂ ਖਾਸ ਤੌਰ 'ਤੇ ਬਹੁਤ ਪੈਸਾ ਆਇਆ, ਕੈਲੀਫੋਰਨੀਆ ਤੋਂ ਆਇਆ, ਵਾਸ਼ਿੰਗਟਨ ਤੋਂ ਆਇਆ, ਔਰ ਜਿੱਥੇ ਜਿੱਥੇ ਇਹਨਾਂ ਦੀ ਐਸੋਸੀਏਸ਼ਨ ਹੈਗੀ ਆ, ਇਹਨਾਂ ਮਾਲੋ ਮਾਲ ਕੀਤਾ ਪੰਜਾਬ ਨੂੰ। ਔਰ ਪੰਜਾਬ ਸਰਕਾਰ ਮੰਨੀ ਹੈ। ਔਰ ਤਦੇ ਕਰਕੇ ਹੀ ਭਗਵੰਤ ਮਾਨ ਜੀ ਨੇ ਕੀਤਾ ਕਿ ਜਿਹੜੀ ਕੰਪਨੀਆਂ ਨਿਵੇਸ਼ ਕਰਨ ਇੱਥੇ, ਤਦੇ ਕਰਕੇ ਇਹਨਾਂ ਨੇ ਬਿਜਲੀ ਲੋਕਾਂ ਨੂੰ ਦਿੱਤੀ ਆ। ਕਿਉਂਕਿ ਬਿਜਲੀ ਜੇ ਦੇਤੀ ਤਾਂ ਪੈਸਾ ਤਾਂ ਇਹਨਾਂ ਕੋਲ ਬਿੱਲ ਦੇ ਰਾਹੀਂ ਆਉਣਾ ਹੀ ਕੁਝ ਨਹੀਂ ਸੀਗਾ। ਔਰ ਉਹਦੇ ਵਿੱਚ ਅਮਰੀਕਾ ਤੋਂ ਬਾਅਦ ਬ੍ਰਿਟੇਨ, ਇੰਗਲੈਂਡ 'ਚ ਵੀ ਜਿਹੜੇ ਪ੍ਰਵਾਸੀ ਭਾਰਤੀ ਸਾਡੇ NRI ਵੀਰ ਬੈਠੇ ਨੇ, ਲੰਡਨ 'ਚ ਖਾਸ ਕਰਕੇ, ਉਹਨਾਂ ਨੇ ਵੀ ਬਹੁਤ ਦਿੱਤਾ। ਔਰ ਉਹਦੇ ਵਿੱਚੋਂ ਨਿਊਜ਼ੀਲੈਂਡ, ਫਰਾਂਸ ਤੋਂ, ਆਸਟ੍ਰੇਲੀਆ 'ਚੋਂ ਵੀ ਆਇਆ। ਔਰ ਬਾਕਾਇਦਾ ਤੌਰ 'ਤੇ ਜੇ ਤੁਸੀਂ ਰਿਪੋਰਟ ਪੜ੍ਹੋ, ਔਰ ਉਹ ਜਿਹੜੇ ਪੰਚਾਇਤ ਮੰਤਰੀ ਨੇ ਉਹਨਾਂ ਨੇ ਬਾਕਾਇਦਾ ਤੌਰ 'ਤੇ ਇਹਦਾ ਨਾਂ ਲਿਆ ਕਿ ਜੇ NRI ਵੀਰ ਸਾਡੇ ਨਾਲ ਇਸੇ ਤਰ੍ਹਾਂ ਭਰੋਸੇਯੋਗ ਤਰੀਕੇ ਨਾਲ ਚੱਲਦੇ ਰਹਿਣਗੇ ਤੇ ਹੋ ਸਕਦਾ ਕਿ ਅਸੀਂ ਸੈਂਟਰ ਦੇ ਅੱਗੇ ਵੀ ਹੱਥ ਨਹੀਂ ਅਡਾਵਾਂਗੇ, ਕਿ ਅਸੀਂ ਉਹਨਾਂ ਨੂੰ ਕਹਾਂਗੇ ਕਿ ਤੁਸੀਂ ਪੈਸਾ ਸਾਡੇ ਇਸ ਫੰਡ 'ਚ ਭੇਜੋ, ਅਸੀਂ ਤੁਹਾਨੂੰ ਪੈਸਾ ਜਿਹੜਾ ਲੱਗਾ ਦਿਖਾਵਾਂਗੇ ਕਿ ਕਿੱਥੇ ਕਿੱਥੇ ਲੱਗ ਗਿਆ। ਔਰ ਇਹਦੇ ਵਿੱਚ ਕੰਟਰੀਬਿਊਸ਼ਨ ਪੰਚਾਇਤਾਂ ਦੀ ਵੀ ਹੈਗੀ ਆ। ਔਰ ਇਹ ਬੜੇ ਮਾਣ ਵਾਲੀ ਗੱਲ ਹੈ ਸੰਜੀਵ ਜੀ, ਜਿਹਦੇ ਵਿੱਚ ਜਦੋਂ ਪੰਜਾਬ ਉੱਠਦਾ ਤਾਂ ਬੜੇ ਤਰੀਕੇ ਨਾਲ ਉੱਠਦਾ, ਔਰ ਪੰਜਾਬ ਜਦੋਂ ਖੁਸ਼ਹਾਲ ਹੁੰਦਾ ਤਾਂ ਬੜੇ ਤਰੀਕੇ ਨਾਲ ਹੁੰਦਾ। ਜੇ ਅਸੀਂ ਹਰੀ ਕ੍ਰਾਂਤੀ ਗੱਲ ਕਰੀਏ ਨਾ, ਗ੍ਰੀਨ ਰੈਵੋਲੂਸ਼ਨ ਦੀ, ਉਹਦਾ ਵੀ ਪ੍ਰਵਾਸੀ ਭਾਰਤੀਆਂ ਦਾ, NRI ਵੀਰਾਂ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਰਿਹਾ। ਸਿਰਫ ਤੇ ਸਿਰਫ ਕਿਸਾਨਾਂ ਨੇ ਹਲਵਾ ਕੇ ਜਾਂ ਫਸਲਾਂ ਬੀਜ ਕੇ ਜਾਂ ਖਾਦਾਂ ਪਾ ਕੇ ਵਧੇਰੇ ਝਾੜ ਲੈ ਕੇ ਹਰੀ ਕ੍ਰਾਂਤੀ ਨਹੀਂ ਲਿਆਂਦੀ। ਬਾਹਰਲਾ ਪੈਸਾ ਵੀ ਇੱਥੇ ਆ ਗਿਆ। ਬਾਹਰਲਾ ਪੈਸਾ ਆਉਣ ਨਾਲ ਇੱਥੇ ਚੰਗੇ ਸੁਧਰੇ ਬੀਜ, ਸਰਟੀਫਾਈਡ ਬੀਜ ਬੀਜੇ ਗਏ ਔਰ ਝਾੜ ਵਾਧੂ ਲਿਆ। ਮੈਕਸੀਕਨ ਕਣਕ ਜਦੋਂ ਆਈ ਸੀਗੀ, ਲਾਲ ਰੰਗ ਦੀ ਸੀਗੀ, ਉਹ ਬੀਜੀ ਗਈ, ਝਾੜ ਰਿਹਾ ਉਹਦਾ। ਔਰ ਪਹਿਲੀਆਂ ਕਣਕਾਂ ਜਿਹੜੀਆਂ ਤੂੜੀ ਬਹੁਤ ਹੁੰਦੀ ਸੀ, ਉਹਦੇ 'ਚ ਝੋਨਾ ਨਹੀਂ ਸੀ, ਉਹਦਾ ਬਾਸਮਤੀ ਲੱਗਦੀ ਸੀ, ਵਡਾਣਕ ਕਣਕਾਂ ਹੁੰਦੀਆਂ ਸੀਗੀਆਂ। ਉਹ ਜ਼ਮਾਨਾ ਅਤੇ ਇਹ ਜ਼ਮਾਨਾ ਜਦੋਂ ਆਇਆ, ਇਹਦੇ ਵਿੱਚ ਜੇ ਆਪਾਂ ਹਿਸਟਰੀ ਦੀ ਗੱਲ ਕਰੀਏ ਤੇ ਉਹ ਹਿਸਟਰੀ ਫਿਰ ਦੁਬਾਰਾ ਇਹਨਾਂ ਨੇ ਦੁਹਰਾਈ ਹੈ। ਹੁਣ ਇਹਨਾਂ ਨੇ ਕਿਹਾ ਵੀ ਖੇਤੀਬਾੜੀ 'ਚ ਕ੍ਰਾਂਤੀ ਨਹੀਂ ਲਿਆਉਣੀ, ਹੁਣ ਪੰਜਾਬ ਦੇ ਵਿੱਚ ਖੁਸ਼ਹਾਲੀ ਲਿਆਉਣੀ ਆ। ਔਰ ਇਹਦੇ ਵਿੱਚ ਇਹਨਾਂ ਤੀਜਾ ਵੀ ਇਹਨਾਂ ਨੇ ਕਿਹਾ ਕਿ ਜਿਹਦੇ ਵਿੱਚ ਨਸ਼ੇ ਵੱਧ ਰਹੇ ਪੰਜਾਬ ਦੇ ਵਿੱਚ, ਉਹਦੇ 'ਚ ਨਸ਼ਾ ਕੇਂਦਰ ਜਿਹੜੇ NRI ਵੀਰ ਐਸਟੈਬਲਿਸ਼ ਕਰਨਗੇ। ਬੜੀ ਅੱਛੀ ਗੱਲ ਹੈ। ਜੇ ਇਹ NRI ਦਿਲ ਖੋਲ੍ਹ ਕੇ ਆ ਗਏ ਤਾਂ ਵਾਕਿਆ ਪੰਜਾਬ ਖੁਸ਼ਹਾਲ ਹੈ। ਇਹ ਸਾਡੇ NRI ਵੀਰ ਸੁਣਦੇ ਹੋਣਗੇ। ਬਿਲਕੁਲ ਪੰਜਾਬ ਖੁਸ਼ਹਾਲ ਹੋ ਸਕਦਾ ਹੈ। ਔਰ ਇੱਕ ਆਪਾਂ ਆਪਣੇ ਪਲੇਟਫਾਰਮ ਤੋਂ ਬਾਰ-ਬਾਰ ਗੱਲ ਕਰਦੇ ਰਹਿੰਦੇ ਹਾਂ ਕਿ ਜਿਵੇਂ ਆਪਾਂ ਦਸਵੰਧ ਨਹੀਂ ਕੱਢਦੇ ਹੁੰਦੇ, ਸਹੀ ਗੱਲ, ਉਵੇਂ ਹੀ ਸਾਰੇ ਜਾਣੇ ਜਿੰਨਾ
ਆਪਣੇ ਜੇਬ ਚੋਂ ਦੇ ਸਕਦੇ ਨੇ, ਉਹ ਸਾਰਾ ਪੰਜਾਬ ਦੇ ਖਜ਼ਾਨੇ 'ਚ ਪਾ ਦਈਏ। ਉਹਨਾਂ ਦੀ ਧਰਤੀ ਆ, ਉਹਨਾਂ ਦਾ ਜੰਮਣ ਭੋਏ ਅਸੀਂ ਆਪ ਵੀ ਜਿਹੜੇ ਪੰਜਾਬ ਦੀ ਧਰਤੀ ਤੇ ਵੀ ਰਹਿੰਦੇ ਆ, ਉਹ ਵੀ ਆਪਣੇ ਵੀ ਚਾਹੀਦੇ ਲੋਕ, ਆਪਾਂ ਸਾਰੇ ਆਪਣਾ ਦਸਵੰਧ ਕੱਢ ਕੇ ਤੇ ਖਜ਼ਾਨੇ 'ਚ ਪਾਈਏ। ਸਹੀ ਗੱਲ, ਇਹ ਵੀ ਗੁਰੂ ਸਾਹਿਬ ਦਾ ਨਾਮ ਲੈ ਕੇ ਪਾਈਏ ਤੇ ਇਹ ਵੀ ਗੁਰੂ ਸਾਹਿਬ ਦੀ ਸੇਵਾ ਹੈ। ਵਾਕਿਆ ਗੱਲ ਸਹੀ। ਇਹ ਨਾ ਵੀ ਮੰਗਣ ਵਾਲੇ ਪਾਸੇ ਵੀ ਸਾਨੂੰ ਆਹ ਸਹੂਲਤ ਦੇ ਦਿਓ, ਸਾਨੂੰ ਸੜਕਾਂ ਪੱਕੀਆਂ ਕਰ ਦਿਓ ਜੀ, ਸਾਡੀ ਬਿਜਲੀ, ਇਹ ਨਹੀਂ ਕਿ ਦਿਓ ਵੀ ਸਹੀ ਕੁਛ ਦਿਓ। ਤੁਸੀਂ ਕਮਾਉਂਦੇ ਜੇ, ਤੁਹਾਡੇ ਕੋਲ ਹੈਗਾ ਪੈਸਾ, ਜੇ ਤੁਸੀਂ 10,000 ਕਮਾਇਆ ਤੇ ਜੇ 2,000 ਦੇ ਵੀ ਦਿੱਤਾ ਗੁਰੂ ਦੇ ਨਾਂ ਤੇ ਲੋਕਾਂ ਦੇ ਲਈ, ਜਨਤਾ ਲਈ, ਤੇ ਕੋਈ ਮਾੜੀ ਗੱਲ ਨਹੀਂ, ਤੇ ਖਜ਼ਾਨੇ ਭਰ ਜਾਣਗੇ ਹਾਂ, ਤੇ ਆਪਣੇ ਆਪ ਕੰਮ ਹੋਣਾ ਸ਼ੁਰੂ ਹੋ ਜਾਏ। ਸਹੀ ਗੱਲ, ਇਸ ਪਾਸੇ ਵੀ ਤੁਰਨਾ ਚਾਹੀਦਾ। NRI ਵੀਰਾਂ ਤੇ ਵੀ ਨਾ ਪੂਰੇ ਡਿਪੈਂਡੈਂਟ ਹੋ, ਆਪਾਂ ਆਪ ਵੀ ਕੁਝ ਕਰੋ। ਬਿਲਕੁਲ, ਜੋ ਕਰ ਸਕਦੇ ਨੇ, ਜਿੰਨਾ ਕਰ ਸਕਦੇ ਨੇ। ਤੁਸੀਂ 10 ਰੁਪਏ ਦੇ ਸਕਦੇ ਹੋ ਨਾ, 10 ਰੁਪਏ ਵੀ ਪਾਓ। ਬਿਲਕੁਲ ਬਿਲਕੁਲ, ਜਿੰਨਾ ਪਾ ਸਕਦੇ ਹੋ ਪਾਓ। ਇਸ ਵਕਤ ਮੇਰਾ ਖਿਆਲ 100 ਰੁਪਏ ਤੋਂ ਘੱਟ ਪਾਉਣ ਵਾਲਾ ਤੇ ਕੋਈ ਵੀ ਨਹੀਂ ਹੋਏਗਾ। 100 ਰੁਪਏ ਹਰ ਬੰਦਾ ਪਾ ਸਕਦਾ ਹੈ। ਤੁਹਾਨੂੰ ਮੈਂ ਇੱਕ ਗੱਲ ਦੱਸਦਾ, ਬੜੀ ਹੁਣੇ ਵੀਡੀਓ ਆਈ ਆ ਔਰ ਉਹਦੇ ਵਿੱਚ ਮਿਸਟਰ ਮਾਨ ਨੇ, ਫਾਰਮਰ ਆ, ਪ੍ਰੋਗਰੈਸਿਵ ਫਾਰਮਰ ਆ, ਬੜੇ ਰਾਇਲ ਜਿਹੜੇ ਕਿਸਾਨ ਨੇ, ਉਹਨਾਂ ਨੇ ਆਪਣੇ 30 ਕਿੱਲੇ ਜ਼ਮੀਨ ਜਿਹੜੀ ਹੈਗੀ ਆ, ਆਪਣੇ ਕੰਮ ਕਰਨ ਵਾਲੇ ਜਿਹੜੇ ਉਹਦਿਆਂ ਦੇ ਬੰਦੇ ਸੀਗੇ, ਸੀਰੀ ਜਿਹਨੂੰ ਕਹਿੰਦੇ ਆ, ਜਾਂ ਜਿਹੜੇ ਕੰਮ ਕਰਨ ਵਾਲੇ ਵਿਚਾਰੇ ਸੇਵਾਦਾਰ ਨੇ, ਉਹਨਾਂ ਨੂੰ 30 ਕਿੱਲੇ ਜ਼ਮੀਨ ਦੇ ਦਿੱਤੀ, ਕੋਠੀ ਉਹਨਾਂ ਨੂੰ ਦੇ ਦਿੱਤੀ। ਉਹਨਾਂ ਦੀ ਵਾਈਫ ਇੱਥੇ ਨਾਲ ਆ, ਬੱਚੇ ਉਹਨਾਂ ਦੇ ਬਾਹਰ ਆ, ਔਰ ਉਹਨਾਂ ਨੇ ਆਪ 2 ਕਮਰਿਆਂ ਦਾ ਮਕਾਨ ਰੱਖ ਲਿਆ। ਕਹਿੰਦੇ ਖਾਣਾ ਖਾਵਾਂਗੇ, ਬਣਾ ਕੇ ਲਿਆਓ, ਪਾਠ ਕਰਾਂਗੇ, ਗੁਰੂ ਮਹਾਰਾਜ ਦਾ ਨਾਮ ਲਵਾਂਗੇ। 30 ਕਿੱਲੇ ਜ਼ਮੀਨ ਉਹਨਾਂ ਨੇ ਉਧਰ ਭੇਂਟ ਕਰਤੀ ਆ। ਜਿਹੜੀ ਤੁਹਾਡੀ ਗੱਲ ਹੈਗੀ ਆ, ਅੱਛੀ ਗੱਲ ਆ, ਜੇ ਲੋਕ ਗਰੀਬਾਂ ਨੂੰ ਜ਼ਮੀਨ ਵੰਡਦੇ ਆ, ਹੈ ਨਾ, ਜੇ ਸਾਰਾ ਕੁਝ ਉੱਥੇ ਦੇ ਰਹੇ ਆ, ਤੇ ਪੰਜਾਬ ਦੇ ਬਿਹਤਰੀ ਲਈ, ਪੰਜਾਬ ਦੀ ਵਿਕਾਸ ਲਈ ਜੇ ਅਸੀਂ ਕੁਝ ਨਾ ਕੁਝ ਦੇਣਾ ਚਾਹੀਏ ਦੇ ਸਕਦੇ ਹਾਂ। ਕੈਸ਼, ਜੇ ਕੁਝ ਪ੍ਰਾਪਰਟੀ ਉਹ ਦਿਓ, ਕੋਈ ਹੋਰ ਜੋ ਕੋਈ ਸਮਾਨ ਸਾਡੇ ਕੋਲ ਇਕੱਠਾ ਕਰਕੇ ਦਿਓ, ਜੋ ਲੋਕਾਂ ਦੇ ਵਿੱਚ ਕੰਮ ਆਵੇ, ਬੱਚਿਆਂ ਦੀ ਪੜ੍ਹਾਈ ਲਈ ਆਵੇ, ਸੜਕਾਂ ਲਈ, ਬਹਿਣ ਲਈ, ਉੱਠਣ ਲਈ, ਹੈ ਨਾ, ਖਾਣ ਪੀਣ ਲਈ ਕੁਛ ਇੱਦਾਂ ਦੇ ਹੋਵੇ। ਔਰ ਜਿਸ ਤਰ੍ਹਾਂ ਦਾ ਗੁਰੂ ਮਹਾਰਾਜ ਦੇ ਲੰਗਰ ਚੱਲ ਰਹੇ ਆ, ਹੈ ਨਾ, ਪੰਜਾਬ 'ਚ ਭੁੱਖਾ ਤਾਂ ਨਹੀਂ ਕੋਈ ਰਹਿੰਦਾ, ਕੋਈ ਭੁੱਖਾ ਮਰਦਾ ਵੇਖਿਆ? ਜੇ ਮਰਦਾ ਤਾਂ ਨਸ਼ੇ ਨਾਲ ਮਰੂਗਾ, ਓਵਰਡੋਜ਼ ਨਾ ਮਰੂਗਾ, ਜਾਂ ਖਾ ਕੇ ਜ਼ਿਆਦਾ ਮਰੂਗਾ, ਹੈ ਨਾ, ਪੀ ਕੇ ਮਰੂਗਾ, ਪਰ ਇਸ ਤਰ੍ਹਾਂ ਭੁੱਖਾ ਕਦੇ ਨਹੀਂ ਮਰਦਾ। ਔਰ ਇਹ ਗੁਰੂ ਸਾਹਿਬ ਦੀ ਇਹ ਬਹੁਤ ਵੱਡੀ ਸਰਬੱਤ ਦੇ ਭਲੇ ਲਈ ਬਹੁਤ ਵੱਡੀ ਪਰੰਪਰਾ ਜਿਹੜੀ ਅੱਜ ਵੀ ਚੱਲ ਰਹੀ ਹੈ, ਉਸੇ ਤਰ੍ਹਾਂ ਚੱਲੇਗੀ। ਔਰ ਜਿਹੜੀ ਤੁਸੀਂ ਗੱਲ ਕੀਤੀ, ਬੜੇ ਨੁਕਤੇ ਵਾਲੀ ਗੱਲ ਹੈ। ਔਰ ਮੇਰਾ ਖਿਆਲ ਜੇ ਸਾਡੇ ਸਾਰੇ ਦਰਸ਼ਕ, NRI ਵੀਰ ਔਰ ਪੰਜਾਬ ਸਰਕਾਰ ਦੇ ਕੁਝ ਨੁਮਾਇੰਦੇ ਗੱਲ ਸੁਣਦੇ ਹੋਣ ਤਾਂ ਅੱਛੀ ਗੱਲ ਹੈ। ਔਰ ਇੱਦਾਂ ਦੀ ਪਲਾਨਿੰਗ ਬਣਾ ਕੇ, ਸਲਾਹਕਾਰ ਬੋਰਡ ਬਣਾ ਕੇ ਜ਼ਿਲ੍ਹੇ ਵੰਡ ਦੇਣ, ਔਰ ਪੈਸਾ ਆ ਜਾਊਗਾ ਬਹੁਤ। 92 ਵਿਧਾਇਕ ਨੇ, 92 ਵਿਧਾਇਕਾਂ ਨੂੰ ਦੇ ਦੇਣ, ਤੁਰੇ ਜਾਣ। 92 ਇੰਨੀਆਂ ਤੇ ਜਗ੍ਹਾ ਵੀ ਨਹੀਂ ਹੋਣੀ ਜਿੱਥੇ ਜਾ ਕੇ ਤੁਸੀਂ ਜਾ ਕੇ ਪਬਲਿਸਿਟੀ ਕਰਨੀ ਹੈ। ਹਰ MLA ਨੂੰ ਦੇ ਦੇਣ, ਪਿਆ ਤੁਸੀਂ ਪੈਸਾ ਤੁਸੀਂ ਇਕੱਠਾ ਕਰਨਾ, ਕਿੰਨਾ ਲਿਆਉਣਾ ਹੈਗਾ, ਔਰ ਤੁਸੀਂ ਇਸ ਪਾਸੇ ਪਿੱਛੇ ਰਹੋ ਕਿ ਪੈਸਾ ਲਿਆਇਆ, ਫਿਰ ਭ੍ਰਿਸ਼ਟਾਚਾਰ ਫੈਲਾਤਾ ਤੇ ਆਪਣੀ ਜੇਬਾਂ ਭਰ ਲਈਆਂ। ਉਹ ਜੇਬਾਂ ਆਪਣੀ ਜੇ ਨੂੰ ਪਾਓ, ਪੰਜਾਬ ਸਰਕਾਰ ਦੀ ਜੇਬ 'ਚ ਪਾ ਦਿਓ, ਖਜ਼ਾਨੇ 'ਚ ਪਾਓ। ਇਹਨਾਂ ਦੇ ਕੁੜਤੇ ਪਜਾਮਿਆਂ ਨੂੰ ਨਾ ਜੇਬਾਂ ਲਾਉਣੀਆਂ ਨਹੀਂ ਚਾਹੀਦੀਆਂ। ਬਿਨਾਂ ਜੇਬਾਂ ਦੇ ਕੁੜਤੇ ਪਜਾਮੇ ਤੁਰੇ ਜਾਂਦੇ 'ਚ ਪਾਉਂਦੇ ਆ, ਜਿਹੜੇ ਨਾਲ ਇਹਨਾਂ ਦੇ ਹੈਗੇ ਨਾ ਪੀਏ, ਉਹਨਾਂ ਦੇ ਪਾਉਂਦੇ, ਜਿਹੜਾ ਪੀਏ, ਕਿਸੇ ਦੀ ਵੀ ਜੇਬ ਨਹੀਂ ਹੋਣੀ ਚਾਹੀਦੀ। ਇਹ ਫੜਿਆਗਾ। ਸੋ ਇਹ ਜੇਬਾਂ ਤੋਂ ਬਿਨਾਂ ਕੁੜਤੇ ਪਜਾਮੇ ਪਾਓ, ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਜ਼ਰੂਰ। ਤੇ ਬਸ ਇੱਕ ਜਾਂਦੇ ਇੱਕ ਲਾਈਨ ਮੈਂ ਬੋਲਾਂਗਾ ਕਿ ਸੂਬਿਆਂ ਦੇ ਜਿਹੜੀ ਵਿਧਾਨ ਸਭਾ ਆਉਣ ਵਾਲੀਆਂ ਚੋਣਾਂ ਨੇ, ਕਾਂਗਰਸ ਕਹਿੰਦੀ ਹੈ ਕਿ ਉਹ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਣਗੀਆਂ ਸੂਬਿਆਂ ਦੀਆਂ, ਉੱਥੋਂ ਇਹ ਦਿਸ਼ਾ ਨਿਸ਼ਚਿਤ ਹੋ ਜਾਏਗੀ ਕਿ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਹੋਣੀਆਂ ਨੇ 2024 ਦੇ ਵਿੱਚ, ਉਹ ਦਿਸ਼ਾ ਕੀ ਹੋਏਗੀ, ਕਿੱਧਰ ਨੂੰ ਜਾਣਗੀਆਂ, ਕਿਹੜੀ ਪਾਰਟੀ ਸੱਤਾ 'ਚ ਆ ਸਕਦੀ ਹੈ ਕੇਂਦਰ ਦੇ ਵਿੱਚ। ਇਹ ਕਾਂਗਰਸ ਦੇ ਖੇਮੇ 'ਚੋਂ ਆਵਾਜ਼ ਸੁਣੀ ਜਾ ਰਹੀ ਹੈ। ਇਹਦੇ ਉੱਤੇ 2 ਲਾਈਨਾਂ ਬੋਲ ਦਿਓ, ਫਿਰ ਵਾਈਂਡ ਅਪ ਕਰੀਏ। 2 ਲਾਈਨਾਂ ਇਹੀ ਹੈਗੇ ਕਿ ਜਿਹੜੀ ਹੁੰਦੀ ਹੈ ਨਾ, ਜਦੋਂ ਕੋਈ ਚੀਜ਼ ਬਣਦੀ ਜਾਂ ਕੁਛ ਹੈਗਾ, ਤਾਂ ਉਹਦੇ ਵਿੱਚ ਇਹ ਕਹਿੰਦੇ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਟ੍ਰੇਲਰ ਹੈ। ਟ੍ਰੇਲਰ ਮਤਲਬ ਹੈਗਾ ਕਰਨਾਟਕ, ਝਾਰਖੰਡ, ਔਰ ਉਹਦੇ 'ਚ ਨਾਗਾਲੈਂਡ, ਉਹਦੇ 'ਚ ਮੇਘਾਲਿਆ, ਇਹ ਕੁਝ ਸਟੇਟਾਂ ਦੀ ਜਿਹੜੀ ਹੈਗੀ ਆ ਇਸ ਵੇਲੇ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ। ਅੱਜ ਜਿਹੜੀ ਹੈਗੀ ਆ ਨਾਗਾਲੈਂਡ ਦੀ ਹੈਗੀ ਆ, ਔਰ ਉਹ 'ਚ ਮੇਘਾਲਿਆ, ਉਹਦਾ ਹੈਗਾ ਤੇ 3 ਮਾਰਚ ਨੂੰ ਉਹਦਾ ਰਿਜ਼ਲਟ ਆ ਜਾਣਾ। ਇਹਨਾਂ ਨੇ ਕਿਹਾ ਕਿ ਪਹਿਲਾਂ ਇਹ ਦੇਖੋ ਸੂਬਿਆਂ 'ਚ ਜੇ ਸਾਡੀ ਚੜ੍ਹਤ ਹੋ ਗਈ, ਜੇ ਕਾਂਗਰਸ ਜਾਂ ਬਾਕੀ ਪਾਰਟੀਆਂ ਨੇ ਨੋਮੀਨੇਟ ਕਰਕੇ ਤੇ MLA ਬਣ ਗਏ, ਸਾਰਾ ਕੁਝ ਹੋ ਗਿਆ, ਵਿਧਾਨ ਸਭਾ 'ਚ ਮੁੱਖ ਮੰਤਰੀ ਬਣ ਗਏ, ਇਹਦਾ ਮਤਲਬ ਆ ਕਿ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਦੀਆਂ ਚੋਣਾਂ 'ਚ ਅਸੀਂ ਫਿਰ ਵੱਡੇ ਤੋਂ ਵੱਡੇ ਕੁਰਸੀ 'ਤੇ ਬਹਿਣ ਦੇ ਯੋਗ ਹੋ ਜਾਵਾਂਗੇ। ਔਰ ਇਹਨਾਂ ਨੇ ਕਿਹਾ ਪਹਿਲਾਂ ਆਹ ਤਾਂ ਵੇਖੋ, ਜਦੋਂ ਆਂਦੇ ਦੇਗ ਬਣਦੀ ਹੈ ਨਾ, ਦੇਗ ਬਣਨ ਤੋਂ ਬਾਅਦ ਸਾਰੀ ਦੇਗ ਨਹੀਂ ਖਾਂਦਾ, ਜਿਹੜਾ ਦੇਗ ਬਣਾਉਣ ਵਾਲਾ ਵਿੱਚੋਂ 2 ਦਾਣੇ ਕੱਢ ਕੇ ਵੇਖ ਲੈਂਦਾ ਦਾ ਬਿਲਕੁਲ ਓਕੇ ਹੈ, ਬਹੁਤ ਵਧੀਆ ਗਿਆ, ਸਵਾਦ ਹੋ ਗਿਆ, ਔਰ ਇਸ ਵੇਲੇ ਪੂਰੀ ਦੀ ਪੂਰੀ ਹੈ, ਸਾਰੇ ਖਾਓ। ਹੁਣ ਇਹ ਹੈਗਾ ਵੀ ਇਹਨਾਂ ਨੇ ਕਹਿਤਾ ਵੀ ਲੋਕ ਸਭਾ ਦੀ ਚੋਣਾਂ 'ਚ ਅਸੀਂ ਫਿਰ ਸ਼ਮੂਲੀਅਤ ਕਰਾਂਗੇ ਐਜ਼ ਏ ਪ੍ਰਾਈਮ ਮਿਨਿਸਟਰ ਆਫ ਇੰਡੀਆ। ਜਦੋਂ ਚੌਲ ਬਣਦੇ ਹੋਣ ਨਾ, ਤੁਸੀਂ ਠੀਕ ਕਿਹਾ, ਦੇਗ ਬਣਦੀ ਹੋਵੇ ਚੌਲਾਂ ਦੀ, ਤਾਂ 2 ਚੌਲਾਂ ਦੇ ਦਾਣੇ ਖਾ ਕੇ ਪਤਾ ਲੱਗ ਜਾਂਦਾ ਚੰਗੀ ਤਰ੍ਹਾਂ ਰਿੱਝ ਗਏ ਨੇ, ਸਵਾਦ ਦੇ ਲਾਇਕ ਨੇ, ਖਾਣ ਯੋਗ ਹੈਗੇ ਨੇ। ਚਲੋ ਜੀ, ਆਪਾਂ ਇਹ ਇੱਕ ਅੱਛਾ ਵਿਚਾਰ ਰੱਖਦੇ ਹਾਂ ਕਿ ਸਭ ਕੁਝ ਵਧੀਆ ਹੋਵੇ, ਸਭ ਕੁਝ ਸੁਖਾਵਾਂ ਹੋਵੇ, ਤੇ ਤੁਸੀਂ ਵੀ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ, ਤੇ ਨਾਲ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਚਲੋ ਬਲਕਾਰ ਜੀ, ਜੀ ਸਤਿ ਸ੍ਰੀ ਅਕਾਲ ਜੀ।